gentlemen, my name is Gary Singh Garewal from NRA Press Club and NRA Press News Media, NRApress.com, Los Angeles, California. Welcome to all our NRA Press Club team, participants and guests for today's hot topic on April 17, 2022. Our today's hot topic is, has Bhagwant Mann delivered on his first poll promises? This is the major topic there. अच्छे step ਲਾਏ ਨੇ 1 month ਦੇ ਵਿੱਚ, ਬੜਾ ਹਾਰਡ ਵਰਕ ਕੀਤਾ ਹੈਗਾ ਉਹਨਾਂ ਨੇ 1 month ਦੇ ਵਿੱਚ, there no doubt. ਪਰ ਹੁਣ ਕੁਐਸਚਨ ਆਉਂਦਾ ਹੈਗਾ, why bag of soaps and controversies by oppositions? ਇਹ ਸਮਝ ਨਹੀਂ ਆਉਂਦੀ, ਲੋਕ ਅਮਰੀਕਾ 'ਚ ਵੀ ਬੜਾ ਸੋਚਦੇ ਆ ਵੀ ਅਪੋਜੀਸ਼ਨ ਬੜੀ ਮਗਰ ਪਈ ਹੋਈ ਆ ਹੱਥੋਂ ਕਿ ਜਾਂ ਤਾਂ ਉਹ ਪੁਰਾਣੇ ਖਿਡਾਰੀ ਨੇ ਜ਼ਿਆਦਾ ਤੌਰ ਤੇ, ਉਹ ਕਹਿੰਦੇ ਵੀ ਇਹਨੂੰ ਟਿਕਣ ਨਹੀਂ ਦੇਣਾ, ਕੰਮ ਨਹੀਂ ਕਰਨ ਦੇਣਾ, ਪਤਾ ਨਹੀਂ ਹੈ ਲੋਕਾਂ ਦੇ ਆਪਦੇ ਵਿਊ ਆ। ਮੈਂ ਵੀ ਕਦੇ ਸਸਪੈਂਸ 'ਚ ਆ ਜਾਣਾ। ਹੁਣ ਆਪਾਂ ਸ਼ੁਰੂ ਕਰਦੇ ਹਾਂ। ਮੈਂ ਸਭ ਤੋਂ ਪਹਿਲਾਂ ਵੈਲਕਮ ਕਰਦਾ ਹੈਗਾ ਕਸ਼ਮੀਰ ਸਿੰਘ ਮੱਲੀ ਸਾਹਿਬ ਨੇ। ਕਸ਼ਮੀਰ ਸਿੰਘ ਦੇ ਮੱਲੀ ਸਾਹਿਬ ਇੰਟਰੋਡਕਸ਼ਨ ਕਰ ਦਿੰਦੇ, ਜਲੰਧਰ ਤੋਂ ਨੇ, ਔਰ ਇਹ ਜਸਟਿਸ ਜੋਰਾ ਸਿੰਘ ਮਾਨ ਦੇ ਨਾਲ ਰਲ ਕੇ ਇਹਨਾਂ ਨੇ 1000 ਲਾਇਰਸ ਅਟਾਰਨੀਜ਼ ਪਿਛਲੇ, ਮੈਨੂੰ ਪਤਾ 6 ਮਹੀਨੇ ਤੋਂ ਇਕੱਠੇ ਕਰ ਰਹੇ ਸੀਗੇ। ਬੜਾ ਇਹਨਾਂ ਨੇ ਕੰਮ ਕੀਤਾ, ਮਿਹਨਤ ਕੀਤੀ ਆ। ਉੱਪਰ ਰਾਈਟ ਹੈਂਡ ਤੇ ਚਰਨਜੀਤ ਗਰੇਵਾਲ, ਇਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਯੂਕੇ 'ਚ ਬੈਠੇ ਨੇ, ਇਹਨਾਂ ਨੇ ਬੜੀ ਸਪੋਰਟ ਕੀਤੀ ਆ। ਫਾਈਨੈਂਸਿੰਗ ਵੀ ਤਰੀਕੇ ਨਾਲ ਬੜੀ ਐਡਵਰਟਾਈਜ਼ਮੈਂਟ ਇਹਨੇ ਅਮਰੀਕਾ 'ਚ ਕੀਤੀ ਹੈਗੀ ਆ। ਫਿਰ ਲੈਫਟ ਹੈਂਡ ਤੇ ਗੁਪਤਾ ਜੀ ਬੈਠੇ, ਐਡਮਿਨ ਲਿਖਿਆ ਉਹਨਾਂ ਦੇ। ਆਪਣੇ ਗੁਪਤਾ ਸਾਹਿਬ ਮਿਚੀਗਨ ਤੋਂ ਨੇ, ਆਪਣੇ ਪ੍ਰੋਫੈਸਰ ਸਾਹਿਬ। ਉਸ ਤੋਂ ਬਾਅਦ ਆਪਣੇ ਚੀਮਾ ਜੀ ਆ ਗਏ ਨੇ, ਵਕੀਲ ਲਾਇਰਸ ਨੇ ਜਿਹੜੇ ਕਿ ਕੈਨੇਡਾ ਤੋਂ, ਵਿੰਡਜ਼ਰ ਤੋਂ ਨੇ। ਪਸ਼ੌਰਤ ਸਿੰਘ ਢਿੱਲਰ ਸਾਹਿਬ, ਇਹ ਆਪਣੇ ਆਰਕੀਟੈਕਟ ਇੰਜੀਨੀਅਰ ਫਰੀਜ਼ਨੋ ਤੋਂ, ਕੈਲੀਫੋਰਨੀਆ। ਜੀਵਨ ਸਿੰਘ ਗਿੱਲ ਜੀ ਕਾਉਂਸਲਰ ਤੇ ਪੋਲੀਟੀਸ਼ੀਅਨ ਨੇ ਆਪਣੇ, ਇਹ ਔਰ ਬਿਜ਼ਨਸ ਵੀ ਨੇ, ਆਪਣੇ ਰੀਅਲ ਸਟੇਟ ਬ੍ਰੋਕਰ ਦੇ, ਸਾਰੇ ਇਹਨਾਂ ਕੋਲ ਬੜੇ ਬੜੇ ਬਿਜ਼ਨਸ ਨੇ। ਇਹ ਵਿੰਡਜ਼ਰ ਕੈਨੇਡਾ ਦੇ ਵਿੱਚ ਨੇ। ਉਹ ਲੈਟ ਮੀ ਸਟਾਰਟ ਦੈਟ ਕਸ਼ਮੀਰ ਸਿੰਘ ਮੱਲੀ ਸਾਹਿਬ, ਤੁਸੀਂ ਸਾਡੇ ਗੈਸਟ ਹੈਗੇ ਹੋ। ਲੈਟ ਮੀ ਸਟਾਰਟ ਇਟ ਫਰੋਮ ਯੂ, ਪਲੀਜ਼ ਗੋ ਹੈਡ। ਐਪਰੀਸ਼ੀਏਟ। ਦੇਖੋ ਜੀ, ਇਸ ਤਰ੍ਹਾਂ ਹੈਗੀ ਆ ਵੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 1 ਮਹੀਨਾ ਹੋਏਗਾ ਪੰਜਾਬ ਦੀ ਸਰਕਾਰ ਬਣੀ ਨੂੰ, ਔਰ ਅਸੀਂ ਜਿਹੜੇ ਵਾਅਦੇ ਕੀਤੇ ਸੀਗੇ, ਸਾਡਾ ਮੇਨ ਪਰਪਸ ਤਾਂ ਇਹ ਹੈਗਾ ਕਿ ਜਿਹੜੇ ਪਿਛਲੇ 70-75 ਸਾਲਾਂ ਦੇ ਵਿੱਚ ਸਾਰਾ ਸਿਸਟਮ ਪੰਜਾਬ ਕੋਲੈਪਸ ਹੋਇਆ ਹੈਗਾ ਆ, ਉਹਨੂੰ ਰਿਵਾਈਵ ਕਿਸ ਤਰ੍ਹਾਂ ਕਰਨਾ ਹੈਗਾ ਹੈ। ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਜੀ ਕਰਪਸ਼ਨ ਦੀ ਜੀ। ਉਸ ਤੋਂ ਬਾਅਦ ਨਸ਼ੇ ਹੈਗੇ, ਡਰੱਗਸ ਦਾ ਹੈਗਾ ਜੀ। ਫਿਰ ਐਜੂਕੇਸ਼ਨ ਸਿਸਟਮ ਜਿਹੜਾ ਸਾਰਾ ਫੇਲ ਹੋ ਚੁੱਕਿਆ ਹੈਗਾ ਆ, ਤੇ ਹੈਲਥ ਸਿਸਟਮ ਜਿਹੜਾ ਸਾਰਾ ਫੇਲ ਹੋ ਚੁੱਕਾ ਹੈਗਾ, ਇਹਨੂੰ ਕਿਸ ਤਰ੍ਹਾਂ ਰਿਵਾਈਵ ਕਰਨਾ ਹੈਗਾ ਜੀ। ਔਰ ਸਾਡੀ ਪਾਰਟੀ ਜਦੋਂ ਭਗਵੰਤ ਮਾਨ ਜੀ CM ਬਣੇ ਹੈਗੇ ਆ, ਉਹਨਾਂ ਸਭ ਤੋਂ ਪਹਿਲਾਂ ਇੱਕ ਕਰਪਸ਼ਨ ਨੂੰ ਹਟਾਉਣ ਵਾਸਤੇ ਇੱਕ ਨੰਬਰ ਜਾਰੀ ਕੀਤਾ ਆ, 9501200200। ਔਰ ਉਹ ਨੰਬਰ ਤੇ ਤੁਸੀਂ ਅਗਰ ਕਾਲ ਕਰੋਗੇ ਤਾਂ ਤੁਸੀਂ ਕਿਸੇ ਅਫਸਰ ਨੂੰ ਜਾਂ ਕਿਸੇ ਨੂੰ ਕਰਪਸ਼ਨ ਦਿੰਦੇ ਆ ਜਾਂ ਮੰਗਦਾ ਹੈਗਾ ਆ, ਉਹਦੀ ਰਿਕਾਰਡਿੰਗ ਕਰਕੇ ਭੇਜੋ ਤਾਂ ਇਮੀਡੀਏਟ ਜਿਹੜਾ ਹੈਗਾ ਉਹਦਾ ਐਕਸ਼ਨ ਹੋਏਗਾ। ਔਰ ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਸਾਰੇ ਜਿਹੜੇ ਹੈਗੇ ਕੰਪਲੇਂਟਾਂ ਉੱਥੇ ਗਈਆਂ ਹੈਗੀਆਂ ਇਸ ਨੰਬਰ ਦੇ ਉੱਪਰ, ਔਰ ਬਹੁਤ ਸਾਰੇ ਆਫਿਸਰਸ ਦੇ ਖਿਲਾਫ ਪਰਚੇ ਰਜਿਸਟਰ ਹੋਏ ਹੈਗੇ ਆ, ਜਿਹਦਾ ਇਫੈਕਟ ਇਹ ਪਿਆ ਹੈਗਾ ਕਿ ਜਿਹੜੀ ਕਰਪਸ਼ਨ ਹੈਗੀ ਆ ਡੇ ਬਾਏ ਡੇ ਬਹੁਤ ਘਟਣ ਲੱਗ ਪਈ ਹੈਗੀ ਆ। ਹੁਣ ਜੇ ਅਗਰ ਤੁਸੀਂ ਸਪੋਜ਼ ਕਰੋ ਆਪਣੀ ਪ੍ਰਾਪਰਟੀ ਕੋ ਰਜਿਸਟਰੀ ਕਰਾਉਣੀ ਹੈਗੀ ਆ, ਜੋ ਤੁਸੀਂ ਤਹਿਸੀਲਦਾਰ ਜਾਣੇ ਆ ਤਾਂ ਪਹਿਲਾਂ ਤੁਹਾਨੂੰ ਪੈਸੇ ਦੇਣ ਤੋਂ ਬਗੈਰ ਕੰਮ ਨਹੀਂ ਸੀ ਹੁੰਦਾ। ਹੁਣ ਇਮੀਡੀਏਟਲੀ ਤੁਹਾਡੇ 10 ਮਿੰਟ ਲੱਗਦੇ, ਤੁਸੀਂ ਜਾਓ ਰਜਿਸਟਰੀ ਪੇਸ਼ ਕਰੋ, ਆਪਣਾ ਪੜ੍ਹ ਕੇ ਪੂਰਾ ਪੜ੍ਹ ਕੇ ਨਾਲ ਸਾਈਨ ਕਰਕੇ ਦੇਂਦੇ ਹੈਗੇ ਆ। ਸੋ ਇਸ ਤਰ੍ਹਾਂ ਬਾਕੀ ਡਿਪਾਰਟਮੈਂਟ ਵਿੱਚ ਇਸ ਤਰ੍ਹਾਂ ਹੈਗਾ ਆ, ਜਿਹੜੀ ਕਰਪਸ਼ਨ ਹੈਗੀ ਆ ਬਹੁਤ ਜ਼ਿਆਦਾ ਘਟ ਗਈ ਹੈਗੀ ਆ। ਔਰ ਸਾਨੂੰ ਪੂਰਨ ਆਸ ਹੈਗੀ ਆ ਕਿ ਜਿਹੜੀ ਕਰਪਸ਼ਨ ਹੈਗੀ ਆ ਹੌਲੀ ਹੌਲੀ ਜਿਹੜੀ ਪੰਜਾਬ ਦੇ ਵਿੱਚ ਖਤਮ ਹੋ ਜਾਏਗੀ। ਔਰ ਇਹਦਾ ਫਾਇਦਾ ਇਹ ਹੈਗਾ ਕਿ ਜਿਹੜਾ ਗਵਰਨਮੈਂਟ ਦਾ ਰੈਵਨਿਊ ਹੈਗਾ ਆ, ਉਹ ਘੱਟੋ ਘੱਟ 10 ਤੋਂ ਲੈ ਕੇ 15,000 ਕਰੋੜ ਰੁਪਏ ਸਾਲ ਦਾ ਹੈਗਾ ਵਧਣ ਲੱਗ ਪਿਆ ਹੈਗਾ, ਮਹੀਨੇ ਦਾ ਵਧਣ ਲੱਗ ਪਿਆ ਹੈਗਾ। ਸੋ ਇਸ ਕਰਕੇ ਇੱਕ ਪਹਿਲਾ ਸਟੈਪ ਤਾਂ ਇਹ ਚੱਕਿਆ ਹੈਗਾ। ਦੂਜਾ ਸਟੈਪ ਇਹ ਚੱਕਿਆ ਹੈਗਾ ਕਿ ਜਿਹੜੇ ਪਹਿਲੇ ਵਿਧਾਨਕਾਰ ਸੀਗੇ, MLA ਸਾਹਿਬਾਨ ਸੀਗੇ, ਚਾਹੇ ਕਿਸੇ ਪਾਰਟੀ ਦੇ ਸੀਗੇ, ਉਹ ਜਦੋਂ ਜਿੰਨੀ ਵਾਰ MLA ਬਣਦੇ ਸੀਗੇ ਉਹ ਆਪਣੀ ਪੈਨਸ਼ਨ ਚਾਰਜ ਕਰਦੇ ਸੀ, ਪਲੱਸ ਜਦੋਂ ਮੌਜੂਦਾ ਹੁੰਦੇ ਸੀਗੇ ਆਪਣੇ ਵਿਧਾਨ ਸਭਾ ਹੁੰਦੇ ਸੀ ਤਾਂ ਆਪਣੀ ਉਹ ਤਨਖਾਹ ਵੀ ਨਾਲ ਲੈਂਦੇ ਸੀਗੇ। ਹੁਣ ਸਾਡੀ ਸਰਕਾਰ ਜਦੋਂ ਆਈ ਹੈਗੀ ਆ, ਉਹਨਾਂ ਨੇ ਇਹ ਸਟੈਪ ਚੱਕਿਆ ਕਿ ਘੱਟੋ 225 ਇਸ ਤਰ੍ਹਾਂ ਦੇ ਸਾਬਕਾ ਵਿਧਾਨਕਾਰ ਹੈਗੇ ਆ, ਜਿਹਨਾਂ ਦੀ ਪੈਨਸ਼ਨ ਜਿਹੜੀ ਹੈਗੀ ਕੱਟ ਕੇ ਇੱਕ ਪੈਨਸ਼ਨ ਕੀਤੀ ਹੈਗੀ ਆ। ਉਹ ਘੱਟੋ ਘੱਟ ਇਹਦੇ ਨਾਲ ਵੀ ਘੱਟੋ 10 ਤੋਂ 12 ਕਰੋੜ ਰੁਪਏ ਦਾ ਮਹੀਨੇ ਦਾ ਸਾਡੇ ਸਰਕਾਰ ਬਜਟ ਲੱਗ ਪਿਆ ਹੈਗਾ। ਇਹਦੇ ਨਾਲ ਨਾਲ ਜਿਹੜਾ ਅਸੀਂ ਇਹ ਵਾਅਦਾ ਕੀਤਾ ਹੈਗਾ ਕਿ ਅਸੀਂ ਬੇਰੁਜ਼ਗਾਰੀ ਦੂਰ ਕਰਾਂਗੇ, ਉਹਦੇ ਲਈ ਜਿਹੜੇ 35,000 ਕੱਚੇ ਮੁਲਾਜ਼ਮ ਸੀਗੇ ਉਹਨਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਹੈਗਾ। ਇਹਦੇ ਨਾਲ ਨਾਲ ਹੀ 25,000 ਜਿਹੜੇ ਨਵੇਂ ਹੈਗੇ ਆ ਇੰਪਲਾਈ ਉਹ ਭਰਤੀ ਕੀਤੇ ਜਾਣਗੇ। ਇਸ ਤੋਂ ਇਲਾਵਾ ਹੋਰ ਜਿਹੜਾ 1-2 ਦਿਨ ਦੇ ਵਿੱਚ ਹੈਲਥ ਸਿਸਟਮ ਜਿਹੜਾ ਕਲੈਪਸ ਹੋ ਚੁੱਕਾ ਹੈ ਪੰਜਾਬ ਦੇ ਵਿੱਚ, ਔਰ ਜਿਹੜਾ ਐਜੂਕੇਸ਼ਨ ਸਿਸਟਮ ਕਲੈਪਸ ਹੋ ਚੁੱਕਾ ਹੈਗਾ, ਇਹਦੇ ਬਾਰੇ ਪਾਲਿਸੀ ਬਣਾਉਣ ਜਾ ਰਹੀ ਹੈ ਸਰਕਾਰ।
ਸੋ ਸਾਨੂੰ ਪੂਰਨ ਆਸ ਹੈਗੀ ਆ ਕਿ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਚੁੱਕਾ ਸੀਗਾ ਇਹ ਹੌਲੀ ਹੌਲੀ ਲੀਹਾਂ ਤੇ ਲਿਆਏਗਾ ਔਰ ਪੰਜਾਬ ਜਿਹੜਾ ਦੁਆਰਾ ਫੇਰ ਪੰਜਾਬ ਬਣਾਇਆ ਜਾਏਗਾ ਔਰ ਜਿਹੜੇ ਕਰਪਟ ਸਿਸਟਮ ਹੈਗਾ ਸਾਰਾ ਖਤਮ ਕੀਤਾ ਜਾਵੇਗਾ ਤੇ ਜਿਹੜੀ ਡਿਵੈਲਪਮੈਂਟ ਜਿਹੜੀ ਹੈਗੀ ਆ ਉਹ ਦੁਆਰਾ ਫੇਰ ਕੀਤੀ ਜਾਏਗੀ ਜੀ। ਥੈਂਕ ਯੂ ਜੀ। ਬੜੇ ਕੁਐਸਚਨ ਹੋਰ ਤੁਹਾਨੂੰ ਪਾਉਣਗੇ ਇਸ ਚੀਜ਼ ਤੋਂ ਪ੍ਰੋਫੈਸਰ ਸਿੰਘ ਜੀ ਸੋਚ ਰਹੇ ਯਾਰ ਮੈਨੂੰ ਲੱਗਦਾ। ਚਰਨਜੀਤ ਗਰੇਵਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਚਰਨਜੀਤ ਗਰੇਵਾਲ। ਵੇਖੋ ਜਿਹੜੀ ਕਰਪਸ਼ਨ ਤਾਂ ਉਹ ਤਾਂ ਜ਼ਰੂਰ ਘਟੀ ਆ, ਇਹ ਕੋਈ ਵੱਡੀ ਇਹਦੇ ਚ ਦੋ ਰਾਏ ਨਹੀਂ ਹੈਗੀਆਂ, ਇਹ 'ਚ 100% ਰਾਈਟ ਆ ਕਿਉਂਕਿ ਮੈਂ ਫੋਨ ਕਰਦਾ ਰਹਿਣਾ ਸਪੈਸ਼ਲੀ ਜਿਹੜਾ ਪੁਲਿਸ ਦੇ ਵਿੱਚ ਤੇ ਮਾਲ ਏਰੀਆ ਜਿੱਕਣ ਪਟਵਾਰੀ ਕਚਹਿਰੀਆਂ ਦੇ ਵਿੱਚ ਤਹਿਸੀਲਦਾਰ ਇਹ ਜਿਹੜੇ ਪੈਨਸ਼ਨ ਇਹ ਲੈਂਦੇ ਸੀ। ਦੂਜੀ ਜਿਸ ਤਰ੍ਹਾਂ ਉਹਨਾਂ ਨੇ ਆਖਿਆ ਵੀ ਪੈਨਸ਼ਨ ਦਾ ਕੀਤਾ, ਇੱਕ ਇਹਨਾਂ ਨੇ ਉਹ ਬਹੁਤ ਵੱਡਾ ਕੰਮ ਕੀਤਾ ਕਿ ਜਿੰਨੇ ਵੀ ਇਹਨਾਂ ਨੇ ਹੁਣ ਜਿੰਨੇ ਵੀ ਐਕਸ MLA ਜਾਂ ਕੋਈ ਵੀ ਹੈਗੇ ਸੀ ਉਹਨਾਂ ਦੀਆਂ ਗੱਡੀਆਂ ਵਾਪਸ ਲੈ ਰਹੇ ਨੇ, ਸਿਕਿਉਰਿਟੀ ਵਾਪਸ ਲੈ ਰਹੇ ਨੇ। ਇਹਨਾਂ ਕੋਲ ਜਿੱਕਣ ਹੁਣ ਬਾਦਲ ਫੈਮਿਲੀ ਨੇ ਆਖਿਆ ਸੀ ਕਿ ਸਾਡੇ ਕੋਲ ਤਾਂ 2 ਕਾਰਾਂ ਨੇ ਆਪਦੀਆਂ ਟੁੱਟੀਆਂ ਜੀਆਂ, ਪਰ ਉਹ ਜਦੋਂ ਜਾਂਦੇ ਸੀ ਤਾਂ 25 30 40 ਗੱਡੀਆਂ ਬਾਹਰ ਲੈ ਕੇ ਜਾਂਦੇ ਸੀ। ਉਹ ਕਿਹੜੀਆਂ ਸੀ? ਉਹ ਸਭ ਗਵਰਨਮੈਂਟ ਦੀਆਂ ਗੱਡੀਆਂ ਨੇ। ਉਹਨਾਂ ਦਾ ਵੀ ਇਹਨਾਂ ਨੇ ਵਾਪਸ ਲੈਣ ਦਾ ਉਹਨਾਂ ਨੂੰ ਕਰ ਦਿੱਤਾ। ਤਾਂ ਹੀ ਤਾਂ ਹੁਣ ਇਹ ਉਹਦੇ ਮਗਰ ਪੈ ਨੇ ਹੱਥ ਧੋ ਕੇ, ਕਿਉਂ ਜਿਹੜਾ ਇੰਡੀਆ ਦੇ ਵਿੱਚ ਹੈਗਾ ਇਹ WhatsApp ਆਪਣੀ ਬਣੀ ਹੋਈ ਹੈ ਯੂਨੀਵਰਸਿਟੀ ਤੇ ਉਹਨਾਂ ਦੇ ਇਹ ਪੇਡ ਬੰਦੇ ਰੱਖੇ ਹੋਏ ਨੇ, ਉਹ ਫਟਾਫਟ ਉੱਤੇ ਅਫਵਾਹਾਂ ਵਾਲੀ ਗੱਲ ਪਾ ਦਿੰਦੇ ਨੇ। ਜਿੱਕਣ ਤੁਸੀਂ ਆਪਾਂ ਕਹਿੰਦੇ ਹੁੰਦੇ ਆ ਕਿ ਵੀ ਇੱਕ ਝੂਠ ਨੂੰ ਤੁਸੀਂ 1000 ਵਾਰ ਗਣੀ ਜਾਵੋ ਤੇ ਉਹ ਸੱਚ ਲੱਗਣ ਲੱਗ ਜਾਂਦਾ ਲੋਕਾਂ ਨੂੰ। ਜਿਸ ਤਰ੍ਹਾਂ ਹੁਣ ਪਿੱਛੇ ਇਹਨਾਂ ਨੇ ਆਖਿਆ ਕਿ ਇਹ ਨਵੀਂ ਸਰਕਾਰ ਤਾਂ ਉਹਨਾਂ ਨੇ ਤਾਂ ਨਵੀਆਂ ਗੱਡੀਆਂ ਆਰਡਰ ਕਰ ਦਿੱਤੀਆਂ ਨੇ, ਇਹ ਕਿੱਥੋਂ ਖਰਚਾ ਲਾ ਦੇਣਗੇ ਆਪਣਾ ਜੇ ਤਾਂ ਆਪਦੇ ਵਾਸਤੇ ਨਵੀਂ। ਉਹ ਸਭ ਝੂਠੀਆਂ ਗੱਲਾਂ ਸੀ। ਇਹ ਜਿਹੀਆਂ ਹੋਰ ਵੀ ਅਫਵਾਹਾਂ ਇਹ ਫੈਲਾ ਰਹੇ ਨੇ ਕਿਉਂਕਿ ਇਹਨਾਂ ਕੋਲ ਜਿਹੜਾ ਨੈਟਵਰਕ ਬਣਿਆ ਹੋਇਆ ਇਹ ਯੂਨੀਵਰਸਿਟੀ ਦਾ। ਇਸ ਕਰਕੇ ਇਹ ਹੁਣ ਜਿਹੜੀ ਨਵੀਂ ਸਰਕਾਰ ਆ ਇਹਨਾਂ ਨੇ ਇਹ ਜਿਹੜੇ ਕੰਮਾਂ ਨੂੰ ਬੰਦ ਕਰਵਾ ਕੇ ਜਿਹੜੇ ਉੱਪਰਲੇ ਖਰਚੇ ਜਿਹੜੇ ਹੋ ਰਹੇ ਨੇ, ਜਿੱਕਣ ਗੱਡੀਆਂ ਵਾਪਸ ਲੈ ਲਈਆਂ, ਸਿਕਿਉਰਿਟੀ ਵਾਪਸ ਲੈ ਲਈ, ਫਾਲਤੂ ਦੇ ਖਰਚੇ, ਈਵਨ ਕਿ ਜਿਹੜੇ ਐਕਸ MLA ਦੀ ਉਹ ਪੈਨਸ਼ਨ ਲੈ ਰਹੇ ਸੀ 70-80 ਹਜ਼ਾਰ ਰੁਪਇਆ ਮਹੀਨੇ ਦਾ, ਉਹਨਾਂ ਦੀ ਜਾਣੀ ਤਾਂ ਚਾਹੀਦੀ ਸੀ 20,000 18,000 ਵੀ ਜਾਣੀ ਚਾਹੀਦੀ ਸੀ। ਉਹ ਵੀ ਇਹਨਾਂ ਨੇ ਬੰਦ ਕੀਤੀ ਆ ਹੁਣ। ਇਹ ਤੇ ਦੂਜੇ ਪਾਸੇ ਜਿਸ ਤਰ੍ਹਾਂ ਕਿ ਉਹ ਜਿਹੜੇ ਮਰੇ ਹੋਣ ਲੋਕਾਂ ਨੂੰ ਪੈਨਸ਼ਨਾਂ ਮਿਲ ਰਹੀਆਂ ਸੀ, ਕਿੰਨੇ ਕਰੋੜ ਬੰਦੇ, ਕਿੰਨੇ ਹਜ਼ਾਰਾਂ ਦੇ ਵਿੱਚ ਬੰਦੇ ਸੀ, ਉਹ ਵੀ ਇਹਨਾਂ ਨੇ ਹੁਣ ਪਤਾ ਕੀਤਾ ਕਿ ਉਹ ਕਾਨੂੰਨ ਦੇ ਆਪਣੇ ਖਾਤਿਆਂ ਦੇ ਵਿੱਚ ਪੈਸੇ ਜਾ ਰਹੇ ਨੇ, ਉਹ ਤਾਂ ਬੰਦੇ ਹੀ ਮਰੇ ਹੋਏ ਨੇ। ਇਹ 24 ਦਿਨਾਂ ਦੇ ਵਿੱਚ 25 ਦਿਨਾਂ ਦੇ ਵਿੱਚ ਇਹਨਾਂ ਨੇ ਇਹ ਚੀਜ਼ਾਂ ਫੜੀਆਂ ਨੇ। ਹਜੇ ਤਾਂ ਬਹੁਤ ਚੀਜ਼ਾਂ ਮੂਹਰੇ ਆਉਣੀਆਂ ਨੇ, ਜਿਵੇਂ ਰੇਤ ਮਾਫੀਆ ਹੋਇਆ, ਸ਼ਰਾਬ ਮਾਫੀਆ। ਮੈਂ ਤੁਹਾਨੂੰ ਸ਼ਰਾਬ ਦਾ ਦੱਸ ਦਿੰਦਾ ਵੀ ਕਿਸ ਤਰ੍ਹਾਂ ਪੈਸੇ ਇਕੱਠੇ ਕਰਦੇ ਨੇ। ਦੇਖੋ, ਬਣਾਉਣ ਵਾਲੇ ਵੀ ਇਹੀ ਨੇ, ਵੇਚਣ ਵਾਲੇ ਵੀ ਇਹੀ ਨੇ, ਕੈਸ਼ ਪੈਸੇ ਉੱਥੇ ਲੈਂਦੇ ਨੇ ਹਰ ਰੋਜ਼। ਕੋਈ ਰੈਵਨਿਊ ਦਾ ਤੁਹਾਡੇ ਤੇ ਆਉਣਾ, ਤੁਸੀਂ ਥੋੜਾ ਜਿਹਾ ਮਾਈਕਰੋ ਬਣਨਾ ਜਾਵੋ। ਰੈਵਨਿਊ ਆਪਾਂ ਕਿੰਨਾ ਜਨਰੇਟ ਕਰਨੇ ਆ, ਜਿਵੇਂ ਕਿੰਨਾ ਉਹ ਤੋਂ ਪੈਨਸ਼ਨਾਂ ਤੋਂ ਹੋ ਰਿਹਾ, ਕਿੰਨਾ ਮਾਫ ਉਹ ਤੋਂ ਹੋਣਾ, ਦੈਟ ਵੀ ਵਾਂਟ ਟੂ ਵਰਕ ਔਨ ਦੈਟ। ਓਕੇ, ਪ੍ਰਸ਼ਾਰਤ ਸਿੰਘ ਜੀ, ਤੁਸੀਂ ਥੋੜਾ ਜਿਹਾ ਇਹਨੂੰ ਲਾਈਨ ਤੇ ਕਰ ਦਈਏ ਆਪਾਂ ਪ੍ਰੋਗਰਾਮ ਨੂੰ ਥੋੜਾ ਜਿਹਾ। ਕੁਐਸਚਨ ਮੈਂ ਡਿਟੇਲ ਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਜਿਹੜੀ ਬੇਸਿਕ ਪ੍ਰੋਬਲਮ ਸਮਝਦਾ ਨਾ ਜਿਹੜੀ ਪੰਜਾਬ ਨਾਲ ਸੀਗੀ ਤੇ ਜਿਹੜੀ ਸਾਡੀ ਰਾਜਨੀਤੀ ਨਾਲ ਸੀਗੀ, ਉਹ ਡੈਫਿਸਿਟ ਜਿਹੜਾ ਉਹ ਫਾਈਨੈਂਸ਼ੀਅਲ ਡੈਫਿਸਿਟ ਤੇ ਬਾਕੀ ਸਾਰੀਆਂ ਜਿਹੜੀਆਂ ਗੱਲਾਂ ਆਪਣਾ ਮੱਲੀ ਸਾਹਿਬ ਨੇ ਵੀ ਦੱਸੀਆਂ ਤੇ ਚੀਮਾ ਸਾਹਿਬ ਵੀ ਗੱਲ ਕਰ ਰਹੇ ਨੇ, ਆਪਣਾ ਗਰੇਵਾਲ ਸਾਹਿਬ ਵੀ ਗੱਲ ਕਰ ਰਹੇ ਨੇ, ਬਿਲਕੁਲ ਠੀਕ ਹੈ। ਪਰ ਜਿਹੜੀ ਆਪਾਂ ਇਹਨਾਂ ਕੋਲੋਂ ਐਕਸਪੈਕਟ ਕਰਦੇ ਹਾਂ ਨਾ ਵੀ ਜਿਹੜੀ ਇਹਨਾਂ ਨੇ ਉਹ ਤਾਣੀ ਜਿਹੜੀ ਸੀ ਤੇ ਉਹਦੇ ਤੇ ਗਾਂ ਬੇਸ ਤੇ ਇਹਨਾਂ ਨੇ ਉਹ ਫੁਲਕਾਰੀ ਤੇ ਅਸੀਂ ਇਹਨਾਂ ਨੇ ਜਿਹੜੇ ਫੁੱਲ ਇਹਨਾਂ ਤੋਂ ਅਸੀਂ ਐਕਸਪੈਕਟ ਕਰਦੇ ਸਾਂ। ਜਿਹੜੀ ਇਹਨਾਂ ਗਰੀਬਾਂ ਨੂੰ ਤਾਣੀ ਮਿਲੀ ਨਾ, ਉਹ ਤਾਣੀ ਐਸੀ ਉਲਝੀ ਸੀ ਕਿ ਪਤਾ ਨਹੀਂ ਲੱਗਦਾ। ਆਮ ਤੌਰ ਤੇ ਬੰਦਾ ਜਿਹੜੇ ਵੱਡੇ ਵਿਚਾਰਵਾਨ ਨੇ ਉਹ ਵੀ ਹੈਰਾਨ ਸਨ ਵੀ ਇਹ ਕਿਹੜੀ ਤੰਦ ਨੂੰ ਛੋਣਗੇ, ਕਿੱਥੋਂ ਫੜਨਗੇ, ਇਸ ਉਲਝੀ ਤਾਣੀ ਨੂੰ ਕਿੱਥੋਂ ਸ਼ੁਰੂ ਕਰਨਗੇ। ਤੇ ਉਹ ਡੈਫਿਸਿਟ ਜਿਹੜਾ ਆ ਉਹ ਫਾਈਨੈਂਸ਼ੀਅਲ ਡੈਫਿਸਿਟ ਨਾਲੋਂ ਜਾਂ ਬਾਕੀ ਨੌਕਰੀਆਂ ਦੇ ਡੈਫਿਸਿਟ ਨਾਲੋਂ ਜਿਹੜਾ ਟਰਸਟ ਦਾ ਡੈਫਿਸਿਟ ਸੀ ਨਾ ਉਹ ਬਹੁਤ ਵੱਡਾ ਸੀ। ਨੀਅਤ ਤੇ ਨੀਤੀ ਦਾ ਜਿਹੜਾ ਡੈਫਿਸਿਟ ਸੀ ਨਾ ਉਹ ਬਹੁਤ ਵੱਡਾ ਸੀ। ਔਰ ਇਹ ਸਰਕਾਰ ਨੇ ਮੈਂ ਸਮਝਦਾ ਵੀ ਉਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ। ਜਿਸ ਤਰ੍ਹਾਂ ਇਹਨਾਂ ਨੇ ਲੋਕਾਂ ਦੇ ਬਦਲਾਅ ਦੀ ਭਾਵਨਾ ਨੂੰ ਬਾਕੀ ਸਾਰੀਆਂ ਪਾਰਟੀਆਂ ਤੋਂ ਪਹਿਲਾਂ ਤੇ ਬੜੇ ਸੁਚੱਜੇ ਢੰਗ ਨਾਲ ਸਮਝਾਇਆ ਕਿ ਲੋਕ ਬਦਲਾਅ ਚਾਹੁੰਦੇ ਨੇ, ਲੋਕ ਛੋਟੀ ਮੋਟੀ ਅਮੈਂਡਮੈਂਟ ਨਹੀਂ ਚਾਹੁੰਦੇ, ਲੋਕ ਪੂਰਾ ਬਦਲਾਅ ਚਾਹੁੰਦੇ ਨੇ। ਔਰ ਇਹਨਾਂ ਨੇ ਉਸ ਗੱਲ ਨੂੰ ਫੜ ਲਿਆ, ਸਮਝ ਲਿਆ ਔਰ ਇਹਨਾਂ ਨੇ ਉਸ ਗੱਲ ਤੇ ਕਾਮਯਾਬ ਹੋਏ।
ਇਸੇ ਤਰ੍ਹਾਂ ਹੀ ਇਹ ਤਾਣੀ ਨੂੰ ਉਲਝਾਉਣ ਵਾਸਤੇ ਜਿਹੜਾ ਇਹਨਾਂ ਨੇ ਹੱਥ ਪਾਇਆ ਨਾ ਸ਼ੁਰੂ ਤੋਂ ਲੈ ਕੇ ਕਿ ਟਰਸਟ ਪਹਿਲਾਂ ਬਿਲਡ ਕਰੋ ਕਿ ਸਾਡੀ ਨੀਅਤ ਤੇ ਨੀਤੀ ਜਿਹੜੀ ਆ ਉਹ ਸਾਫ਼ ਹੈ ਕਿ ਨਹੀਂ, ਲੋਕ ਇਹ ਤੇ ਇਤਬਾਰ ਕਰਨਗੇ ਕਿ ਨਹੀਂ। ਦੈਟ ਇਜ਼ ਵਾਟ ਦੇ ਆਰ ਡੂਇੰਗ। ਅੱਜ ਹੁਣ ਜਿਹੜਾ ਇਹਨਾਂ ਨੇ ਪਤਾ ਨਹੀਂ ਤੁਸੀਂ ਉਹਨੂੰ ਆਰਡੀਨੈਂਸ ਕਹਿੰਦੇ ਹੋ ਕਿ ਰੈਜ਼ੋਲੂਸ਼ਨ ਕਹਿੰਦੇ ਹੋ, ਜਿਸ ਕਰਕੇ ਸੈਂਟਰ ਸਰਕਾਰ ਨੇ ਉਹ 11,000 ਕਰੋੜ ਰੁਪਈਆ ਜਿਹੜਾ ਉਹ ਇਹਨਾਂ ਦਾ ਉਹ ਪਿਛਲੀਆਂ ਦੋਵਾਂ ਸਰਕਾਰਾਂ ਦਾ ਹੀ ਆ ਉਹ ਬੰਦ ਇੱਕ ਕਿਸਮ ਦਾ ਕੀਤਾ ਸੀ ਵੀ ਤੁਸੀਂ ਠੀਕ ਕੰਮ ਪੈਸੇ ਕਿਸੇ ਫੰਡ ਲਈ ਹੁੰਦੇ ਆ ਤੇ ਉਹ ਤੁਸੀਂ ਖਰਚਦੇ ਕਿਸੇ ਤੇ ਹੋ। ਉਹਦਾ ਇਹਨਾਂ ਨੇ ਹਾਲਾਂਕਿ ਇੰਨੀ ਇਹਨਾਂ ਨੂੰ ਹਰ ਪਾਸੇ ਫਾਈਨੈਂਸ ਦੀ ਲੋੜ ਆ ਔਰ ਉਹਦੇ ਤੇ ਜਿਹੜਾ ਇਹਨਾਂ ਨੇ ਵਾਅਦਾ ਕਰਨਾ ਪਬਲਿਕਲੀ ਕਿ ਪੈਸੇ ਜਿਹੜੇ ਆ ਜਿਸ ਫੰਡ ਲਈ ਆਉਣਗੇ ਉਸੇ ਵਿੱਚ ਹੀ ਖਰਚ ਹੋਣਗੇ। ਇਹ ਨਹੀਂ ਕਿ ਜੇ ਪੈਸੇ ਰੂਰਲ ਡਿਵੈਲਪਮੈਂਟ ਲਈ ਆਇਆ ਤੇ ਉਹ ਸੰਗਤ ਦਰਸ਼ਨ ਲਈ ਵਰਤੇ ਜਾਣਗੇ ਜਾਂ ਉਹ ਜੇ ਬੱਚਿਆਂ ਦੇ ਸਕਾਲਰਸ਼ਿਪਸ ਲਈ ਆਏ ਨੇ ਤੇ ਉਹਨੂੰ ਉਹ ਕਿਸਾਨਾਂ ਨੂੰ ਦੇਣ ਵਾਸਤੇ ਵਰਤੇ ਜਾਣਗੇ, ਕਿਸਾਨਾਂ ਲਈ ਜਿਹੜੇ ਆ ਉਹ ਪਤਾ ਨਹੀਂਗਾ। ਸੋ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਰੁਕ ਜਾਣਗੇ। ਸੋ ਮੈਂ ਸਮਝਦਾ ਜਿਹੜਾ ਪ੍ਰਾਇਓਰੀਟਾਈਜ਼ ਕਰਨਾ ਚੀਜ਼ ਨੂੰ, ਜਿਹੜਾ ਤਾਣੀ ਨੂੰ ਹੱਥ ਪਾਉਣਾ ਸੀ ਜਿਹੜਾ ਨਾ ਦੇ ਡਿਡ ਇਟ ਵੈਰੀ ਵੈਲ। ਅੱਗੋਂ ਗਾਂ ਡਿਟੇਲ ਦੇ ਵਿੱਚ ਤੇ ਆਪਾਂ ਜਿਉਂ ਜਾਣਗੇ ਸਾਰਾ ਪਤਾ ਲੱਗ ਜੂਗਾ, ਨਤਾਰਾ ਹੋ ਜੂਗਾ। ਬਟ ਆਈ ਥਿੰਕ ਜਿਹੜੀ ਸਟਾਰਟ ਇਹਨਾਂ ਨੇ ਕੀਤਾ ਨਾ ਟੂ ਮਾਈ ਮਾਈਂਡ ਦੈਟ ਇਜ਼ ਅ ਪਰਫੈਕਟ ਵੇ ਟੂ ਗੋ ਅਬਾਊਟ ਇਟ। ਤੇ ਅੱਗੋਂ ਗਾਂ ਜਿਹੜਾ ਉਹ ਰੱਬ ਭਲੇ ਕਰੇ। ਬਿਊਟੀਫੁਲ ਜੀ। ਜੀਵਨ ਗਿੱਲ ਜੀ। Thank you, Gary ji, and welcome Melissa and Charanjit ji in the show. Very nice comments. ਉਹਦੇ 'ਚ ਯਾਨੀ ਕਿ ਠੀਕ ਹੈ, as a politician I know that the opposition is always trying to ਵੀ ਉਹਨਾਂ ਨੇ ਲੱਤ ਖਿੱਚਣੀ ਹੁੰਦੀ ਕਿਸੇ ਨਾ ਕਿਸੇ ਤਰੀਕੇ ਦਾ ਹੀ। ਉਹਨਾਂ ਨੇ ਕਿਉਂਕਿ ਨਿਊਜ਼ ਦੇ ਵਿੱਚ ਰਹਿਣਾ ਹੈਗਾ ਤਾਂ ਉਹਨਾਂ ਨੂੰ ਕੁਛ ਨਾ ਕੁਛ ਉਸ ਚੀਜ਼ ਨੂੰ ਕੰਡੈਮ ਕਰਨਗੇ ਤਾਂ ਹੀ ਉਹ ਨਿਊਜ਼ 'ਚ ਰਹਿਣਗੇ ਹੈਗੇ। that is what always happen। ਹਾਂ, ਇਹਦੇ 'ਚ ਚੇਂਜ ਬਹੁਤ ਵੱਡੀ ਆਈ ਹੈਗੀ ਪੰਜਾਬ ਦੀ। ਜਿਹੜੇ NRIs are lot ਇਸ ਚੀਜ਼ ਵੱਲ ਦੇਖ ਰਹੇ ਹੈਗੇ ਵੀ ਉੱਥੋਂ ਦਾ ਜਿਹੜਾ ਤਾਣਾ ਬਾਣਾ ਸਹੀ ਹੋਵੇ ਤੇ ਦੇ ਕੈਨ ਬੀ ਮੋਰ ਪ੍ਰੋਗਰੈਸਿਵ, ਪੰਜਾਬੀਅਤ ਵਧੇ। ਤੇ ਉਸ ਦੇ ਵਿੱਚ ਹੀ ਜਾਨੀ ਕਿ ਕਾਫੀ ਜਿਹੜੇ ਚੰਗੇ ਸਟੈਪ ਲਏ ਹੈਗੇ ਆਪਨੇ। that is what we can admire here। ਹਾਂ, ਉਹਦੇ 'ਚ ਇੱਕ ਗੱਲ ਜ਼ਰੂਰ ਕਹਿਣੀ ਪੈਣੀ ਹੈਗੀ ਹੈ, ਜਿਸ ਤਰ੍ਹਾਂ ਪਿਸ਼ੌਰਾ ਸਾਹਿਬ ਨੇ ਕਿਹਾ ਹੈਗਾ, ਢਿੱਲੋਂ ਸਾਹਿਬ ਨੇ, ਕਿ ਤਾਣੀ 70 ਸਾਲ ਦੀ ਉਲਝੀ ਹੈਗੀ ਹੈ। it takes a time, so we have to give them a time and hope like we can see the results। ਜਿਹੜੇ ਇਨੀਸ਼ੀਏਟਿਵ ਲਏ ਹੈਗੇ ਆ it looks good, but ਉਹਨਾਂ 'ਚ ਕਈ ਚੀਜ਼ਾਂ ਦੇ ਹਲੇ ਵੀ ਜਾਨੀ ਕਿ ਥੋੜੀ ਜਿਹੀ ਹੋਰ ਇੰਪਰੂਵਮੈਂਟ ਕਰਨ ਵਾਲੀ ਹੈਗੀ ਆ। maybe with the time they have a plan, but ਜਿਹੜੀ ਸਾਡੇ ਕੋਲੇ ਸੁਜੈਸ਼ਨ ਹੁੰਦੇ ਹੈਗੇ we always willing to give it to you and willing to see ਵੀ ਤੁਹਾਡਾ ਰਿਸਪੌਂਡ, ਯਾਨੀ ਕਿ ਤੁਹਾਡੇ ਕੋਲੇ ਸਾਡੇ ਨਾਲ ਜ਼ਿਆਦਾ ਨੌਲੇਜ ਹੋ ਸਕਦੀ ਹੈਗੀ ਹੈ। you are dealing with them directly or engage with them directly। ਉਹਦੇ 'ਚੋਂ ਹੁਣ ਯਾਨੀ ਕਿ ਜਿਹੜੀਆਂ 3 ਵੱਡੀਆਂ issues I will looking into that, ਇੱਕ ਤਾਂ ਮਾਈਨਿੰਗ ਹੈਗੀ ਹੈ, ਦੂਜਾ ਲਿਕਰ ਟ੍ਰੇਡ ਹੈਗਾ, ਤੀਜਾ ਆਪਣਾ ਬਰਗਾੜੀ ਦਾ ਇਸ਼ੂ ਹੈਗਾ, ਤੇ ਚੌਥਾ ਜਿਹੜਾ ਇਹਨਾਂ ਨੇ ਇਹ ਪੈਨਸ਼ਨ ਵਾਲਾ ਕੀਤਾ ਹੈਗਾ। ਜੇ ਮੈਂ ਇੱਥੋਂ ਦੇ ਹਿਸਾਬ ਨਾਲ ਕੰਪੇਅਰ ਕਰਾਂ, ਇੱਥੇ ਵੀ ਯਾਨੀ ਕਿ 1 ਪੈਨਸ਼ਨ ਮਿਲਦੀ ਹੈਗੀ ਹੈ। that is also aged at particular age ਉਹ ਪੈਨਸ਼ਨ ਸ਼ੁਰੂ ਹੁੰਦੀ ਹੈਗੀ ਹੈ। ਇਹ ਨਹੀਂ ਹੈਗਾ ਵੀ ਕੋਈ 30 ਸਾਲ ਦਾ MLA ਬਣਿਆ ਉਦੋਂ ਬਾਅਦ 35 ਦੇ ਉਹ ਨਹੀਂ ਬਣਿਆ ਤੇ ਉਹਨੂੰ 35 ਤੇ I don't know ਵੀ ਕੀ ਪ੍ਰੋਸੈਸ ਹੈਗਾ ਵੀ 35 ਤੇ ਉਹਨੂੰ ਲੱਗੂਗੀ ਕਿ it should be started at 55 or 60 whatever the retirement age is। and ਉਹਦੇ ਨਾਲ ਦੀ ਨਾਲ ਹੀ ਇੱਕ ਹੈਲਥ ਕੇਅਰ ਜਿਹੜਾ ਉਹਨਾਂ ਦੀਆਂ ਫੈਮਲੀਆਂ ਨੇ ਪਿੱਛੇ ਯੂਜ਼ ਕੀਤਾ ਹੈਗਾ। we have a lot of examples by ਅਕਾਲੀ ਦਲ ਔਰ ਕਾਂਗਰਸ ਦੇ ਟਾਈਮ ਦੇ ਉਹਨਾਂ ਦੇ ਫੈਮਲੀਜ਼ ਨੇ ਜਾ ਕੇ ਬਾਹਰ ਜਿਹੜਾ ਹੈਲਥ ਕੇਅਰ ਤੇ ਮਨੀ ਸਪੈਂਡ ਕੀਤੀ ਹੈਗੀ। that is ਪੰਜਾਬ ਪੀਪਲਜ਼ ਮਨੀ। ਉਸ ਨੂੰ ਕਿੱਦਾਂ ਅਸੀਂ ਯਾਨੀ ਕਿ ਜਿਹੜੀਆਂ ਚੋਰ ਮੋਰੀਆਂ ਹੈਗੀਆਂ ਇਹੋ ਜਿਹੀਆਂ ਛੋਟੀਆਂ we have to close that one। ਉਹਦੇ ਵਾਸਤੇ yes they have to be working hard and ਉਹਦੇ ਵਾਸਤੇ ਉਹਨਾਂ ਵਾਸਤੇ ਆਪ ਵਾਸਤੇ ਬਹੁਤ ਵੱਡੇ ਚੈਲੰਜ ਆਉਣਗੇ ਹੈਗੇ ਆ। ਉਹਦੇ 'ਚ ਹੈਗਾ ਵੀ ਜੇ ਕੋਈ ਸੁਜੈਸ਼ਨਸ from outside of country NRIs ਤੋਂ ਹੈਗਾ ਕੋਈ ਵੀ ਸੁਜੈਸ਼ਨ ਹੋਵੇ where we can play a role and we are willing to play that role and we would like to listen to your comments on these issues if they have any plans to rectify these things। Okay ਜੀ। ਚੀਮਾ ਸਾਹਿਬ ਜੀ, ਵਕੀਲ ਸਾਹਿਬ। ਹਾਂਜੀ, ਥੈਂਕ ਯੂ ਗੈਰੀ ਸਾਹਿਬ। ਪਹਿਲਾਂ ਮੈਂ ਇੱਕ ਲਾਈਨ ਤਾਂ ਐਡ ਕਰ ਦਿਆਂ ਕਿ ਮੈਂ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦਾ ਅਪੋਨੈਂਟ ਨਹੀਂ, ਆਮ ਸਪੋਰਟਰ ਆਫ ਦੈਮ। ਆਈ ਵੈਲ ਵਿਸ਼ ਕਿ ਉਹ ਆਪਣਾ ਕੰਮ ਕਰਨ ਚੰਗੀ ਤਰ੍ਹਾਂ ਕਰਨ
ਪਰ ਹਾਂ ਅੱਗੇ ਜਾ ਕੇ ਮੇਰੇ ਕੁਐਸਚਨ ਜ਼ਰੂਰ ਤਿੱਖੇ ਹੋਣਗੇ। ਹੁਣ ਪਹਿਲੀ ਗੱਲ ਤਾਂ ਹੈ ਕਿ ਜਿੱਥੋਂ ਤੱਕ ਇੱਕ ਪਹਿਲੀ ਗੱਲ ਪਹਿਲਾਂ ਵੀ ਕਹੀ ਸੀ, ਇਹ ਸਟਿਲ अर्ਲੀ ਟੂ ਇਵੈਲੂਏਟ, ਟਾਈਮ ਅਜੇ ਹੈ ਨਹੀਂ। ਆਪਾਂ ਪਹਿਲਾਂ ਗੱਲ ਕੀਤੀ 5-6 ਮਹੀਨੇ ਜਾਵਾਂਗੇ ਉਦੋਂ ਬਾਅਦ ਇਵੈਲੂਏਟ ਕਰਾਂਗੇ, ਪਰ ਫਿਰ ਵੀ ਜੋ ਡੈਕਲੇਰੇਸ਼ਨ ਕੀਤੀਆਂ ਨੇ ਮਹੀਨੇ ਦੀ ਚਾਰਟ ਦਿੱਤਾ ਜੋ ਵੀ ਹੈਗਾ, most of them maybe except 1 or 2 these are just declaration। ਚੰਨੀ ਦੇ ਵੀ ਜਦੋਂ ਆਏ ਸੀ ਡਿਕਲੇਅਰ ਕਹਿੰਦੇ ਮੈਂ ਆਹ ਐਲਾਨ ਕਰਤਾ, ਐਲਾਨ ਬੜੀ ਤਾਰੀਫ ਹੋਈ ਸੀ, ਹਰ ਥਾਂ ਤੇ ਹਰ ਫੋਨ ਜਾਂਦਾ ਸੀ ਔਰ ਗੁਣ ਗਾਣ ਦੇ ਹੁੰਦੇ ਸੀ, ਪਰ he could not deliver। ਪਰ ਇਹਨਾਂ ਕੋਲ 5 ਸਾਲ ਦਾ ਟਾਈਮ ਹੈਗਾ and we hope and we wish they will deliver it। ਸੋ ਇਸ ਕਰਕੇ ਬਹੁਤੇ ਜਿਹੜੇ ਐਲਾਨ ਨੇ ਉਹ ਡੈਕਲੇਰੇਸ਼ਨ ਹੀ ਨੇ, ਚਾਹੇ ਉਹ ਪੈਨਸ਼ਨ ਨਾਲ ਰਿਲੇਟਡ ਹੈ, ਚਾਹੇ ਆਪਣੇ ਐਮਪਲੋਇਮੈਂਟ ਨਾਲ ਰਿਲੇਟਡ ਹੈ, ਭਾਵੇਂ ਉਹ ਰੈਗੂਲਰਾਈਜ਼ ਕਰਨ ਵਾਸਤੇ ਹੈ, ਚਾਹੇ ਵਹੀਕਲ ਦੀ ਗੱਲ ਕੀਤੀ ਲੀਡਰਾਂ ਤੋਂ ਕੁਛ ਵੀ ਅਜੇ ਵਾਪਸ ਨਹੀਂ ਆਇਆ, ਸੈਂਡ ਮਾਫੀਆ ਹੈਗਾ, ਜਾਂ ਜਿੱਥੋਂ ਹੁਣ ਪੈਨਸ਼ਨ ਟੂ ਡੈਡ ਪੀਪਲ ਦੀ ਗੱਲ ਹੈ, ਇਹ ਜਦੋਂ ਪਿੱਛੇ ਕਾਂਗਰਸ ਗਵਰਨਮੈਂਟ ਉਹਨਾਂ ਨੇ ਵੀ ਇਹੀ ਦੱਸਿਆ ਸੀ ਇਹ ਕਾਲਿਆਂ ਟਾਈਮ ਤੇ ਮਰਿਆਂ ਨੂੰ ਵੀ ਪੈਨਸ਼ਨ ਦਿੱਤੀਆਂ ਜਾਂਦੀਆਂ। ਸੇਮ ਥਿੰਗ ਇਜ਼ ਵੀ ਆਰ ਹੀਅਰਿੰਗ ਨਾਓ, ਉਹਨਾਂ ਨੇ 5 ਸਾਲ ਨਹੀਂ ਕੀਤਾ, ਵੀ ਹੋਪ ਦੇ ਵਿਲ ਡੂ ਸਮਥਿੰਗ। ਸੋ ਗੱਲ ਹੈ ਕਿ ਡਿਕਲੇਅਰ ਕਰਨ ਤੇ ਕਰਨ ਦੇ ਵਿੱਚ ਫਰਕ ਹੈਗਾ। ਉਹ ਕਦੋਂ ਕਰਨਗੇ, ਵੀ ਵਿਲ ਵੇਟ ਫॉर them ਐਂਡ ਵੀ ਵਿਲ ਵਿਸ਼ ਫॉर them। ਤੇ ਬਾਕੀ ਵੱਡਾ ਕੁਐਸਚਨ ਉਹੀ ਹੈਗਾ ਕਿ ਕੀ ਭਗਵੰਤ ਮਾਨ ਨੂੰ ਕੰਮ ਕਰਨ ਦਿੱਤਾ ਜਾਊਗਾ ਇੰਡੀਪੈਂਡੈਂਟਲੀ ਕਿ ਨਹੀਂ। ਆਮ ਸਟਿਲ ਸਟੈਂਡਿੰਗ ਦੇਅਰ, ਮੇਰਾ ਤਾਂ ਇਹੀ ਇਤਰਾਜ਼ ਹੈ। ਬਾਕੀ ਜਿਵੇਂ ਜਿਵੇਂ ਜਿਹੜੇ ਮੇਨ ਬੰਦੇ ਨੇ ਆਮ ਆਦਮੀ ਪਾਰਟੀ ਦੇ ਆਉਣਗੇ ਹੋਰ ਦੱਸਣਗੇ ਤਾਂ ਵੀ ਦੇਤਾ ਕੁਛ। ਥੈਂਕ ਯੂ ਜੀ ਚੀਮਾ ਸਾਹਿਬ। ਹਾਂਜੀ ਗੁਪਤਾ ਸਾਹਿਬ, ਪ੍ਰੋਫੈਸਰ ਗੁਪਤਾ ਸਾਹਿਬ, ਮਿਸ਼ੀਗਨ। ਮੈਂ ਇੱਕ ਸਮਝਦਾ ਕਿ ਪੰਜਾਬ ਜਿਹੜਾ ਨਾ ਇੰਡੀਆ ਦਾ ਪਾਰਟ ਹੈ। ਇੰਡੀਆ ਅੱਜ ਗਲੋਬਲ ਇਕਨੋਮੀ, ਗਲੋਬਲ ਪੋਲਿਟਿਕਸ ਦਾ ਪਾਰਟ ਹੈ। ਸੋ ਪੰਜਾਬ ਨੂੰ ਤੁਸੀਂ ਇਨਕਲੂਸਿਵ ਨਹੀਂ ਕਰ ਸਕਦੇ ਕਿ ਅਸੀਂ ਸਾਰੀਆਂ ਚੀਜ਼ਾਂ ਹੀ ਬਹੁਤ ਫਾਸਟ ਟਰੈਕ ਮੈਥਡ 'ਚ ਕਰਾਂਗੇ, ਕਿਉਂਕਿ ਜਿੱਦਾਂ ਜਿੱਦਾਂ ਇਕਨੋਮਿਕ ਕ੍ਰਾਈਸਿਸ ਨੇ ਡੀਪਨ ਹੋਣਾ ਹੈ। ਦੇਖੋ ਮੈਂ ਇਹ ਦੇਖ ਰਿਹਾ ਵੀ ਇੰਡੀਆ ਦਾ ਜਿਹੜਾ ਡੈਫਿਸਿਟ ਹੈ ਉਹਦਾ ਇਫੈਕਟ ਸਾਰੇ ਕੰਟਰੀ 'ਚ ਪੈਣਾ, ਪ੍ਰਾਈਸਿਸ ਦਾ ਇਫੈਕਟ ਸਾਰੇ ਕੰਟਰੀ 'ਚ ਪੈਣਾ, ਡੀਜ਼ਲ ਪ੍ਰਾਈਸਿਸ ਆਈ ਹੈ। ਸੋ ਮੈਂ 3-4 ਸੁਜੈਸ਼ਨਾਂ ਦੇਣੀ ਹੈ। ਪਹਿਲੀ ਸੁਜੈਸ਼ਨ ਹੈ 2 ਇਸ਼ੂਜ਼ ਤੇ ਹੈਲਥ ਤੇ ਐਜੂਕੇਸ਼ਨ। ਇਹ ਵਾਈਬਲ ਹੈ ਨਹੀਂ ਹੈ, ਇਹ ਇਸ਼ੂ ਡਿਸਕਸ ਕਰ ਸਕਦੀ ਹੈ ਪੰਜਾਬ ਸਰਕਾਰ, ਪੰਜਾਬ ਦੇ ਜਿਹੜੇ ਇੰਟੈਲੈਕਚੁਅਲ ਬੰਦੇ ਨੇ। ਤੁਸੀਂ ਪੰਜਾਬ 'ਚ ਦੇਖੋ, ਇੱਕ ਗੱਲ ਯਾਦ ਰੱਖੋ, ਈਵਨ ਚਾਈਨਾ ਵਰਗੀ ਸੈਂਟਰਲਾਈਜ਼ਡ ਪਾਰਟੀ ਸਿਸਟਮ ਦੇ ਅੰਦਰ ਵੀ ਪਬਲਿਕ ਪਾਰਟਿਸਿਪੇਸ਼ਨ ਆਫ ਐਨੀ ਫੰਡਿੰਗ ਇਜ਼ ਵੈਰੀ ਇੰਪੋਰਟੈਂਟ। ਚਾਈਨਾ ਡਿਵੈਲਪ ਹੋਇਆ, ਮੈਂ ਚਾਈਨਾ ਦਾ ਕਾਫੀ ਸਟੱਡੀ ਕਰਦਾ ਰਹਿਣਾ, ਵਟ ਇਜ਼ ਹੈਪਨਿੰਗ ਇਨ ਚਾਈਨਾ। ਸਾਨੂੰ ਸਟੱਡੀ ਕਰਨਾ ਚਾਹੀਦਾ ਹੈ ਕਿ ਅਸੀਂ ਸੋਚੀਏ ਵੀ ਜਿੱਦਾਂ ਹੁਣ ਆਪਣੇ ਅਫਸਰ ਹੈਗੇ, ਉਹਨਾਂ ਨੂੰ ਇਹ ਫੈਕਟ ਹੈ ਕਿ ਤਾਮਿਲਨਾਡੂ 'ਚ ਸ਼ਰਾਬ ਦਾ ਰੈਵਨਿਊ 15,000 ਕਰੋੜ ਕਿਉਂ ਹੈ, ਪੰਜਾਬ 'ਚ ਕਿਉਂ ਨਹੀਂ। ਤੁਸੀਂ ਇੱਕ ਦੂਜੇ ਤੋਂ ਲਰਨ ਕਰਦੇ ਹੋ, ਆਪਾਂ ਪੰਜਾਬ ਤੱਕ ਸੀਮਿਤ ਨਹੀਂ ਹੈ, ਕਿਉਂਕਿ ਆਪਾਂ ਨੇ ਜੇ ਪੰਜਾਬ ਨੂੰ ਚੇਂਜ ਕਰਦਾ, ਇੰਡੀਆ ਵੀ ਚੇਂਜ ਰਿਕੁਆਇਰਡ ਹੈ। ਕਿਉਂਕਿ ਜੇ ਇੰਡੀਆ ਚੇਂਜ ਨਹੀਂ ਹੋਇਆ ਤਾਂ ਪੰਜਾਬ ਨੂੰ ਹੀ ਪ੍ਰੋਬਲਮ ਆਣੀ ਹੈ। ਸੋ ਮੈਂ ਇਹਦੇ 2-3 ਸੁਜੈਸ਼ਨਾਂ ਦੇਣੀਆਂ ਜਿਹੜੇ ਆਪਣੇ ਸਾਥੀ ਹੈਗੇ ਜਾਂ ਆਪ ਹੈਗੇ। ਇੱਕ ਤਾਂ ਤੁਸੀਂ ਪੰਜਾਬ 'ਚ ਨਾ 2 ਫੰਡ ਕ੍ਰੀਏਟ ਕਰੋ, ਇੱਕ ਐਜੂਕੇਸ਼ਨ ਫੰਡ ਔਰ ਇੱਕ ਹੈਲਥ ਫੰਡ। ਹੈਲਥ ਫੰਡ 'ਚ ਤੁਸੀਂ ਅਪੀਲ ਕਰੋ ਲੋਕਾਂ ਨੂੰ, ਦੇਖੋ ਪਬਲਿਕ ਪਾਰਟਿਸਿਪੇਸ਼ਨ ਕਰਦੀ ਹੈ, ਜਿੱਦਾਂ USA ਦੇ ਅੰਦਰ ਜਿੰਨੇ ਵੀ ਲੋਕ ਨੇ ਨਾ ਇਹ ਯੂਨੀਵਰਸਿਟੀਆਂ ਨੂੰ ਫੰਡਿੰਗ ਕਰਦੇ ਨੇ ਜਿਨ੍ਹਾਂ ਕੋਲ ਪੈਸਾ। ਵਾਈ ਨੋਟ ਕ੍ਰੀਏਟ 2 ਫੰਡਸ ਇਨ ਪੰਜਾਬ ਜਿਹਦੀ ਕਾਰਪਸ 2-2 ਹਜ਼ਾਰ ਕਰੋੜ ਦਾ ਬਣ ਜਾਏ, ਐਜੂਕੇਸ਼ਨ ਦਾ ਔਰ ਹੈਲਥ ਦਾ, ਔਰ ਉਹਦੇ ਵਿੱਚੋਂ ਤੁਸੀਂ ਐਜੂਕੇਸ਼ਨ ਨੂੰ ਵੀ ਕਿਉਂਕਿ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਟੋਟਲ ਰੈਵਨਿਊ ਦੀ ਵੀ ਬੜੀ ਡਿਫਿਕਲਟਸ ਆਣੀਆਂ। ਮੈਂ ਤੁਹਾਨੂੰ ਲੇਟੈਸਟ ਦੱਸਦਾ ਕਿ ਪੰਜਾਬ 'ਚ ਹੁਣ ਪਾਵਰ ਕ੍ਰਾਈਸਿਸ ਚੱਲ ਰਿਹਾ, ਕੋਲ ਆ ਨਹੀਂ ਰਿਹਾ। ਕੋਲ ਦੀ ਜਿਹੜੀ ਪੰਜਾਬ 'ਚ ਪੀਕ ਡਿਮਾਂਡ ਹੁੰਦੀ ਹੈ 12-13 ਹਜ਼ਾਰ ਮੈਗਾਵਾਟ ਦੀ ਹੁੰਦੀ ਹੈ, ਸਪਲਾਈ ਪੰਜਾਬ 'ਚ 7-8 ਹਜ਼ਾਰ ਮੈਗਾਵਾਟ ਦੀ। ਤੁਸੀਂ ਬਾਹਰੋਂ ਬਿਜਲੀ ਖਰੀਦੋਗੇ, ਕਿਹੜੇ ਰੇਟ ਤੇ ਖਰੀਦੋਗੇ, ਕਿਹੜੇ ਨਹੀਂ। ਮੈਂ ਸਮਝਦਾ ਕਿ 2 ਜਿਹੜੇ ਪੰਜਾਬ 'ਚ ਰੈਵਨਿਊ ਸੋਰਸਿਸ ਵਾਲੇ ਹੈ ਤੁਸੀਂ ਜਨਰੇਟ ਕਰ ਸਕਦੇ ਹੋ, ਐਟਲੀਸਟ ਸਟੇਟ ਦਾ ਬਰਡਨ ਘਟ ਜਾਏਗਾ। ਸਟੇਟ ਦਾ ਬਰਡਨ ਨਹੀਂ ਤਾਂ ਘਟ ਜਾਏਗਾ ਜੇ ਤੁਸੀਂ 2-2 ਹਜ਼ਾਰ ਕਰੋੜ ਦੇ 5 ਸਾਲ 'ਚ NRIs ਨੂੰ ਅਪੀਲ ਕਰੋ, ਪੰਜਾਬ ਦੇ ਬਿਜ਼ਨਸ ਵਾਲਿਆਂ ਨੂੰ ਅਪੀਲ ਕਰੋ, ਲੋਟ ਆਫ ਪੀਪਲ ਵਿਲ, ਛੋਟੇ ਬੰਦਿਆਂ ਨੂੰ ਅਪੀਲ ਕਰੋ। ਜੇ ਤੁਸੀਂ ਕਾਰਪਸ ਬਣਾ ਸਕਦੇ ਹੋ 2,000 ਕਰੋੜ ਦਾ ਪੰਜਾਬ 'ਚ, ਇਹ ਐਜੂਕੇਸ਼ਨ ਤੇ ਹੈਲਥ ਦਾ, ਦਿਸ ਇਜ਼ ਵਨ ਸੁਜੈਸ਼ਨ ਆਈ ਬਿਲੀਵ। ਸੈਕਿੰਡ, ਮੈਂ ਸਮਝਦਾ ਕਿ ਹੈਲਥ ਜਿਹੜਾ ਹੈ ਨਾ ਇਹ ਬੜਾ ਇੰਪੋਰਟੈਂਟ ਕੰਪੋਨੈਂਟ, ਇਵਨ ਐਜੂਕੇਸ਼ਨ ਤੋਂ ਵੀ। ਜਿਹੜਾ ਬੰਦਾ ਬਿਮਾਰ ਹੋ ਜਾਣਾ ਉਹ ਘਰ ਹੀ ਬਿਮਾਰ ਹੋ ਜਾਂਦਾ ਹੈ। ਦੇਖੋ ਐਜੂਕੇਸ਼ਨ ਦਾ
ਤੁਸੀਂ ਹਰ ਇੱਕ ਬੰਦੇ ਦੀ ਪੰਜਾਬ ਦੇ ਅੰਦਰ 3 ਕਰੋੜ ਪੋਪੂਲੇਸ਼ਨ ਹੈ, ਹਰ ਇੱਕ ਬੰਦੇ ਦੀ ਆਊਟ ਆਫ ਦੈਟ ਕਾਰਪਸ ਤੁਸੀਂ ਇੰਸ਼ੋਰੈਂਸ ਕਰੋ, 10 ਲੱਖ ਦੀ ਇੰਸ਼ੋਰੈਂਸ ਹਰ ਇੱਕ ਬੰਦੇ ਨੂੰ ਦਿਓ। ਆਈ ਕੈਨ ਗਰੰਟੀ ਕਿ ਜੇ ਪੰਜਾਬ 'ਚ ਚੀਜ਼ਾਂ ਤੁਸੀਂ 2 ਕਰ ਗਏ, ਤੁਸੀਂ 20 ਸਾਲ ਪੰਜਾਬ 'ਚ ਨਹੀਂ ਆ ਸਕਦੇ। So this is my 2 suggestions. This should be taken as. Okay. Thank you ਜੀ। ਕਪੂਰ ਸਾਹਿਬ ਵੈਲਕਮ ਤੁਹਾਨੂੰ ਵੀ ਉਹਨੇ ਫਿਰ ਥੋੜਾ ਤੁਸੀਂ ਸੁਣਦੇ ਰਹੋ। ਕਸ਼ਮੀਰ ਸਿੰਘ ਜੀ ਮੱਲੀ ਸਾਹਿਬ, ਮੈਂ ਤੁਹਾਨੂੰ ਕੁਐਸਚਨ ਕਰਦਾ ਹੈਗਾ, ਜਿਹੜਾ ਕਿ ਤੁਹਾਨੂੰ ਆਵਾਜ਼ ਆ ਰਹੀ ਹੈ ਕਸ਼ਮੀਰ ਮੱਲੀ ਸਾਹਿਬ? ਹਾਂਜੀ 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 ਅੱਛਾ ਹਾਂਜੀ। ਜਿਹੜਾ ਤੁਸੀਂ 300 ਯੂਨਿਟਸ ਦਾ ਫ੍ਰੀ ਪਾਵਰ ਇਹ ਮੰਤ ਕੀਤਾ, ਹਾਂਜੀ ਉਹ ਤੁਸੀਂ ਰਿਸਟ੍ਰਿਕਸ਼ਨਾਂ ਲਾਤੀਆਂ ਨੇ ਕਿ 300 ਦੇਣੀ ਹੈਗੀ ਆ ਵੀ 6, ਚਲੋ 2 ਮਹੀਨੇ ਬਾਅਦ ਹੁੰਦਾ 600 ਹੋ ਜਾਂਦੀ ਆ, ਉਹਦੇ ਤੁਸੀਂ ਜਿਹੜਾ ਕੋਈ ਵੱਧ ਹੋਣਗੇ ਸਿਰਫ ਉਹ ਅਵੋਇਡ ਕੀਤਾ ਹੈਗਾ SC ਔਰ ਜਿਹੜੇ ਮਿਲਟਰੀ ਵਾਲੇ ਹੈਗੇ ਮੈਨੂੰ ਲੱਗਦਾ, ਠੀਕ ਹੈ ਨੇ, ਜੋ ਵੀ ਹੈਗੇ ਹਾਂਜੀ ਸੇਵਾਦਾਰ ਨੇ। ਹੁਣ ਕੁਐਸਚਨ ਇਹ ਆਉਂਦਾ, ਇਹ ਬੜੀ ਡਿਸਕ੍ਰਿਮੀਨੇਸ਼ਨ ਹੋਈ ਹੈਗੀ ਆ, ਕਿਉਂਕਿ ਤੁਸੀਂ ਇਹ ਨਹੀਂ ਦੇਖਿਆ ਹੈਗਾ ਇੱਕ ਬੰਦਾ ਬਹੁਤ ਗਰੀਬ ਆ ਤੇ ਜਿਹੜਾ SC ਹੈਗਾ ਉਹ ਡਾਕਟਰ ਲੱਗਿਆ, ਉਹਦੀ ਵਾਈਫ ਵੀ ਡਾਕਟਰ। ਮੈਂ ਬੜੇ ਬੰਦਿਆਂ ਨੂੰ ਜਾਣਦਾ ਹੈਗਾ ਜਿਨ੍ਹਾਂ ਦਾ ਘਰ ਵਾਲਾ ਜੱਜ ਆ, ਵਾਈਫ ਵੀ ਉਹਦੀ ਪਤਾ ਨਹੀਂ ਕੀ ਲੱਗੀ ਹੋਈ ਆ, ਉਹਨੂੰ ਕੋਈ ਕਰੋੜ 20 ਕਰੋੜ 50 ਕਰੋੜ ਰੁਪਈਆ ਹੈਗਾ, ਤੁਸੀਂ ਉਹਨੂੰ ਵੀ ਕਹਤਾ ਜੀ ਕੋਈ ਗੱਲ ਨਹੀਂ ਹੈ 600 ਤੈਨੂੰ ਮਾਫ ਕਰਤਾ। ਇਹ ਜਿਹੜੀ ਚੀਜ਼ਾਂ ਨੇ ਬੜੀਆਂ ਸੋਚਣ ਵਾਲੀਆਂ ਨੇ, ਕਿਉਂਕਿ ਤੁਸੀਂ ਇਹ ਨਹੀਂ ਸੋਚਿਆ ਹੈਗਾ ਕਿ ਅਸੀਂ ਇੱਕ ਸਿਰਫ SC ਦੇ, ਜਿਵੇਂ ਉਹ ਕਾਂਗਰਸ ਨੇ ਤਾਂ ਵੋਟਾਂ ਲੈਣੀਆਂ ਨੇ ਵੀ ਚੱਕ ਦਿਓ ਫੱਟੇ, ਕੋਈ ਗੱਲ ਨਹੀਂ ਹੈ, ਇਟਸ ਨੋਟ ਅ ਵੇ ਟੂ ਡੂ ਇਟ। ਤੁਸੀਂ ਗਰੀਬ ਨਹੀਂ ਬੰਦਾ ਦੇਖਿਆ, ਚਾਹੇ ਉਹ ਇਹ ਚਾਹੀਦਾ ਸੀਗਾ ਉਹਦਾ ਬੇਸਿਸ ਆਫ ਇਨਕਮ, ਜਿਵੇਂ ਮੋਟਰਾਂ ਦਾ ਕੀਤਾ ਤੁਸੀਂ ਇਲੈਕਟ੍ਰਿਸਿਟੀ ਦਾ ਫ੍ਰੀ ਕਰਤੀ ਸਾਰੀ, ਜਦੋਂ 7 ਮੋਟਰਾਂ ਲੱਗੀਆਂ 25 ਵੋਟਾਂ ਲੱਗੀਆਂ 4000 ਏਕੜ 1000 ਏਕੜ ਹੋਰ ਵੀ ਫ੍ਰੀ ਇਲੈਕਟ੍ਰਿਸਿਟੀ ਕੀਤੀ ਆ। ਇਹ ਕਿਹੜਾ ਤੁਸੀਂ ਦਿਮਾਗ ਯੂਜ਼ ਕੀਤਾ ਹੋਇਆ? ਇਹਦੇ ਪਿੱਛੇ ਇਹ ਤਾਂ ਪੰਜਾਬੀਆਂ ਨੇ ਦੱਸਣਾ ਸੀ ਨਾ, ਉਹ ਦਿੱਲੀ ਵਾਲੇ ਨੂੰ ਪਤਾ ਨਹੀਂ ਹੈ ਵਿਚਾਰੇ ਨੂੰ। ਜਿਹੜੇ ਪੰਜਾਬੀ ਬੈਠੇ, ਤੁਹਾਡੇ ਵਰਗੇ ਵਕੀਲ ਬੈਠੇ ਆ, ਤੁਹਾਡਾ ਨੈਟਵਰਕ ਦੇ ਵਿੱਚ ਕੋਈ ਹੋਣਾ ਚਾਹੀਦਾ। ਜਿਹੜੇ ਵਕੀਲ ਤੁਸੀਂ 1000 ਵਕੀਲ ਬਣਾਇਆ, ਉਹਨੂੰ ਕੇਜਰੀਵਾਲ ਨੂੰ ਚਾਹੀਦਾ ਸੀਗਾ ਕਿ 10 ਬੰਦਿਆਂ ਦਾ ਬਣਾ ਕੇ ਸਾਨੂੰ ਸੁਜੈਸ਼ਨ ਦੱਸੋ ਵੀ ਇਹ ਕੀ ਗੱਲ ਆ। ਇਹ ਕਿਹੜਾ ਗੇਮ ਖੇਡੀ ਆ ਕਿ ਬਿਜਲੀ ਦੇ ਦੇਣੀ ਆ, ਤੁਹਾਨੂੰ ਦੇਤੀ ਆ ਵੀ 600 ਥੋੜੀ ਵੱਧ ਗਈ ਆ, ਤੂੰ ਹੁਣ ਐ ਕਰ ਤੈਨੂੰ ਪੈਸੇ ਦੇਣੇ ਪੈਣੇ ਆ। ਉਹ ਵਿਚਾਰੇ ਦੀ ਰੋਟੀ ਨਹੀਂ ਪੱਕਦੀ। ਇਹ ਔਨ ਦਾ ਬੇਸਿਸ ਆਫ ਪਾਵਰਟੀ ਚਾਹੀਦਾ। ਨੋ ਗਰੇਵਾਲ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ। ਹਾਂਜੀ, ਜਿਹੜੀ ਇਹ ਦੇਣਾ ਸੀਗਾ ਇਲੈਕਟ੍ਰਿਸਿਟੀ ਦੇਣੀ ਸੀਗੀ, ਇਹ ਜੇ ਇਨਕਮ ਦੇ ਬੇਸ ਤੇ ਤਾਂ ਵਧੀਆ ਸੀ, ਪਰ ਜੇ ਕਿਸੇ ਇਨਕਮ ਇੰਨੀ ਹੈਗੀ ਆ ਤਾਂ ਉਹਨੂੰ ਹੋਣੀ ਆ, ਜੇ ਇਸ ਤੋਂ ਵੱਧ ਹੈਗੀ ਆ ਤਾਂ ਉਹਨੂੰ ਨਹੀਂ ਹੋਣੀ ਹੈਗੀ ਆ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ। ਪਰ ਹੁਣ ਸਰਕਾਰ ਨੇ ਪਾਲਿਸੀ ਬਣਾਤੀ ਹੈਗੀ ਆ, ਇਹਦਾ ਇੱਕ ਫਾਇਦਾ ਇਹ ਹੈਗਾ ਆ ਕਿ ਜਿਹੜੇ ਆ ਜਨਰਲ ਕੈਟਾਗਰੀ ਵਾਲੇ ਕਿਹਾ ਵੀ 600 ਤੋਂ ਯੂਨਿਟ ਤੋਂ ਬਾਅਦ ਜੋ ਤੁਸੀਂ ਕੰਜ਼ਿਊਮ ਕਰੋਗੇ ਤਾਂ ਤੁਹਾਨੂੰ ਸਾਰੀ ਬਿਜਲੀ ਦੇ ਬਿੱਲ ਪੇ ਕਰਨਾ ਪਏਗਾ। ਉਹਨਾਂ ਥੋੜੀ ਜਿਹਾ ਕੰਜ਼ੰਪਸ਼ਨ ਦੇ ਵਿੱਚ ਅਗਰ ਸੋਚ ਕੇ ਵਰਤ ਗਿਆ ਕਿ ਠੀਕ ਹੈ, ਜੇ ਮੈਂ ਬਾਤ ਥੋੜੀ ਵਾਲੀ ਤਾਂ ਜਿਹੜੇ ਹੈਗੀ ਆ ਮੈਨੂੰ ਸਾਰਾ ਪੇ ਕਰਨਾ ਪੈਣਾ, ਇਸ ਕਰਕੇ ਮੈਂ ਕੋਸ਼ਿਸ਼ ਕਰਾਂ ਕਿ ਬਿਜਲੀ ਘੱਟ ਤੋਂ ਘੱਟ ਯੂਜ਼ ਕਰਾਂ, ਆਪਣੀ ਜਿਹੜੀ ਫੈਸਿਲਿਟੀ ਪੂਰੀ ਅਵੇਲ ਕਰ ਲਵਾਂ, ਪਰ ਮੈਂ ਬਿਜਲੀ ਵੀ ਘੱਟ ਕੰਜ਼ਿਊਮ ਕਰਾਂ। ਉਹਦੇ ਵਿੱਚ ਕੰਜ਼ਿਊਮਰ ਦਾ ਫਾਇਦਾ ਜ਼ਿਆਦਾ ਹੋਣਾ ਹੈਗਾ ਆ। ਪ੍ਰੋਸੀਡ ਫॉर ਚਰਨਜੀਤ ਗਰੇਵਾਲ। ਸਾਰਾ ਸਿੰਘ ਜੀ ਤੁਸੀਂ ਫਿਰ ਉਦੋਂ ਬੈਕ ਆਉਣਾ ਹੈਗਾ। ਚਰਨਜੀਤ ਗਰੇਵਾਲ ਹਾਂਜੀ, ਵੇਖੋ ਜਿਹੜੀ ਆਹ 600 ਯੂਨਿਟ ਕੀਤੀ ਆ ਦੂਜਿਆਂ ਨੂੰ ਪੈਸੇ, ਇੱਕ ਤਾਂ ਇਹਦੇ ਨਾਲ ਜਿਹੜੀ ਕੰਜ਼ੰਪਸ਼ਨ ਆ ਉਹ ਘਟੂਗੀ। ਬਿਲਕੁਲ ਠੀਕ ਆ। ਤੇ ਇੱਕ ਉਹਨਾਂ ਦੀ ਜਿਹੜੀ ਆ ਸੋਲਵ ਪ੍ਰੋਬਲਮ ਹੁੰਦੀ ਆ ਕਿ ਪੰਜਾਬ ਨੂੰ ਕਿੰਨੇ 800-9000 ਕਿਲੋਵਾਟ ਚਾਹੀਦੀ ਆ, ਇਹਨਾਂ ਦੀ ਕੰਜ਼ੰਪਸ਼ਨ ਆ, ਤੇ ਨਹੀਂ ਉਹ ਕਰਦੇ ਨੇ, ਪ੍ਰੋਡਿਊਸ ਕਰਦੇ ਨੇ ਤੇ ਜ਼ਿਆਦਾ ਕੰਜ਼ੰਪਸ਼ਨ ਆ। ਇਹਦੇ ਨਾਲ ਆਹ ਚੀਜ਼ ਥੋੜੀ ਜਿਹੀ ਸੋਲਵ ਹੋ ਜੂਗੀ। ਕਿਉਂ? ਹੁਣ ਜਿਸ ਤਰ੍ਹਾਂ ਆਪਣਾ ਘਰ ਸੀ ਉੱਥੇ ਉਹ ਐਵੇਂ ਚਲਾਈ ਰੱਖਦੇ ਨੇ, ਉਹਨੂੰ ਨੌਕਰ ਨੂੰ ਮੈਂ ਕਹਿ ਦੇਣਾ ਭਾਈ ਸਾਹਿਬ ਇਹ ਇਲੈਕਟ੍ਰਿਸਿਟੀ ਐਵੇਂ ਜਲਾਇਆ ਨਾ ਕਰ, ਇਦੋਂ ਵੱਧ ਨਹੀਂ ਯੂਨਿਟ ਆਉਣੀ ਜਾਣੀ, ਉੱਥੇ ਰਹਿੰਦੇ ਨਹੀਂ। ਇਹ ਚ ਹੋਰ ਵੀ ਆਪਣੇ ਬਾਹਰ ਬੰਦੇ ਬਹੁਤ ਨੇ ਉੱਥੇ। ਇਹਦੇ ਨਾਲ ਥੋੜਾ ਜਿਹਾ ਜਿਹੜੀ ਉਹਨਾਂ ਦੀ ਇਹ ਫॉर ਟਾਈਮ ਬੀਇੰਗ ਦੀ ਪ੍ਰੋਬਲਮ ਸੋਲਵ ਹੋ ਜੂ। ਤੇ ਦੂਜੀ ਗੱਲ ਜਿਹੜੀ ਤੁਸੀਂ ਆਖਿਆ, ਉਹਨਾਂ ਕੋਲ ਇਹ ਇਨਫਰਾਸਟ੍ਰਕਚਰ ਹੈ ਨਹੀਂ ਇੰਡੀਆ ਦੇ ਵਿੱਚ ਕਿ ਲੋਕਾਂ ਦੀ ਕੀ ਆਮਦਨ ਆ, ਕੀ ਨਹੀਂ, ਕੀ ਆਹ ਵਾ, ਇਹ ਇਨਫਰਾਸਟ੍ਰਕਚਰ ਹੈ ਨਹੀਂ ਉੱਥੇ। ਇੱਕ ਤਰ੍ਹਾਂ ਦਾ ਲੋਕਾਂ ਨੂੰ ਜੇ ਫਿਰ ਉਹ ਝੂਠ ਬੋਲਦੇ ਨੇ। ਹੁਣ ਤਾਂ ਕਈਆਂ ਨੇ ਇਹ ਵੀ ਆਖਿਆ ਲਓ ਜੀ ਹੁਣ ਪੰਜਾਬੀਆਂ ਨੇ ਪਤਾ ਕੀ ਕਰਨਾ, 2-2 ਮੀਟਰ ਲਵਾ ਲੈਣੇ ਨੇ ਘਰੇ। ਇਹ ਜਿਹੜਾ ਉੱਥੇ ਦਾ ਸਿਸਟਮ ਨੂੰ ਤੁਸੀਂ ਪੜ੍ਹਨਾ ਤੇ ਕਰਨਾ ਆਪਣੇ ਵਾਂਗੂ ਬਹੁਤ ਦੋ ਕਰਨਾ ਤੇ ਕਰਾਉਣਾ ਬਹੁਤ ਡਿਫਰੈਂਟ ਚੀਜ਼ਾਂ ਨੇ। ਪਿਸ਼ੌਰਾ ਸਿੰਘ ਜੀ ਤੁਹਾਡਾ ਮੈਂ ਸਮਝਦਾ, ਮੈਂ ਆਪਣੀ ਪਹਿਲੀ ਗੱਲ ਤੇ ਫੇਰ ਆਵਾਂਗਾ ਵੀ ਇਹ ਸਾਰੇ ਪ੍ਰੋਗਰਾਮ ਨੇ ਜਿਹੜੇ ਇਹਦੇ ਵਿੱਚ
ਕੋਈ ਵੀ ਚੀਜ਼ ਜਿਹੜੀ ਹੈ ਕਿਸੇ ਨੇ ਉਹਦੇ ਵਿੱਚ ਵੜ ਕੇ ਨਹੀਂ ਵੇਖਿਆ ਵੀ ਅਲਟੀਮੇਟਲੀ 100% ਹੀ ਉਹ ਕਿਵੇਂ ਪਰਫਾਰਮ ਕਰੇਗਾ। ਟਾਈਮ ਵਿਲ ਟੈਲ। ਬਿਲਕੁਲ ਪਰ ਮੈਂ ਆਪਣੀ ਗੱਲ ਤੇ ਵਾਪਸ ਇਸ ਕਰਕੇ ਆਉਣਾ ਵੀ ਉਹ ਸਰਕਾਰ ਦੀ ਨੀਅਤ ਤੇ ਨੀਤੀ ਕੀ ਹੈ। ਜੇ ਇਹ ਬਿਜਲੀ ਦੀ ਇਸ ਤਰ੍ਹਾਂ ਦੀ ਕੋਈ ਪਾਲਿਸੀ ਬਣਾਉਂਦੇ ਆ ਜਾਂ ਕੋਈ ਹੋਰ ਚੀਜ਼ਾਂ ਬਣਾਉਂਦੇ ਆ ਤੇ ਇਹਨਾਂ ਦਾ ਟਰਸਟ ਜਿਹੜਾ ਇਹਨਾਂ ਜਿੱਤ ਰਿਹਾ ਹੈ ਨਾ, ਜਾਂ ਜਿਹੜਾ ਇਹਨਾਂ ਨੇ ਜਿੱਤਿਆ, ਉਹ ਇਹ ਆ ਵੀ ਇਹਨਾਂ ਦਾ ਉਹਦੇ ਵਿੱਚ ਆਪਣਾ ਕੋਈ ਵੈਸਟਡ ਇੰਟਰਸਟ ਨਹੀਂ ਹੈਗਾ। ਇਹਨਾਂ ਨੇ ਆਪਣੀ ਕਿਸੇ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਜਿਹੜਾ ਨਾ ਉਹ ਕੁਝ ਨਹੀਂ ਕਰਨਾ। ਇਹ ਜੋ ਕੁਝ ਕਰ ਰਿਹਾ ਹੈ, ਜੋ ਐਕਸਪੈਰੀਮੈਂਟ ਵੀ ਕਰਨਗੇ ਉਹ ਗਲਤ ਵੀ ਹੋ ਸਕਦਾ, ਉਹ ਟਾਈਮ ਵਿਲ ਟੈਲ। ਪਰ ਉਹ ਆਪਣੀ ਨੀਅਤ ਜਿਹੜੀ ਇਹਨਾਂ ਦੀ ਆ ਉਹ ਠੀਕ ਆ। ਉਹ ਜਿੱਧਰ ਨੂੰ ਇਹ ਸੋਚ ਰਹੇ ਨੇ ਉਹ ਉਧਰਲੇ ਲੋਕ ਉਹਨੂੰ ਹੰਗਾਰਾ ਦੇਣਗੇ ਔਰ ਇਹਦੇ ਵਿੱਚ ਤਰੁੱਟੀਆਂ ਰਹਿਣਗੀਆਂ ਜਿਹਨੂੰ ਇਹ ਨਾਲ ਜਿਹੜੇ ਉਹਨੂੰ ਕਰੈਕਟ ਵੀ ਕਰਦੇ ਰਹਿਣਗੇ। ਪਰ ਮੈਂ ਸਮਝਦਾ ਵੀ ਜਿਹੜੀ ਪਹਿਲੀ ਗੱਲ ਆ ਨਾ ਹੈਗੀ ਵੀ ਇਹਨਾਂ ਦਾ ਕੋਈ ਹਿੱਸਾ ਪੱਤੀ ਨਹੀਂ ਕਿਸੇ ਕੰਪਨੀ ਨਾਲ ਹੋਵੇਗਾ। ਤੇ ਜਿਸ ਤਰ੍ਹਾਂ ਗੁਪਤਾ ਸਾਹਿਬ ਨੇ ਆਖਿਆ, ਮੈਂ ਥੋੜਾ ਜਿਹਾ ਉਸ ਤੋਂ ਅੱਗੇ ਜਾਵਾਂਗਾ ਨਾ, ਆਖਿਆ ਕਿ ਪਬਲਿਕ ਕੋਈ ਵੀ ਸਰਕਾਰ ਜਿਹੜੀ ਆ ਉਹ ਸਾਰੇ ਕੰਮ ਨਹੀਂ ਕਰ ਸਕਦੀ, ਪਬਲਿਕ ਪਾਰਟਿਸਿਪੇਸ਼ਨ ਤੋਂ ਬਗੈਰ ਨਹੀਂ ਹੋ ਸਕਦੇ। ਮੈਂ ਕਹਿੰਦਾ ਵੀ ਈਵਨ ਕਾਰਪੋਰੇਸ਼ਨ ਜਿਹੜੀਆਂ ਉਹਨਾਂ ਤੋਂ ਵੀ ਨਹੀਂ ਡਰਨਾ ਚਾਹੀਦਾ। ਉਹ ਸਰਮਾਏਦਾਰ ਨੂੰ ਵੀ ਨਾਲ ਲੈਣ, ਇੰਡਸਟਰੀਅਲਿਸਟ ਨੂੰ ਵੀ ਨਾਲ ਲੈਣ, ਪਰ ਉਹ ਦੇ ਸ਼ੁਡ ਪਲੇ ਬਾਈ ਦਾ ਰੂਲਸ ਆਫ ਦਾ ਗੇਮ, ਜਿਹੜੇ ਰੂਲਸ ਵਿਲ ਬੀ ਡਿਜ਼ਾਈਨਡ ਬਾਈ ਦਾ ਗਵਰਨਮੈਂਟ, ਨਾਟ ਬਾਈ ਦਾ ਕਾਰਪੋਰੇਟ। ਉਹ ਜਦੋਂ ਉਹ ਬਣਾ ਦੇਣ ਇੱਕ ਪਲੇਇੰਗ ਫੀਲਡ ਬਣਾ ਦੇਣ, ਉਹਦੇ ਸਾਰੇ ਹੀ ਐਕਟਰ ਨੇ ਜਿਹੜੇ ਸਰਮਾਏਦਾਰ ਨੇ ਉਹ ਵੀ ਆਪਣੇ ਭਰਾ ਹੀ ਨੇ। ਹੁਣ ਜੇ ਆਪਾਂ ਮਤਲਬ ਉਹ ਇਸ ਡਾਈਵਰਸਿਫਾਈਡ ਇਕਨੋਮੀ ਦੇ ਵਿੱਚ ਕੰਮ ਕਰਨਾ ਤੇ ਉਹਦੇ ਵਿੱਚ ਸਾਰੇ ਫੈਕਟਰ ਜਿਹੜੇ ਆਉਣੇ। ਪਰ ਸਵਾਲ ਇਹ ਹੈ ਵੀ ਉਹ ਕਾਰਪੋਰੇਟ ਰੂਲਸ ਨਾ ਬਣਾਵੇ ਜਿਸ ਤਰ੍ਹਾਂ ਪਹਿਲੀ ਸਰਕਾਰ ਬਣਾ ਕੇ ਲੈ ਆਈ ਸੀ ਔਰ ਉਹ ਨੰਗਾ ਹੋ ਗਿਆ ਵੀ ਉਹ ਪਾਲਿਸੀ ਜਿਹੜੀ ਆ ਉਹ ਸਰਕਾਰ ਨੇ ਨਹੀਂ ਸੀ ਬਣਾਈ, ਉਹ ਕਾਰਪੋਰੇਟ ਨੇ ਬਣਾਈ ਸੀ, ਜਿਹੜੇ ਕਿਸਾਨਾਂ ਦੇ ਲਾਅ ਬਣਾਏ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਤੇ ਨਹੀਂ ਤੇ ਸਾਰੇ ਹੀ ਜਿਹੜੇ ਆ ਸਾਰੇ ਫੈਕਟਰ ਨਾਲ ਲੈ ਕੇ ਚੱਲਣਗੇ ਔਰ ਇਹ ਚੱਲਣਗੇ ਵੀ। ਔਰ ਪਰ ਮੈਂ ਜਿਹੜੀ ਗੱਲ ਤੇ ਫਿਰ ਬਾਰ-ਬਾਰ ਇਹ ਕਹਿਣਾ ਵੀ ਉਹ ਇਹਨਾਂ ਨੂੰ ਉਹ ਲੂਜ਼ ਨਹੀਂ ਕਰਨਾ ਚਾਹੀਦਾ, ਜਿਹੜਾ ਉਹ ਟਰਸਟ ਇਹਨਾਂ ਨੇ ਸ਼ੁਰੂ ਕੀਤਾ ਲੋਕਾਂ ਦਾ ਵਿਨ ਕਰਨਾ, ਵੀ ਜਿਹੜਾ ਵੀ ਅਸੀਂ ਕੰਮ ਕਰਾਂਗੇ ਉਹ ਲੋਕਾਂ ਦੇ, ਪੰਜਾਬ ਦੇ ਭਲੇ ਵਾਸਤੇ ਹੋਏਗਾ, ਪੰਜਾਬ ਦੇ ਲੋਕਾਂ ਵਾਸਤੇ ਹੋਏਗਾ। ਉਹਦੇ ਕਿਸੇ ਮਿਨਿਸਟਰ ਦੀ, ਕਿਸੇ ਐਮਐਲਏ ਦੀ, ਕਿਸੇ ਦੀ ਹਿੱਸਾ ਪੱਤੀ ਨਹੀਂ ਹੋਵੇਗੀ। ਉਹ ਜਿੱਦਣ ਨੰਗੀ ਹੋ ਗਈ ਨਾ ਉਦੋਂ ਸਮਝੋ ਵੀ ਆਮ ਆਦਮੀ ਦਾ ਵੀ ਜਿਹੜਾ ਨਾ ਉਹ ਉਧਰ ਨੂੰ ਜਾਏਗੀ ਜਿੱਧਰ ਪਹਿਲੇਗਾ। ਜੀਵਨ ਗਿੱਲ ਜੀ ਤੁਸੀਂ ਕੁਝ ਕੁਐਸਚਨ ਕਰਦੇ ਹੋ ਕੋਈ? ਹਾਂਜੀ, ਨਹੀਂ ਮੇਰਾ ਕੁਐਸਚਨ ਤਾਂ ਇਹੀ ਹੈ, ਜਿਹੜੀ ਜਿਵੇਂ ਹੁਣ ਕੋਈ ਵੀ ਇਹ ਮੁੱਦਾ ਯਾਨੀ ਕਿ ਜਾਂ ਅਨਾਉਂਸ ਕਰਦੇ ਹੈਗੇ ਆ, ਇਹਦੇ ਤੇ ਕੋਈ ਕੰਸਲਟੇਸ਼ਨ ਕਰਦੇ ਹੈਗੇ ਆ ਵਿਦ ਕਮਿਊਨਿਟੀ ਔਰ ਵਿਦਨ ਦੀ ਅਦਰ ਗਰੁੱਪਸ, ਤਾਂ ਕਿ ਕਿਉਂਕਿ ਇੱਥੇ ਸਾਡੇ ਕੋਈ ਵੀ ਚੀਜ਼ ਹੁੰਦੀ ਹੈਗੀ ਆ ਅਸੀਂ ਲੋਕਾਂ ਦੇ ਵਿੱਚ ਜਾਂਦੇ ਹੈਗੇ ਆ, ਉਹਨਾਂ ਨੂੰ ਸਰਵੇ ਕਰਦੇ ਹੈਗੇ ਆ ਵੀ ਭਾਈ ਕੀ ਚਾਹੀਦਾ ਹੈਗਾ, ਉਹਦੇ ਬੇਸ ਦੇ ਉੱਤੇ ਪਾਲਿਸੀ ਬਣਾਉਂਦੇ ਹੈਗੇ। ਇੱਥੇ ਹੁਣ ਇੱਕ ਜਿਹੜੀ ਚੀਜ਼ ਯਾਨੀ ਕਿ ਇੱਕ ਲੇਟਲੀ ਦੇਖਣ ਚ ਆਉਂਦੀ ਹੈਗੀ ਆ ਵੀ ਕਿਉਂਕਿ ਜਿਹੜਾ ਮੀਡੀਆ ਦਾ ਰੋਲ ਹੁੰਦਾ ਹੈਗਾ ਉਹ ਵੀ ਥੋੜਾ ਜਿਹਾ ਸਲੋ ਡਾਊਨ ਹੋਇਆ ਹੈਗਾ, ਵੀ ਮੀਡੀਆ ਕਈ ਵਾਰੀ ਰਾਈਟ ਕੁਐਸਚਨ ਪੁੱਛਦਾ ਹੀ ਨਹੀਂ ਹੈਗਾ। ਇਸ ਕਰਕੇ ਜਿਹੜੀ ਕੰਸਲਟੇਸ਼ਨ ਮੇਕਸ ਅ ਬਿਗਰ ਕੰਸਰਨ ਵੀ ਜਿਹੜੇ ਲੋਕ ਇੰਪੈਕਟਡ ਹੈਗੇ ਆ, ਹੁਣ ਚਾਹੇ ਆਪਾਂ ਬਿਜਲੀ ਦੀ ਗੱਲ ਕਰ ਰਹੇ ਹੈਗੇ ਆ, ਜੇ ਅਸੀਂ ਸਾਨੂੰ ਪਤਾ ਵੀ ਉਹ ਅਮੀਰ ਬੰਦੇ ਹੈਗੇ ਆ, ਵਾਈ ਦੇ ਨੀਡ ਇਟ, ਉਸੇ ਹਿਸਾਬ ਦੀ ਯਾਨੀ ਕਿ ਅੱਜ ਅਸੀਂ ਸਟੇਟਮੈਂਟ ਦੇ ਕੇ ਜਾਂ ਪਾਲਿਸੀ ਅਨਾਉਂਸ ਕਰ ਦਿੰਦੇ ਹੈਗੇ ਆ, then it is harder to amend that policies, like it takes a longer time to amend that one. Is not is a better idea? What is their plan ਵੀ ਇਸ ਡਾਇਰੈਕਸ਼ਨ ਦੇ ਵਿੱਚ ਜਾਣ ਬਾਰੇ ਉਹਨਾਂ ਦਾ ਤੁਹਾਡਾ ਕੀ ਵਿਚਾਰ ਹੈਗਾ? ਬਿਊਟੀਫੁਲ। ਮੱਲੀ ਸਾਹਿਬ ਦੇਵੋਗੇ ਆਨਸਰ, ਫਿਰ ਉਹਦੇ ਬਾਅਦ ਚੀਮਾ ਸਾਹਿਬ ਆ ਜਾਣਗੇ ਕੁਐਸਚਨ ਕਰ ਲੈਣਗੇ। ਹਾਂ ਬਿਲਕੁਲ ਜੀ। ਜਿਹੜੇ ਜੀਵਨ ਗਿੱਲ ਜੀ ਹੋਣੇ ਕਿਹਾ ਨੇ ਕੰਸਲਟੇਸ਼ਨ ਵਿਦ ਦਾ ਪੀਪਲ ਹੋਣੀ ਚਾਹੀਦੀ, ਕੋਈ ਪੋਲਿਸੀ ਬਣਾਉਣੀ ਆ। ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਜਾਂ ਨਹੀਂ ਪਤਾ, ਮੈਨੂੰ ਪਤਾ ਨਹੀਂ ਇਹਦੇ ਬਾਰੇ, ਕਿਉਂਕਿ ਜਦੋਂ ਹੁਣ ਸਾਡੀ ਸਰਕਾਰ ਬਣੀ ਹੈਗੀ ਆ ਤਾਂ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਹੈਗੀ ਆ, ਜਿੰਨੇ ਵੀ ਐਮਐਲਏ ਸਾਹਿਬਾਨ ਹੈਗੇ ਆ ਜਾਂ ਮਿਨਿਸਟਰ ਹੈਗੇ ਆ, ਵੀ ਤੁਸੀਂ ਚੰਡੀਗੜ੍ਹ ਨਹੀਂ ਬਹਿਣਾ ਹੈਗਾ, ਤੁਸੀਂ ਪਿੰਡਾਂ ਵਿੱਚ ਜਾਣਾ, ਆਪਣੇ ਪਿੰਡਾਂ ਜਾਣਾ, ਉੱਥੇ 3-3 4-4 ਪਿੰਡਾਂ ਲੋਕੀ ਇਕੱਠੇ ਕਰਕੇ ਜਿਹੜੇ ਉਹਨਾਂ ਸਮੱਸਿਆਵਾਂ ਹੈਗੀਆਂ ਉਹ ਤੁਸੀਂ ਉੱਥੋਂ ਲੈ ਕੇ ਆਉਣੀਆਂ, ਕੋਸ਼ਿਸ਼ ਕਰਨੀ ਹੈ ਕਿ ਸਾਡ ਅਫਸਰ ਜਿਹੜਾ ਤੁਹਾਡੇ ਨਾਲ ਹੋਵੇ ਉੱਥੇ, ਔਰ ਔਨ ਦਾ ਸਪੌਟ ਜਿਹੜੀ ਹੈਗੀ ਸਮੱਸਿਆ ਹੱਲ ਕੀਤੀ ਜਾਵੇ। ਸੋ ਜਿਹੜੀ ਵੀ ਪਾਲਿਸੀ ਡਰਾਫਟ ਕੀਤੀ ਜਾਏਗੀ ਜਾਂ ਪਾਲਿਸੀ ਬਣਾਈ ਜਾਣਗੀਆਂ, these all will be with the consultation of the people of Punjab। ਸੋ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੋਈ ਨਹੀਂ ਬਣਾਏ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੀ ਸਮੱਸਿਆ ਕੀ ਹੈਗੀ ਆ। ਇਸ ਕਰਕੇ ਜੇ ਸਹੀ ਸਮੱਸਿਆ ਦਾ ਪਤਾ ਲੱਗ ਜਾਵੇ ਤਾਂ ਸਰਕਾਰ ਅਕੋਰਡਿੰਗਲੀ ਜਿਹੜੇ ਹੈਗੇ ਆ ਉਹਦੇ ਰੂਲਸ ਐਂਡ ਰੈਗੂਲੇਸ਼ਨ ਬਣਾਏਗੀ। ਸੋ ਜੋ ਜੀਵਨ ਗਿੱਲ ਜੀ ਨੂੰ ਗੱਲ ਕਹੀ ਹੈਗੀ ਆ, ਮੈਂ ਉਹਨਾਂ ਗੱਲ ਨਾਲ ਸਹਿਮਤ ਹੈਗਾ ਆ। ਔਰ ਜੇ ਸਾਡੀ ਸਰਕਾਰ ਦੀ ਪਾਲਿਸੀ ਇਹੀ ਹੈਗੀ ਆ ਕਿ ਪਬਲਿਕ ਕੋਲ ਸਾਰੇ ਪੁੱਛ ਕੇ ਜਿਹੜੇ ਹੈਗੇ ਆ ਗਾਂ ਕਾਨੂੰਨ ਬਣਾਏ ਜਾਣਗੇ ਜੀ। ਓਕੇ ਚੀਮਾ ਸਾਹਿਬ। ਹਾਂਜੀ ਗਿੱਲ ਸਾਹਿਬ, ਮੈਂ ਨਵਾਂ ਕੁਐਸਚਨ ਕੋਈ ਨਹੀਂ ਪੁੱਛਾਂਗਾ, ਤੁਹਾਡੇ ਕੁਐਸਚਨ ਨੂੰ ਫਾਰਵਰਡ ਕਰਾਂਗਾ। ਤੇ ਮੱਲੀ ਸਾਹਿਬ ਨੇ ਹੁਣੇ ਜਵਾਬ ਵੀ ਦਿੱਤਾ ਕਿ ਗਵਰਨਮੈਂਟ ਦੀ ਪਾਲਿਸੀ ਹੈ ਕਿ ਸਾਰਿਆਂ ਨੂੰ ਪੁੱਛ ਕੇ ਸਲਾਹ ਕਰਕੇ ਕਰਾਂਗੇ, ਤੇ ਇਸੇ ਪਾਲਿਸੀ 'ਚ ਪਹਿਲਾਂ ਮੱਲੀ ਸਾਹਿਬ ਆਪ ਹੀ ਮੰਨ ਗਏ
ਤੇ ਉਹਨਾਂ ਦਾ ਸਪਸ਼ਟ ਹੀ ਜਵਾਬ ਤੇ ਵੀ ਹਾਂ ਇਹ ਪਾਲਿਸੀ ਨਾਲ ਮੈਂ ਸਹਿਮਤ ਨਹੀਂ, ਇਹਦਾ ਮਤਲਬ ਇਹਨਾਂ ਨੂੰ ਪੁੱਛਿਆ ਵੀ ਨਹੀਂ, ਇਹਨਾਂ ਦੀ ਸਲਾਹ ਵੀ ਨਹੀਂ, ਜਿਹੜਾ ਕਿ ਮੈਂ ਪਹਿਲਾਂ ਤੁਸੀਂ ਸਲਾਹ ਦਿੰਦੇ ਹੋ ਕਿ ਲੈਂਦੇ ਹੋ। ਤੇ ਗਰੇਵਾਲ ਸਾਹਿਬ ਨੇ ਵੀ ਬੜੀ ਸਫਾਈ ਨਾਲ ਇਹਨਾਂ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ, ਇਹਨਾਂ ਕੋਲ ਕੋਈ ਪੈਰਾਮੀਟਰ ਨਹੀਂ ਹੁੰਦੇ ਦੇਖਣ ਵਾਸਤੇ ਕਿਵੇਂ, ਤਾਂ ਗੌਰਮੈਂਟਾਂ ਕਾਹਦੇ ਵਾਸਤੇ ਨੇ? ਜਦੋਂ ਅਸੀਂ ਬਲੋ ਪਾਵਰਟੀ ਲੈਣ ਵਾਸਤੇ ਹੋਰ ਕਾਰਡ ਬਣਾਉਣੇ ਦੂਜੇ ਬਣਾਉਣੇ ਉਹ ਤਾਂ ਅਸੀਂ ਦੇ ਸਕਦੇ ਹਾਂ, ਇੱਥੇ ਵਾਈ ਦੇ ਕੈਨੋਟ ਚੈੱਕ ਇਟ। ਇਹਦਾ ਮਤਲਬ ਕੋਈ ਵੀ ਜਿੱਥੇ ਫੇਲ ਹੋਈ ਗੌਰਮੈਂਟ ਹੱਥ ਖੜੇ ਕਰਦੇ, ਸਾਡੇ ਕੋਲ ਜੀ ਇਨਫਰਾਸਟ੍ਰਕਚਰ, ਸਾਡੇ ਕੋਲ ਕੋਈ ਪ੍ਰੋਸੀਜਰ ਨਹੀਂ ਹੈਗਾ। who is to create that procedure ਤਾਂ ਇਹਨਾਂ ਨੇ ਕ੍ਰੀਏਟ ਕਰਨਾ ਹੈਗਾ। ਸੋ ਇਹ ਜਿਹੜਾ ਵੱਡਾ ਇਸ਼ੂ, ਬਾਕੀ ਜਿਹੜਾ ਸੀਗਾ ਹੁਣ ਇਹਨਾਂ ਨੇ ਇਹ ਵੀ ਕਹਿਤਾ ਕਿ ਮੈਂ ਕਹਿੰਦਾ ਠੀਕ ਆ ਪਾਲਿਸੀ ਕਿ 300 ਤੋਂ ਵੱਧ ਯੂਜ਼ ਕਰਦੇ ਆ ਤੇ ਉਹ ਪੇ ਕਰਨੇ ਚਾਹੀਦੇ, ਚਾਹੇ ਸਾਰੇ ਪੇ ਕਰਨੇ, ਮੀਨਸ ਇਹਨਾਂ ਇਨਸੈਂਟਿਵ ਹੋਗਾ ਭਾਈ ਤੁਸੀਂ ਇਹ ਸੇਵਿੰਗ ਕਰੋਗੇ ਤਾਂ ਤੁਹਾਨੂੰ ਬੈਨੀਫਿਟ ਮਿਲੇਗਾ, ਪਰ ਦੈਟ ਸ਼ੁੱਡ ਬੀ ਫਾਰ ਆਲ, ਉਹ ਸਾਰਿਆਂ ਵਾਸਤੇ ਹੋਣਾ ਚਾਹੀਦਾ। ਦੂਜਾ ਜਿਵੇਂ ਗੈਰੀ ਸਾਹਿਬ ਤੁਸੀਂ ਕਿਹਾ ਸੀਗਾ ਕਿ ਜਿਹੜੇ 100 ਏਕੜ 400 ਏਕੜ 1000 ਏਕੜ ਉਹਨਾਂ ਨੂੰ ਵੀ ਬਿਜਲੀ ਮਾਫ ਕੀਤੀ, ਉਹਦਾ ਕਿੱਥੇ ਜਸਟੀਫਿਕੇਸ਼ਨ ਕਿੱਥੇ ਹੈ? ਉਹ ਵਾਪਸ ਕਿਉਂ ਨਹੀਂ ਲੈ ਰਹੇ? ਰਾਈਟ, ਉਹ ਥਰਡ ਮੈਜੋਰਟੀ ਨਾਲ ਕਰ ਸਕਦੇ ਆ ਹੁਣ ਤਾਂ ਇਹਨਾਂ ਕੋਲ ਤਾਂ ਬੜੇ ਬਿਲਕੁਲ ਕਰ ਸਕਦੇ ਆ ਹੁਣ। ਅੱਛਾ ਇੱਥੇ ਮੈਂ ਇੱਕ ਕੁਐਸਚਨ ਐਡ ਕਰੂੰ, ਮੱਲੀ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਜਦੋਂ ਪੈਨਸ਼ਨਾਂ ਦੀ ਗੱਲ ਸੀ, ਇੱਕ ਸਟੇਟਮੈਂਟ ਮੱਲੀ ਸਾਹਿਬ ਨੇ ਸਟਾਰਟਿੰਗ ਪੈਨਸ਼ਨਾਂ ਦੀ ਗੱਲ ਕੀਤੀ ਸੀ, ਉਹ ਪੈਨਸ਼ਨਾਂ ਜੇ ਸਟਾਰਟ ਹੋਈਆਂ ਕਿ ਇੰਪਲੀਮੈਂਟ ਹੋਈਆਂ ਕਿ ਨਹੀਂ, ਉਹ ਕਹਿੰਦੇ ਵੀ ਜਦੋਂ ਬੈਨੀਫਿਟ ਰਹਿਣੇ ਉਹ ਤਾਂ ਫਟਾਫਟ ਪਾਸ ਕਰ ਲੈਂਦੇ ਆ, ਜਦੋਂ ਅਪੋਜ਼ ਕਰਨ ਉਦੋਂ ਪਾਸ ਨਹੀਂ। ਵੀ 92 ਮੈਂਬਰ ਤੇ ਆ, ਹੁਣ ਅਪੋਜ਼ ਕੌਣ ਕਰਦਾ? ਵਾਈ ਦੇ ਕੈਨ ਨਾਟ ਡੂ ਇਟ? ਮੈਂ ਇਹਦਾ ਆਨਸਰ ਦੇਣਾ ਗੈਰੀ ਜੀ, ਦੇਖੋ ਅੱਛਾ ਤੁਸੀਂ ਦੇ ਲੋ ਗੁਪਤਾ ਸਾਹਿਬ, ਤੁਸੀਂ ਵਿੱਚ ਚੀਮਾ ਸਾਹਿਬ ਨਾ ਆਈਡੀਅਲ ਵਰਲਡ ਚ ਰਹਿੰਦੇ ਨੇ, ਆਈਡੀਅਲ ਵਰਲਡ ਚ ਕਿਉਂ? ਦੇਖੋ ਜਿਹੜੀ ਪੰਜਾਬ ਚ ਐਗਰੀਕਲਚਰ ਨੂੰ ਸਬਸਿਡੀ ਦਿੰਦੀ ਜਾਂਦੀ ਨਾ ਪਾਵਰ ਦੀ, ਇਹ 70 ਸਾਲ ਦਾ ਰਿਕਾਰਡ ਹੈ। ਹੁਣ ਇਹ ਬੜਾ ਵੱਡਾ ਇਸ਼ੂ ਹੈ, ਕਿਉਂਕਿ ਦੇਖੋ ਇੱਕ ਮਿੰਟ ਸਰ, ਤੁਸੀਂ ਕੋਈ ਵੀ ਪਾਲਿਸੀਆਂ ਤਾਂ ਵੋਟਾਂ ਨਾਲ ਚੱਲਣੀ ਹੈ ਨਾ। ਕੱਲ ਨੂੰ ਤੁਸੀਂ ਕਹਿ ਦਿਓ ਜੀ ਅਸੀਂ ਤਾਂ 2 ਰੁਪਏ ਯੂਨਿਟ ਜਾਂ 4 ਰੁਪਏ ਯੂਨਿਟ ਐਗਰੀਕਲਚਰ ਤੋਂ ਲਾਵਾਂਗੇ, ਤੁਸੀਂ ਅਗਲੇ ਇਲੈਕਸ਼ਨ ਜਿੱਤਣਾ ਹੀ ਨਹੀਂ। ਸੋ ਕਈ ਵਾਰੀ ਨਾ ਤੁਹਾਨੂੰ ਦੇਖੋ, ਮੈਂ ਕਹਿੰਦਾ ਵੀ ਇਹ ਸਟੇਟ ਕੋ ਰੈਵਨਿਊ ਹੇਰਾ ਫੇਰੀਆਂ ਕਿਉਂ ਸਿਖਾਉਂਦੇ ਉਹਨਾਂ ਨੂੰ, ਉਹ ਨਹੀਂ ਜਾਣਦੇ। ਗੈਰੀ ਤੁਸੀਂ ਇੱਕ ਮਿੰਟ ਸੁਣੋ, ਕਈ ਵਾਰੀ ਨਹੀਂ, ਆਲ ਦਾ ਟਾਈਮ ਦਿਸ ਇਜ਼ ਵਰਕਿੰਗ, ਆਲ ਦਾ ਟਾਈਮ। ਉਹ ਪਹਿਲਾਂ ਸੁਣ ਤਾਂ ਲਓ, ਮੈਂ ਕਹਿੰਦਾ ਵੀ ਜੇ ਸਟੇਟ ਰੈਵਨਿਊ ਜਨਰੇਟ ਕਰ ਸਕਦੀ ਹੈ, ਤੁਸੀਂ 300 ਯੂਨਿਟ ਵੀ ਦਿਓ, 12ਵੀਂ ਤੱਕ ਸਿੱਖਿਆ ਵੀ ਫ੍ਰੀ ਕਰੋ। ਐਗਰੀਕਲਚਰ ਜਿਹੜੀ ਹੈ ਇੰਡੀਆ ਦੇ ਅੰਦਰ ਅੱਜ ਦੀ ਡੇਟ 'ਚ ਵੀ ਕੋਈ ਵਾਈਬਲ ਇਨਕਮ ਪ੍ਰੋਡਿਊਸਿੰਗ ਸੋਰਸ ਨਹੀਂ ਹੈ। ਜੇ ਤੁਸੀਂ ਉਹਦੀ ਡੀਜ਼ਲ ਦੇਖੋ, ਡੀਜ਼ਲ ਇਸ ਵੇਲੇ 94 ਰੁਪਏ ਚੱਲ ਰਿਹਾ ਹੈ, ਫਰਟੀਲਾਈਜ਼ਰ ਹਾਈ ਕਾਸਟ ਹੋ ਗਈ, ਇੰਟਰਸਟ ਰੇਟ ਉੱਪਰ ਚਲੇ ਗਏ, ਫਿਰ ਸਟੇਟ ਦਾ ਕੀ ਰੋਲ ਹੈ? ਦੇਖੋ ਐਗਰੀਕਲਚਰ ਸਬਸਿਡੀ ਦਾ ਤੁਹਾਨੂੰ ਪੰਜਾਬ ਦਾ ਜੇ ਤੁਸੀਂ ਨਹੀਂ ਇਮੀਡੀਏਟ ਕਰ ਸਕਦੇ। ਹਰਿਆਣੇ 'ਚ ਵੀ 50 ਪੈਸੇ ਯੂਨਿਟ ਐਗਰੀਕਲਚਰ 'ਚ। ਹੁਣ ਚੀਮਾ ਸਾਹਿਬ ਚਾਹੁੰਦੇ ਨੇ ਇਨਕਲਾਬ ਹੀ ਆ ਜਾਏ, ਉਹ ਸਾਰੇ ਇਨਕਲਾਬ ਇੰਨੇ ਫਾਸਟ ਨਹੀਂ ਹੁੰਦੇ। ਤੁਸੀਂ ਇਲੈਕਸ਼ਨ ਜਿੱਤਣਾ ਹੈ, ਹਾਰਨਾ ਹੈ, ਤੁਸੀਂ ਉਹ ਸੋਰਸ ਜਨਰੇਟ ਕਰਨੇ 1000 ਏਕੜ ਵਾਲੇ ਨੂੰ ਕਿਉਂ ਸਬਸਿਡੀ ਦੇ ਰਹੇ ਹੋ? ਦੈਟਸ ਮਾਈ ਕੁਐਸਚਨ। ਉਹ ਤਾਂ ਡਿਸਕਸ਼ਨ ਦਾ ਪੁਆਇੰਟ ਹੋ ਸਕਦਾ ਹੈ, ਹੋ ਨਹੀਂ ਸਕਦਾ ਗੁਪਤਾ ਸਾਹਿਬ, ਇਸ ਤਰ੍ਹਾਂ ਨਾ ਕਰੋ। ਠੀਕ ਹੈ, no excuse. I know that ਕਸ਼ਮੀਰ ਜੀ ਮੱਲੀ ਸਾਹਿਬ ਕੋਲੇ ਵਕੀਲ ਸਾਰੇ ਨੇ, ਇਹ ਤਾਂ 10 ਬੰਦੇ ਲਿਖ ਕੇ 50 ਬੰਦੇ ਲਿਖ ਕੇ ਦੇ ਦੇਣਗੇ, ਸਾਰਾ ਉਹ ਪਾਸ ਹੋ ਜਾਣਾ। ਤਾਂ ਦੱਸ ਦਿੰਦਾ ਮੈਂ, ਜਸ ਜੋਰਾ ਸਿੰਘ ਬੈਠੇ ਆ, ਗੱਲਬਾਤ ਹੋ ਗਈ ਆ। ਜਸ ਜੋਰਾ ਸਿੰਘ ਨਾਲ ਮੈਂ ਅੱਜ ਗੱਲ ਕੀਤੀ, ਨੈਕਸਟ ਵੀਕ ਉਹ ਆ ਰਹੇ ਆ ਮੇਰੇ ਕੋਲੇ, ਫਿਰ ਦੁਬਾਰਾ ਇੱਥੇ ਆਉਣਗੇ ਤੁਹਾਡੇ ਕੋਲ। ਇਹ ਇਸ਼ੂ ਡਿਸਕਸ ਕਰ ਲਓ ਗਰੇਵਾਲ ਸਾਹਿਬ। ਜਿਹੜੀ ਚੀਮਾ ਸਾਹਿਬ ਨੇ ਗੱਲ ਕਹੀ ਹੈ ਨਾ ਜੀ, ਜੇ ਇਲੈਕਟ੍ਰਿਸਿਟੀ ਬੜੇ ਜ਼ਿਮੀਂਦਾਰਾਂ ਨੂੰ ਦਿੱਤੀ ਜਾਂਦੀ ਹੈਗੀ ਹੈ ਨਾ ਜੀ, ਮੈਂ ਇਹਨਾਂ ਗੱਲ ਬਿਲਕੁਲ ਸਹਿਮਤ ਹੈਗੇ ਆ, ਪਰ ਸਾਨੂੰ ਟਾਈਮ ਤਾਂ ਮਿਲਣਾ ਚਾਹੀਦਾ ਨਾ ਜੀ। ਟਾਈਮ ਚਾਹੀਦਾ, ਜਿਹੜੀਆਂ ਪਬਲਿਕ ਦੇ ਜਾਣਗੀਆਂ। ਸੋ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੇ ਇਹਨੇ ਕਿਹਾ ਸਕਦਾ ਨਾ ਕੋਈ ਫੂਡ ਸਪਲਾਈ ਜਿਹੜੀ ਗੱਲ ਹੈਗੀ ਆ, ਜਿਹੜੀ ਫੂਡ ਸਪਲਾਈ ਹੈਗੀ ਆ ਉਹਦੇ ਬਾਅਦ ਬਹੁਤ ਕਪਲੇ ਹੋ ਰਹੇ ਹੈਗੇ ਆ। ਹੁਣ ਸਾਡੀ ਸਰਕਾਰ ਨੇ ਕੀ ਸੋਚਿਆ ਹੈਗਾ ਆ ਕਿ ਜਿਹੜੀ ਫੂਡ ਸਪਲਾਈ ਕਰਨੀ ਲੋਕਾਂ ਨੂੰ ਦੇਣੇ ਆ, ਆਪਣੇ ਰਾਸ਼ਨ ਦੇਣਾ, ਉਹ ਡੋਰ ਟੂ ਡੋਰ ਸਪਲਾਈ ਕਰਨਾ, ਤਾਂ ਕਿ ਜਿਹੜੇ ਸਹੀ ਹੈਗੇ ਆ ਲੋੜਵੰਦ ਬੰਦੇ ਉਹਨਾਂ ਦਿੱਤਾ ਜਾ ਸਕੇ। ਦੂਸਰੀ ਗੱਲ ਇਹ ਹੈਗੀ ਆ ਕਿ ਘੱਟੋ ਘੱਟ 1,27,650 ਪੈਨਸ਼ਨਰ ਏਦਾਂ ਦੇ ਹੈਗੇ ਜਿਹੜੇ ਮਰ ਚੁੱਕੇ ਹੈਗੇ ਆ ਜੀ। ਉਹਨਾਂ ਦੇ ਪੈਨਸ਼ਨਰ ਕੌਣ ਖਾ ਰਿਹਾ ਹੈਗਾ ਆ, ਉਹ ਸਾਰਾ ਵੈਰੀਫਾਈ ਕੀਤਾ ਜਾਏਗਾ। 1,27,650 ਪੈਨਸ਼ਨਰ ਮਰੇ ਹੈਗੇ ਆ, ਉਹਨਾਂ ਦਾ ਵੈਰੀਫਾਈ ਕਰਕੇ ਉਹਨਾਂ ਖਿਲਾਫ ਪਾਰਟੀ ਰਜਿਸਟਰ ਕੀਤੇ ਜਾਣਗੇ, ਫਿਰ ਤੁਸੀਂ ਉਹਨਾਂ ਤੋਂ ਪੈਸੇ ਰਿਫੰਡ ਕੀਤੇ ਜਾਣਗੇ। ਉਸ ਕਰਕੇ ਜਿਹੜੇ ਸਾਡੇ ਪਾਲਿਸੀ ਹੈਗੇ ਬਿਲਕੁਲ ਸਹੀ ਪਾਲਿਸੀ ਅਡਾਪਟ ਕਰ ਰਹੇ ਹੈਗੇ ਆ, ਪਰ ਸਾਨੂੰ ਟਾਈਮ ਤਾਂ ਮਿਲਣਾ ਚਾਹੀਦਾ ਨਾ। 1 ਮਹੀਨੇ ਵਿੱਚ ਕੀ ਜਵਾਬ ਦੇਦਾ ਤੁਸੀਂ। ਮੈਂ ਗੱਲ ਕਰਾਂ ਰੈਵਨਿਊ ਗੱਲ ਕਰਨੀ ਚਾਹੁੰਦਾ ਜੀ। ਜਿਹੜਾ ਮਾਫੀਆ ਰਾਜ ਪੰਜਾਬ ਵਿੱਚ ਚੱਲਦਾ ਸਕਦਾ ਨਾ ਜੀ, ਘੱਟੋ ਘੱਟ ਐਟਲੀਸਟ 95,000 ਰੁਪਏ ਸਾਲ ਦਾ ਇਹਨਾਂ ਲੋਕਾਂ ਜੇਬਾਂ ਜਾਂਦਾ ਸੀਗਾ ਜੀ। ਚਾਹੇ ਉਹ ਟਰਾਂਸਪੋਰਟ ਮਾਫੀਆ ਹੈਗਾ ਜੀ, ਚਾਹੇ ਉਹ ਰੇਤ ਮਾਫੀਆ ਹੈਗਾ ਆ, ਚਾਹੇ ਉਹ ਸੈਂਡ ਮਾਫੀਆ ਹੈਗਾ ਆ, ਚਾਹੇ ਹੋਰ ਕਿਸੇ ਤਰ੍ਹਾਂ ਮਾਫੀਆ ਹੈਗਾ।
ਹੁਣ ਜੇ ਟਰਾਂਸਪੋਰਟ ਪਾਲਿਸੀ ਹੈਗੀ ਆ, ਤੁਹਾਨੂੰ ਪਤਾ ਜਿਹੜੇ ਪਹਿਲੇ ਪਾਲਿਸੀ ਹੈਗੇ ਆ ਪ੍ਰਾਈਵੇਟ ਜਿਹੜੀ ਟਰਾਂਸਪੋਰਟ ਪਾਲਿਸੀ ਹੈ, ਜਿਹੜੀ ਪ੍ਰਾਈਵੇਟ ਟਰਾਂਸਪੋਰਟ ਹੈਗੀ ਆ ਲਾਸਟ ਉਹ 99% ਹੈਗੀ ਆ ਉਹ ਪੋਲੀਟੀਸ਼ੀਅਨ ਦੀ, ਚਾਹੇ ਉਹ ਕਾਂਗਰਸੀ ਹੈਗੇ ਆ ਚਾਹੇ ਅਕਾਲੀ ਹੈਗੇ ਆ, 99% ਪ੍ਰਾਈਵੇਟ ਟਰਾਂਸਪੋਰਟ ਇਹਨਾਂ ਲੋਕਾਂ ਦੀ ਹੈਗੀ ਆ। ਇਹਨਾਂ ਲੋਕਾਂ ਨੇ ਕੀ ਕੀਤਾ, ਪੰਜਾਬ ਦੇ ਜੋ ਸੀਗੇ ਸਰਕਾਰ ਕਰਾਈ ਇਹਨਾਂ ਨੇ, ਇਹਨਾਂ ਰੋਡਵੇਜ਼ ਜਾਣ ਕੇ ਫੇਲ ਕੀਤੀ, ਰੋਡਵੇਜ਼ ਜਾਣ ਕੇ ਫੇਲ ਕੀਤੀ। ਉਹ ਇੱਕ ਇੱਕ ਪਰਮਿਟ ਤੇ 10 ਬੱਸਾਂ ਇਹਨਾਂ ਲੋਕਾਂ ਦੇ ਚੱਲਦੀਆਂ ਹੈਗੀਆਂ ਆ। ਜਿਹੜੀਆਂ ਹੁਣ ਬੱਸਾਂ ਫੜੀਆਂ ਜਾ ਰਹੀਆਂ ਹੈਗੀਆਂ ਆ ਉਹਨਾਂ ਨੂੰ ਕੰਪਾਊਂਡ ਕੀਤਾ ਜਾ ਰਿਹਾ ਹੈ ਥਾਣੇ ਦੇ ਵਿੱਚ। ਉਹ ਜਿਹੜਾ ਰੈਵਨਿਊ ਹੈਗਾ ਆ ਉਹ ਸਾਰਾ ਜਨਰੇਟ ਹੋ ਰਿਹਾ ਹੈਗਾ ਆ। ਇਸ ਕਰਕੇ ਟਰਾਂਸਪੋਰਟ ਵੀ ਅਡਾਪਟ ਵਧੀਆ ਕੀਤੀ ਜਾਏਗੀ। ਬਾਕੀ ਵੀ ਜਿਹੜੇ ਹੈਗੇ ਆ ਲੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਸਾਰਾ ਜਿਹੜਾ ਉਹ ਹਲੇ ਖਤਮ ਕੀਤਾ ਜਾਗੇ। ਇੱਕ ਦਿਨ ਤੱਕ ਖਤਮ ਨਹੀਂ, ਰੋਮ ਵਾਜ਼ ਨਾਟ ਬਿਲਟ ਇਨ ਅ ਡੇ। ਠੀਕ ਹੈ ਜੀ। ਸੋ ਇਸ ਕਰਕੇ ਪਲੀਜ਼ ਗਿਵ ਮੀ ਟਾਈਮ, ਬਿਲਕੁਲ ਸਹੀ ਕਰੇਗੇ। ਪੰਜਾਬ ਨੂੰ ਹੌਲੀ ਸਾਲ 2 ਸਾਲ ਦੇ ਵਿੱਚ ਪੰਜਾਬ ਨੂੰ ਬਿਲਕੁਲ ਲੀਹਾਂ ਤੇ ਲੈ ਕੇ ਆਵਾਂਗੇ। ਮੈਂ ਕਹਿੰਦਾ ਬਿਲਕੁਲ ਰਿਪੀਟ ਨਹੀਂ ਹੁਣ ਕਰਨਾ, ਤੁਸੀਂ ਬਿਲਕੁਲ ਸੁਣ ਗਏ ਚੀਮਾ ਸਾਹਿਬ ਕੀ ਕਹਿ ਰਹੇ ਕੁਝ। ਮੈਂ ਸਿਰਫ ਸੁਜੈਸ਼ਨ ਹੀ ਦੇਣਾ ਸੀਗਾ। ਮੱਲੀ ਸਾਹਿਬ ਨੇ ਬੜਾ ਸੋਹਣਾ ਇਹਨਾਂ ਨੇ ਜਿਸਕਾ ਕੀਤਾ ਕਿ ਪ੍ਰਾਈਵੇਟ ਟਰਾਂਸਪੋਰਟ ਹੀ ਹੈ, ਉਹਨਾਂ ਨੇ ਕਪੜਾ ਕੀਤਾ ਹੋਊਗੀ ਆਗੇ ਛੱਕ ਗਏ। ਸੋ ਇੱਕ ਸੁਜੈਸ਼ਨ ਹੀ ਮੱਲੀ ਸਾਹਿਬ ਨੂੰ, ਹੁਣੇ 1000 ਸਾਰੇ ਲਾਇਰ ਵੀ ਇਕੱਠੇ ਨੇ ਗਰੁੱਪ ਚੰਗਾ, ਇਹ ਰਿਕਮੈਂਡ ਕਰ ਦੇਣ ਕਿ ਜੇ ਪ੍ਰਾਈਵੇਟਾਈਜੇਸ਼ਨ ਜਿਹੜੀ ਟਰਾਂਸਪੋਰਟ ਖਤਮ ਕਰਕੇ ਸਰਕਾਰੀ ਟਰਾਂਸਪੋਰਟ ਕਰ ਦੇਣ। ਇਸ ਦੇ ਗਵਰਨਮੈਂਟ ਕੈਨ ਡੂ, ਇਹ ਵਿਲਿੰਗ ਪਾਵਰ ਚਾਹੀਦੀ ਹੈ। ਇਹ ਚੀਮਾ ਸਾਹਿਬ ਹਰਿਆਣੇ ਵਿੱਚ ਕੋਈ ਪ੍ਰਾਈਵੇਟ ਬੱਸ ਸਰਵਿਸ ਹੈ ਨਹੀਂ ਜੀ। ਸਰ ਮੈਂ ਸੁਜੈਸ਼ਨ ਹੀ ਦੇ ਰਿਹਾ, ਤੁਸੀਂ ਪਲੀਡ ਕਰੋ। ਨਹੀਂ ਵੇਖੋ ਚੀਮਾ ਸਾਹਿਬ give the time to the government. Okay ji, okay. हो गया। Charjit Grewal, go ahead. ਚੀਮਾ ਸਾਹਿਬ, you not asking viable questions. ਤੁਸੀਂ ਤਾਂ ਕਹਿੰਦੇ ਵੀ ਆਹ ਅੱਜ ਹੀ ਕਰ ਦੋ, ਆਹੀ ਅੱਜ ਹੀ ਕਰ ਦੋ, ਆਹੀ ਅੱਜ ਹੀ ਕਰ ਦੋ। ਗਵਰਨਮੈਂਟ ਇਸ ਤਰ੍ਹਾਂ ਗਵਰਨਮੈਂਟਾਂ ਨਹੀਂ ਚੱਲਦੀਆਂ ਹੁੰਦੀਆਂ। ਅਸੀਂ ਬਾਹਰ ਰਹਿੰਦੇ ਹਾਂ, ਪ੍ਰਾਈਵੇਟ ਸੈਕਟਰ ਵੀ ਹੈਗਾ, ਗਵਰਨਮੈਂਟ ਸੈਕਟਰ ਵੀ ਹੈਗਾ, ਕੰਪੀਟੀਸ਼ਨ ਚੱਲਦਾ। ਰਾਈਟ। ਤੁਸੀਂ ਅੱਜ ਹੀ ਕਹਿ ਦਿਓ ਜੀ ਉੱਥੇ ਸਾਰੀਆਂ ਪ੍ਰਾਈਵੇਟ ਆਪਣਾ ਸੈਕਟਰ ਨੂੰ ਬੱਸਾਂ ਬੰਦ ਕਰਨੀਆਂ ਨੇ, ਲੋਕਾਂ ਨੇ ਤਾਂ ਰੋਡਾਂ ਤੇ ਆ ਜਾਣਾ। ਤੁਸੀਂ ਉੱਥੇ ਉਹਨਾਂ ਨੇ ਤਾਂ ਇੱਕ ਕਹਿੰਦਾ ਅਸੀਂ ਮੈਂ ਪੇਕੇ ਜਾਣਾ, ਮੈਂ ਸਹੁਰੇ ਜਾਣਾ। ਮੇਰੀ ਸੁਜੈਸ਼ਨ ਪੜ੍ਹੇ ਲਿਖੇ ਬੰਦੇ ਤੁਸੀਂ ਇਸ ਤਰ੍ਹਾਂ ਗੱਲ ਕਰ ਰਹੇ ਹੋ। ਤੁਸੀਂ ਕੰਟਰੀ ਚਲਾਉਣਾ ਕਿ ਦੇਸ਼ ਚਲਾਉਣਾ? ਨਹੀਂ, ਚੀਮਾ ਸਾਹਿਬ ਨੂੰ ਚੀਫ ਮਿਨਿਸਟਰ ਬਣਾ ਦਿਓ। ਗਰਿਆ ਸਾਹਿਬ ਗੱਲ ਮੈਂ ਇਹ ਨਹੀਂ ਕਹਿ ਰਿਹਾ, ਮੈਂ ਸੁਜੈਸ਼ਨ ਦੇ ਰਿਹਾ, ਮੈਂ ਨਹੀਂ ਕਹਿ ਰਿਹਾ ਅੱਗੇ ਲਾਗੂ ਕਰੋ। ਲਿਸਨ ਇਟ ਇਜ਼ ਅ ਪਾਰਟ ਆਫ ਡਿਸਕਸ਼ਨ। ਤੁਸੀਂ ਤੁਹਾਡਾ ਸੁਜੈਸ਼ਨ ਆਇਆ ਕਿ ਇਸ ਦੇ ਸਾਹ ਪ੍ਰਾਈਵੇਟ ਟ੍ਰਾਂਸਫਰ ਦੋਨਾਂ ਨੇ ਚੱਲਣਾ। ਸਰ ਸੁਣ ਲਓ ਲਿਸਨ ਮੀ। ਤੁਹਾਡਾ ਸੁਜੈਸ਼ਨ ਠੀਕ ਹੈ ਕਿ ਦੋਨਾਂ ਨੇ, ਪ੍ਰਾਈਵੇਟ ਨੇ ਵੀ ਤੇ ਪਬਲਿਕ ਨੇ ਕੋਐਗਜ਼ਿਸਟ ਕਰਨਾ। ਮੈਂ ਕਹਿੰਦਾ ਠੀਕ ਹੈ, ਪਰ ਜੇ ਇਦਾਂ ਨਹੀਂ ਹੋ ਸਕਦਾ ਤੇ ਉਹਦੇ ਪ੍ਰਾਈਵੇਟ ਦੇ ਮੁਕਾਬਲੇ ਪਬਲਿਕ ਨੂੰ ਇੰਨਾ ਸਟਰੈਂਥਨ ਕਰ ਦੋ ਕਿ ਲੂਜ਼ ਨਾ ਕਰੇ। ਪੰਜਾਬ ਸਰਕਾਰ ਨਵੀਆਂ ਬੱਸਾਂ ਪਾ ਰਹੀ ਹੈਗੀ ਆ ਔਰ ਠੀਕ ਹੈ ਸਰ, ਮੈਂ ਤਾਂ ਸੁਜੈਸ਼ਨ ਹੀ ਦੇ ਰਿਹਾ। ਗਰੇਵਾਲ ਸਾਹਿਬ, ਨਾ ਤਾਂ ਚੰਡੀਗੜ੍ਹ ਦਾ ਇਸ਼ੂ, ਨਾ ਪਾਣੀਆਂ ਦਾ ਇਸ਼ੂ, ਨਾ ਇਹ ਇਸ਼ੂ। ਇਹ ਅਸੀਂ ਰੌਂਗ ਟੌਪ ਤੇ ਜਾ ਰਹੇ ਹਾਂ। ਇਸ਼ੂ ਹੈਗਾ ਹਾਊ ਟੂ ਕ੍ਰੀਏਟ ਚੰਡੀਗੜ੍ਹ ਵਾਲੇ ਪਹਿਲਾਂ ਮਤਾ ਪਾਸ ਹੋ ਚੁੱਕਾ ਵਿਧਾਨ ਸਭਾ ਵਿੱਚ। ਚੰਡੀਗੜ੍ਹ ਬਾਰੇ ਮਤਾ ਪਾਸ ਕਰ ਚੁੱਕੀ ਹੈ ਸਾਡੀ ਸਰਕਾਰ। ਚਲੋ ਛੱਡੋ ਪਰੇ, ਹੋਰ ਇਸ਼ੂ ਨਹੀਂ ਹੈ ਸਰ। ਪਿਸ਼ੌਰਾ ਸਿੰਘ ਜੀ ਦੇਖੋ ਪਾਰਟਿਸਿਪੇਸ਼ਨ ਕਪੂਰ ਸਾਹਿਬ ਫਿਰ ਆਉਣਗੇ ਫਿਰ ਥੋੜੇ। ਹਾਂਜੀ ਬੋਲੋ। ਪਾਰਟਿਸਿਪੇਸ਼ਨ ਜਿਹੜੀ ਆ ਉਹ ਤਾਂ ਇਜ਼ ਵੈਲਕਮ ਫਰੋਮ ਆਲ ਸਾਈਡਸ। ਉਹ ਪ੍ਰਾਈਵੇਟ ਹੋਵੇ, ਉਹ ਕਾਰਪੋਰੇਟ ਹੋਵੇ, ਉਹ ਕੁਝ ਵੀ ਹੋਵੇ। ਸਵਾਲ ਤਾਂ ਇਹ ਹੈ ਵੀ ਰੂਲ ਜਿਹੜੇ ਆ ਨਾ ਗੇਮ ਦੇ, ਉਹਦੇ ਤੇ ਕੰਟਰੋਲ ਕੀਤਾ। ਉਹ ਪਾਲਿਸੀ ਜਿਹੜੀ ਹੈ ਨਾ ਦੈਟ ਵਿਲ ਡਿਕਟੇਟ। ਮੈਂ ਕਹਿੰਦਾ ਸਰਕਾਰੀ ਮਹਿਕਮੇ ਵੀ ਸਟਰੈਂਥਨ ਕਰੇ, ਆਮ ਆਦਮੀ ਪਾਰਟੀ ਪ੍ਰਾਈਵੇਟ ਸੈਕਟਰ ਵੀ ਸਟਰੈਂਥਨ ਕਰੇ, ਬਟ ਦੇ ਸ਼ੁੱਡ ਆਲ ਪਲੇ ਬਾਈ ਦ ਰੂਲ। ਉਹ ਰੂਲ ਜਿਹੜੇ ਆ ਨਾ ਉਹ ਉਹਨਾਂ ਦੀ ਮਦਦ ਲਓ ਨਾਲ। ਬੇਸ਼ੱਕ ਉਹ ਵੋਟ ਹੋਵੇ ਜਿਹੜੇ ਰਲ ਕੇ ਪਾਲਿਸੀ ਬਣਾਉਂਦੇ ਆ, ਫਿਰ ਸਾਰੇ ਬੰਦੇ ਜਿਹੜੇ ਉਹਨੂੰ ਕਮਿਟਡ ਹੋਣ, ਉਹਦੇ ਦੇ ਵਿਲ ਪਲੇ ਬਾਈ ਦ ਰੂਲਸ। ਤੇ ਸਾਰੇ ਸੈਕਟਰ ਜਿੰਨਾ ਚਿਰ ਉਹਦੇ ਵਿੱਚ ਹਿੱਸਾ ਨਹੀਂ ਪਾਉਂਦੇ ਉਹਨਾਂ ਚਿਰ ਆਪਾਂ ਨਹੀਂ ਨਾ ਤਰੱਕੀ ਕਰ ਸਕਦੇ। ਜੇ ਤੁਸੀਂ ਪਬਲਿਕ ਨੂੰ ਬਾਹਰ ਹੀ ਕਰ ਦਿਓਗੇ, ਸਾਰੇ ਕੰਮ ਸਰਕਾਰ ਫਿਰ ਨਹੀਂ ਕਰੇਗੀ, ਕਰ ਨਹੀਂ ਸਕੇਗੀ। ਐਜੂਕੇਸ਼ਨ ਦੇ ਵਿੱਚ ਵੀ ਲਿਆਓ ਉਹਨਾਂ ਨੂੰ, ਹੈਲਥ ਵਿੱਚ ਵੀ ਲਿਆਓ ਉਹਨਾਂ ਨੂੰ, ਟਰਾਂਸਪੋਰਟ ਵਿੱਚ ਵੀ ਲਿਆਓ ਉਹਨਾਂ ਨੂੰ। ਜਿਹੜੇ ਜੋ ਮਰਜ਼ੀ ਕਰੋ, ਪਰ ਉਹ ਜਿਹੜੇ ਰੂਲਸ ਨੇ ਨਾ ਉਹ ਸਰਕਾਰ ਬਣਾਵੇ ਔਰ ਉਹਦੇ ਤੇ ਪਹਿਰਾ ਦੇਵੇ ਔਰ ਉਹਦੀ ਅਕਾਊਂਟੇਬਿਲਿਟੀ ਹੋਵੇ, ਉਹਦੀ ਪਾਰਦਰਸ਼ਤਾ ਹੋਵੇ। ਜੀਵਨ ਜੀ ਫਿਰ ਆਉਣਾ ਪਹਿਲਾਂ ਕਪੂਰ ਸਾਹਿਬ ਨੂੰ ਦੇ ਦਈਏ ਇੱਕ ਮਿੰਟ। ਕਪੂਰ ਸਾਹਿਬ ਤੁਸੀਂ ਕੀ ਅਬਜ਼ਰਵ ਕਰਦੇ ਆ, ਤੁਹਾਡਾ ਕੀ ਐਕਸਪੀਰੀਅੰਸ ਆ ਪਿਛਲੇ 2 ਵੀਕਾਂ ਦਾ? ਗੋ ਹੈਡ। ਜੀ ਮਾਫ ਕਰਨਾ, ਮੈਂ ਜ਼ਰਾ ਦੇਰ ਹੋ ਗਈ, ਕੋਈ ਮੀਟਿੰਗ ਚੱਲ ਰਹੀ ਸੀ। ਗੱਲ ਕਰੋ। ਨੈਵਰ ਬੀ ਲੇਟ, ਗੋ ਹੈਡ। ਹਾਂਜੀ, ਤੁਸੀਂ ਜਿਹੜੀ ਲਿਸਟ ਭੇਜੀ ਨਾ ਉਹ ਬੜੀ ਇੰਪ੍ਰੈਸਿਵ ਲਿਸਟ ਹੈਗੀ ਹੈ। 10-11 ਕਹਿੰਦਾ ਚੀਜ਼ਾਂ ਦੇ ਬਾਰੇ ਤੁਸੀਂ ਜ਼ਿਕਰ ਕੀਤਾ ਹੈ। ਇਟਸ ਅ ਵੈਰੀ ਇੰਪ੍ਰੈਸਿਵ ਲਿਸਟ। ਦੇ ਡੂ ਨੀਡ ਅ ਟਾਈਮ। ਮੇਰੀ ਇੱਕ ਹੀ ਆਬਜ਼ਰਵੇਸ਼ਨ ਹੈ, ਜਿਸ ਤਰ੍ਹਾਂ ਕਿ 25,000
ਜੌਬਸ ਉਹਨਾਂ ਨੂੰ ਚਾਹੀਦੀਆਂ 25,000 ਦੈਟਸ ਅ ਵੈਰੀ ਗੁੱਡ। ਲੇਕਿਨ ਮੇਰਾ ਇਹ ਸੁਝਾਅ ਹੈ ਕਿ ਬਈ ਇਹ ਸਰਕਾਰੀ ਮਹਿਕਮਿਆਂ ਦੇ ਵਿੱਚ ਕਹਿਣਾ ਜੌਬ ਜਿਹੜੀ ਕ੍ਰੀਏਟ ਕਰਨਾ ਵਰਸਸ ਪ੍ਰਾਈਵੇਟ ਇੰਡਸਟਰੀ ਪ੍ਰਾਈਵੇਟ ਸੈਕਟਰ 'ਚ they should be encouraging more of the private industry in the private sector ਕਿਉਂਕਿ ਕਹਿਣਾ ਦੀ economy ਜਿਹੜੀ ਹੈ ਨਾ ਉਹ ਆਪਣੇ ਗਵਰਨਮੈਂਟ ਦੇ ਮਹਿਕਮਿਆਂ ਦੇ ਨਾਲ economy ਨਹੀਂ ਬਣਦੀ। It is only due to the industry and the business and agriculture ਜਿਹੜੇ ਹੈਗੇ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਕਹਿਣਾ ਜੌਬ ਜਿਹੜੀਆਂ ਹੈ ਕ੍ਰੀਏਟ ਕਰਨ ਉਹ ਜ਼ਿਆਦਾ ਅੱਛਾ ਰਹੇਗਾ ਉਹਨਾਂ ਨੂੰ in the long run this is my observation। ਬਾਕੀ ਆਪਣੇ ਹੈ ਕਿ ਬਈ ਫ੍ਰੀ ਐਜੂਕੇਸ਼ਨ ਹੋਵੇ ਤੇ ਜ਼ਿਆਦਾ ਅੱਛਾ ਹੈ ਤੇ ਮੈਡੀਕਲ ਹੈਲਥ ਫॉर ਆਲ ਹੈਲਥ ਕੇਅਰ ਫॉर ਆਲ ਉਹ ਵੀ ਕਹਿਣਾ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਬਈ I have not seen the list actually ਕਿ we do the people have access to health care okay that is very important। ਬਾਕੀ ਇਹ ਹੈ ਕਿ ਬਈ law and order ਮੈਂ ਦੇਖਿਆ ਕਿ ਬਈ ਗੈਂਗਸਟਰ ਦੇ ਬਾਰੇ ਤੁਸੀਂ ਇੱਕ ਲਿਸਟ ਭੇਜੀ ਹੈ ਉਹ ਵੀ ਇੱਕ ਬੜਾ ਅੱਛਾ ਪੁਆਇੰਟ ਹੈ ਕਿਉਂਕਿ unemployed young people can get into the gangs also। ऐसे फ्रेस्नो ਦੇ ਵਿੱਚ ਇਹੀ ਹੋ ਰਿਹਾ ਹੈ ਕਿ we have lot of unemployed young people and they are all actually in the gangs here and there's a big gang war going on। ਅੱਜ ਆਪਣੇ ਮੇਅਰ ਨੇ ਇੱਥੇ ਕਹਿਣਾ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦਿੱਤੀ ਉਹਨਾਂ ਨੇ ਕਹਿਣਾ ਸਾਰੇ ਕਹਿਣਾ all the guns they have confiscated they have prevented the mass shooting ਆਪਣੀ ਇੱਥੇ ਹੋਣ ਵਾਲੀ ਸੀਗੀ they prevented that ਕਿ law and order ਤੇ ਵੀ ਇਹਨਾਂ ਨੂੰ ਜ਼ਰਾ ਖਿਆਲ ਕਰਨਾ ਚਾਹੀਦਾ ਆਪਣੇ। ਬਾਕੀ ਲਿਸਟ ਜਿਹੜੀ ਕਿ ਬੜੀ ਅੱਛੀ ਹੈ ਇਹ ਮਾਨ ਸਾਹਿਬ ਜਿਹੜੇ ਨੇ ਬੜੇ ਅਕਲਮੰਦ ਬੰਦੇ ਨੇ ਲੱਗਦੇ ਨੇ ਬੜੇ ਸਟੇਟਸਮੈਨ I consider him a statesman actually not a politician but I consider a statesman that he is looking for the future of Punjab so that's a very good thing in my viewpoint। Thank you ਪ੍ਰੋਫੈਸਰ ਸਾਹਿਬ ਡਾਕਟਰ ਸਾਹਿਬ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਹਨੂੰ ਪ੍ਰੈਜ਼ੈਂਟ ਕੀਤਾ ਹੈਗਾ। ਭਗਵੰਤ ਮਾਨ ਕਰੇਗਾ ਕੁਛ ਨਾ ਕੁਛ ਲੱਗਦਾ ਮੈਨੂੰ ਜਿਹੜਾ ਲੱਗਿਆ ਹੋਇਆ ਉਹ ਟਾਈਮ ਮੈਂ ਸਰ ਜਵਾਬ ਦੇਣਾ ਚਾਹੁੰਦਾ ਹੈਗਾ ਸੁਣਨ ਗੱਲ ਦਾ ਜੀ। ਮੇਰੀ ਗੱਲ ਤਾਂ ਇਹਦੇ ਭਗਵੰਤ ਮਾਨ ਜੀ ਹੈਗੇ ਨਾ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਇੰਡੀਆ ਦੇ ਟੌਪ ਦੇ 5 MPs ਹੈਗਾ ਹੀ ਵਾਸ ਵਨ ਆਫ them ਪਾਰਲੀਮੈਂਟ ਵਿੱਚ ਜੇ ਪਾਰਲੀਮੈਂਟੇਰੀਅਨ ਟੌਪ ਦੇ 5 ਹੈ ਇੰਡੀਆ ਦੇ he was one of them though he has to resign for the post of CM। ਤੇ ਦੂਸਰੀ ਗੱਲ ਇਹ ਹੈਗੀ ਆ ਜਿਹੜੀ ਹੈਲਥ ਦਾ ਇਹਦੀ ਗੱਲ ਕੀਤੀ ਹੈਲਥ ਫਾਰ ਆਲ ਐਂਡ ਐਜੂਕੇਸ਼ਨ ਫਾਰ ਆਲ ਇਹਦੀ ਪਾਲਿਸੀ ਅਸੀਂ ਵਿਦ ਵੀਕ ਔਰ ਵਿਦ 2 ਵੀਕਸ ਜਿਹੜੀ ਅਡਾਪਟ ਕੀਤੀ ਜਾ ਰਹੀ ਹੈਗੀ ਆ। ਹੈਲਥ ਦੇ ਮੁਤਲਕ ਵੀ ਜਿਹੜੀ ਹੈਗੀ ਆ ਫ੍ਰੀ treatment to all the people of Punjab there will be and education ਵੀ ਇਸ ਤਰ੍ਹਾਂ ਹੈਗੀ ਆ ਜਿਹੜੀ ਐਜੂਕੇਸ਼ਨ ਸਿਸਟਮ ਹੈਗਾ ਆ ਉਹ ਦਿੱਲੀ ਸਤਰ ਤੇ ਜਿਹੜਾ ਹੈਗਾ ਆ ਬਿਲਕੁਲ ਕੀਤਾ ਜਾਵੇਗਾ ਜਿੱਥੇ ਗਵਰਨਮੈਂਟ ਸਕੂਲ ਹੈਗੇ ਆ ਗਵਰਨਮੈਂਟ ਦੇ ਕਾਲਜਸ ਹੈਗੇ ਗਵਰਨਮੈਂਟ ਯੂਨੀਵਰਸਿਟੀ ਹੈਗੀਆਂ ਇਹਨਾਂ ਪਹਿਲੇ ਪੋਲੀਟੀਸ਼ੀਅਨਸ ਜਾਣ ਕੇ ਫੇਲ ਕੀਤੇ ਹੈਗੇ ਆ ਇਹਨਾਂ ਨੇ ਆਪਣੇ ਪ੍ਰਾਈਵੇਟ ਸਕੂਲ ਪ੍ਰਾਈਵੇਟ ਕਾਲਜਸ ਪ੍ਰਾਈਵੇਟ ਯੂਨੀਵਰਸਿਟੀ ਖੋਲੀਆਂ ਆ ਤਾਂ ਕਿ ਉੱਥੇ ਇੰਨੀ ਮਹਿੰਗੀ ਹੈਗੀ ਐਜੂਕੇਸ਼ਨ ਕਿ ਗਰੀਬ ਪਰਿਵਾਰ ਦਾ ਜਿਹੜਾ ਕੋਈ ਬੱਚਾ ਉੱਥੇ ਪੜ੍ਹੇ ਜਾ ਸਕਦਾ। ਸਾਡੀ ਸਰਕਾਰ ਕੀ ਕੰਮ ਜਾ ਰਹੀ ਹੈਗੀ ਆ ਜੇ ਗਵਰਨਮੈਂਟ ਸਕੂਲ ਹੈਗੇ ਆ ਗਵਰਨਮੈਂਟ ਕਾਲਜਸ ਹੈ ਗਵਰਨਮੈਂਟ ਯੂਨੀਵਰਸਿਟੀ ਹੈਗੀਆਂ ਉਹਨਾਂ ਦੁਆਰਾ ਰਿਵਾਈਵ ਕਰਕੇ ਐਜੂਕੇਸ਼ਨ ਸਾਰੇ ਫ੍ਰੀ ਦੇ ਕੇ ਦੇਵਾਂਗੇ ਤਾਂ ਕਿ ਹਰੇਕ ਜਿਹੜਾ ਬੱਚਾ ਹੈਗਾ ਐਜੂਕੇਸ਼ਨ ਲੈ ਸਕੇ। ਅਗਰ ਜਿਸ ਦੇਸ਼ ਦੇ ਵਿੱਚ ਅਨਪੜ੍ਹਤਾ ਹੈਗੀ ਆ ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ। ਸੋ ਸਾਡੀ ਜੇ ਪਾਲਿਸੀ ਹੈਗੀ ਆ ਕਿ ਹਰੇਕ ਨੂੰ ਫ੍ਰੀ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਹਰੇਕ ਨੂੰ ਫ੍ਰੀ ਹੈਲਥ ਸਹੂਲਤਾਂ ਜਿਹੜੀ ਹੈਗੀਆਂ ਤਾਂ ਕਿ ਹੈਲਥ ਤੇ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਪਹਿਲੇ ਚੱਲਣ ਤਾਂ ਕਿ ਲੋਕਾਂ ਦਾ ਭਲਾ ਇਹਦੇ ਵਿੱਚ ਹੋਣਾ ਹੈਗਾ ਆ। ਦੂਸਰੀ ਗੱਲ ਇਹਨੇ ਇਹ ਕਹੀ ਹੈਗੀ ਆ ਕਿ ਪ੍ਰਾਈਵੇਟ ਸੈਕਟਰ ਵਿੱਚ ਜਿਹੜੇ ਜੌਬਾਂ ਦੀਆਂ ਹੋਣੇ ਚਾਹੀਦੀਆਂ ਇਹ ਵੀ ਸਾਡੀ ਪਾਲਿਸੀ ਹੈਗੀ ਆ ਕਿ ਪ੍ਰਾਈਵੇਟ ਸੈਕਟਰ ਵਿੱਚ ਜੌਬਾਂ ਕ੍ਰੀਏਟ ਕੀਤੀਆਂ ਜਾਣਗੀਆਂ ਨਾਲ ਗਵਰਨਮੈਂਟ ਦੇ ਜਿਹੜੇ ਗਵਰਨਮੈਂਟ ਵਿੱਚ ਜੌਬਾਂ ਕ੍ਰੀਏਟ ਕੀਤੀਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਜਿਹੜੀ ਅਨਪਲਾਇਡ ਹੈ ਯੂਥ ਹੈਗੀ ਆ ਉਹਨਾਂ ਨੂੰ ਅਪਲਾਈ ਮਿਲ ਸਕੇ ਔਰ ਆਪਣੇ ਕੰਮ ਕਰਕੇ ਆਪਣੇ ਪਰਿਵਾਰ ਪਾਲ ਸਕਣ ਜੀ। ਓਕੇ ਮੱਲੀ ਸਾਹਿਬ ਆਪਣੇ ਹੁਣ ਜੀਵਨ ਜੀ ਆਉਂਦੇ ਨੇ ਉਸ ਤੋਂ ਬਾਅਦ ਕਪੂਰ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਕਿਹਾ ਜੌਬਸ ਕ੍ਰੀਏਟ ਕਰਨੀਆਂ ਤੁਸੀਂ ਇੰਡਸਟਰੀ ਵੈਸੇ ਤਾਂ ਅਸੀਂ ਤਾਂ ਖਤਮ ਕਰਤੀ ਆ ਪੰਜਾਬ ਨੂੰ ਦਿੱਤੀ ਆ ਬੜੇ ਚਿਰ ਤੇ 20 ਸਾਲ ਦੇ ਵਿੱਚ ਸਾਰੇ ਇੱਧਰ ਉੱਧਰ ਚਲੇ ਗਈ ਆ ਉਹ ਤਾਂ ਮੁੜ ਕੇ ਨਹੀਂ ਆਏਗੀ ਮੈਨੂੰ ਲੱਗਦਾ ਨਾਲੇ ਬਾਰਡਰ ਸਟੇਟ ਕਰਕੇ ਰੌਲਾ ਡਰਾਉਂਦੇ ਲੋਕਾਂ ਨੂੰ ਬਹੁਤ ਨੇ। ਦੂਏ ਨੰਬਰ ਦੇ ਉੱਪਰ ਮੈਂ ਕਪੂਰ ਸਾਹਿਬ ਨਾਲ ਬਿਲਕੁਲ ਐਗਰੀ ਕਰਦਾ ਕਿ ਜੌਬਸ ਭਗਵੰਤ ਮਾਨ ਨੇ ਵੀ ਲਿਖਿਆ ਕਿ ਜੌਬ ਵਿਲ ਬੀ ਕ੍ਰੀਏਟਡ ਫॉर ਯੂਥ ਪੀਪਲ ਉਹ ਟੈਰਰਿਸਟ ਹੀ ਬਣਨੇ ਨੇ ਫਿਰ ਉਹ ਲੜਾਈਆਂ ਝਗੜੇ ਗੈਂਗ ਬਣਨੇ ਆ। ਵੈਰੀ ਗੁੱਡ। ਅੱਛਾ ਤੁਹਾਨੂੰ ਅਸੀਂ ਕੀ ਕਰ ਸਕਦੇ ਐਜ਼ ਏ NRI ਤੁਹਾਨੂੰ ਨਾ ਮੈਨੂੰ ਲੱਗਦਾ ਇਹ ਬੌਦਰ ਨਹੀਂ ਕਰਦੇ NRI ਦੀ ਮਦਦ ਬਹੁਤ ਕੀਤੀ ਆ ਇੱਥੇ ਉਹਨਾਂ ਦੇ 5-6 ਬੰਦੇ ਇੱਥੇ ਵੀ ਬੈਠੇ ਨੇ ਜਿਹੜੇ ਜਿਨ੍ਹਾਂ ਨੇ ਬੜੇ ਮਿਲੀਅਨ ਡਾਲਰ ਇਕੱਠਾ ਕਰਕੇ ਪਿਛਲੀ ਵਾਰੀ ਦਿੱਤਾ ਸੀਗਾ। I know a lot of people here। ਅਸੀਂ ਕੋਸ਼ਿਸ਼ ਇਹ ਕਰ ਰਹੇ ਹੈਗੇ ਆ
ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਨਾ ਜਿਹੜੀ ਫੂਡ ਪ੍ਰੋਸੈਸਿੰਗ ਹਾਂਜੀ। ਬਿਕਾਜ਼ ਐਗਰੀਕਲਚਰ ਸਟੇਟ ਹੈਗੀ ਆ, ਇਹਨੂੰ ਇੱਕ ਮਾਡਲ ਬਣਾਉਣਾ ਚਾਹੀਦਾ, ਜਿਹੜਾ ਕਿ ਮੈਂ ਇੱਥੇ ਕੁਝ ਲੋਕਾਂ ਨਾਲ ਗੱਲ ਕਰ ਰਿਹਾ, ਚਰਨਜੀਤ ਬਾਠ ਨਾਲ ਵੀ ਕੀਤੀ ਹੈ, ਤਾਂ ਆਪਣੇ ਹਰਭਜਨ ਸਮਰਾ ਹੈਗੇ ਨੇ, ਕੁਝ ਇਸ ਤਰ੍ਹਾਂ ਹੋਰ ਬੰਦੇ ਆ, ਕਿ ਤੁਹਾਨੂੰ ਫੂਡ ਪ੍ਰੋਸੈਸਿੰਗ ਦਾ ਇੱਕ ਮਾਡਲ ਹੋਣਾ ਚਾਹੀਦਾ, ਜਿਹੜਾ ਕਿ ਇੱਕ ਪਿੰਡ 'ਚ ਬਣ ਗਿਆ, ਦੂਜੇ 'ਚ, ਤੀਏ 'ਚ ਵੱਧਦਾ ਤੇ ਲੋਕ ਇਨਵੈਸਟਮੈਂਟ ਪ੍ਰਾਈਵੇਟ ਕਰਨੀ ਸ਼ੁਰੂ ਕਰ ਦੇਣਗੇ। ਆਈ ਥਿੰਕ ਦਾ ਦੀ ਬੈਸਟ ਵੇ ਟੂ ਡੂ ਇਟ। ਉਹ ਜੇ ਤੁਸੀਂ ਤਦ ਕਰੋਗੇ ਜੇ ਤੁਸੀਂ ਰਿਸਪੈਕਟ ਕਰੋਗੇ ਸਾਡੀ NRI ਦੀ। ਜੇ ਤੁਸੀਂ ਪੁਰਾਣੇ ਜ਼ਮਾਨੇ ਵਾਂਗੂ ਸਾਡੀ ਕਿਆਰੀ ਨਹੀਂ ਕਰਨੀ ਹੈ, ਗੀੜਾ ਗੂੜਾ ਕੱਢ ਕੇ ਆ ਗਏ, ਤੇ ਇਹਨਾਂ ਨੂੰ ਪਤਾ ਹੈਗਾ, ਗੁਪਤਾ ਸਾਹਿਬ ਨੂੰ ਮੈਂ 2 ਸਾਲ ਲਾਏ ਨੇ ਉੱਥੇ, ਨਾਲੇ ਮੇਰੀ ਇੰਨੀ ਅਪਰੋਚ ਸੀਗੀ, ਫਿਰ ਵੀ ਮੈਂ ਸਕਸੈਸ ਨਹੀਂ ਹੋ ਸਕਿਆ। ਤੇ ਚਲੋ ਲੈਟ ਵੀ ਸਟਾਰਟ ਵਿਦ ਜੀਵਨ ਜੀ ਨੂੰ ਅੱਧਾ ਮਿੰਟ ਜ਼ਰੂਰ ਦੇਵਾਂ, ਫਿਰ ਉਸ ਤੋਂ ਬਾਅਦ ਤਾਂ ਮਿੰਟ ਜੀਵਨ ਜੀ ਨਾਰਾਜ਼ ਹੋਣ ਜਾਂ ਕੈਨੇਡਾ ਵਾਲੇ ਨੇ। ਠੀਕ ਹੈ, ਮੈਂ ਜੀਵਨ ਜੀ ਤੋਂ ਬਾਅਦ ਮੇਰਾ ਤੁਹਾਡੀ ਫਿਰ ਉਸ ਤੋਂ ਬਾਅਦ ਹਾਂ। ਅਨਦਰ ਜਿਹੜਾ ਹੁਣ ਡਿਸਕਸ਼ਨ ਦੇ ਵਿੱਚੋਂ ਹੀ ਪੁਆਇੰਟ ਆਇਆ ਹੈਗਾ, ਇੱਕ ਤਾਂ ਜਿਹੜਾ ਨਾ ਮੀਡੀਆ ਦੇ ਵਿੱਚ ਪ੍ਰੋਪਰ ਇਨਫੋਰਮੇਸ਼ਨ ਦਾ ਚੈਨਲ ਖੁੱਲਣਾ ਚਾਹੀਦਾ ਹੈਗਾ, ਉਹ ਥੋੜਾ ਜਿਹਾ ਵੀਕਨੈਸ ਅਸੀਂ ਵੇਖ ਰਹੇ ਹੈਗੇ ਆ, ਕਿਉਂਕਿ ਉਹ ਮੋਦੀ ਸਟਾਈਲ ਦੇ, ਹੁਣ ਭਗਵੰਤ ਸਿੰਘ ਮਾਨ ਵੀ ਮੋਦੀ ਸਟਾਈਲ ਦੇ ਚੱਲ ਗਏ, ਆਪਦੇ ਆਫਿਸ ਤੋਂ ਅਨਾਉਂਸਮੈਂਟ ਕਰਤੀ। ਜਿੰਨਾ ਚਿਰ ਮੀਡੀਆ ਤੁਹਾਨੂੰ ਰੀਬਟਲ ਨਹੀਂ ਕਰਦਾ ਕੁਐਸਚਨ, ਉਹਨਾਂ ਚਿਰ ਕਲੈਰਿਟੀ ਨਹੀਂ ਹੁੰਦੀ ਹੈਗੀ। ਇਹਦੇ ਤੇ ਵੱਲ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਣਾ ਚਾਹੀਦਾ ਹੈਗਾ, ਤਾਂ ਕਿ ਵੀ ਜਿਹੜਾ ਚੌਥਾ ਪਿਲਰ ਹੈਗਾ ਉਹਨੂੰ ਅਸੀਂ ਲਾਈਵ ਕਰ ਸਕੀਏ ਵੀ that is what is providing a real information to the people। ਤੇ ਉਸ ਦੇ ਨਾਲ ਦੀ ਨਾਲ ਹੀ ਹੈਗਾ ਜਿਹੜਾ ਜੌਬ ਕ੍ਰੀਏਸ਼ਨ ਦੇ ਵਿੱਚ ਹੈਗਾ, ਉਹਦੇ 'ਚ ਯਾਨੀ ਕਿ ਚਾਹੇ ਇਹਨਾਂ ਨੇ ਗਰੇਵਾਲ ਸਾਹਿਬ ਨੇ ਕਿਹਾ ਸੀਗਾ ਵੀ ਫੂਡ ਪ੍ਰੋਸੈਸਿੰਗ ਦਾ, ਹੋਰ ਵੀ ਕੋਈ ਵੀ ਇਨੀਸ਼ੀਏਟਿਵ ਹੈਗਾ, ਸਕੂਲਿੰਗ ਜਾਂ ਕੋਈ ਵੀ ਹੈਗਾ, ਉੱਥੇ ਤੁਸੀਂ ਯਾਨੀ ਕਿ ਬਾਹਰ ਜਿਹੜੇ ਆ NRIs ਬੈਠੇ ਹੈਗੇ ਆ, ਇੱਥੇ ਸਾਰੇ ਫੀਲਡ ਦੇ ਵਿੱਚ ਆਪਣੇ ਸਕਸੈਸਫੁਲ ਹੈਗੇ ਆ, ਉਹਨਾਂ ਨਾਲ ਕੰਸਲਟੇਸ਼ਨ ਕਰੋ, ਕੋਈ ਨਾ ਕੋਈ ਉਹਨਾਂ ਤੋਂ they are even willing to participate in their capacity to improve the economy of Punjab। ਇਸ ਚੀਜ਼ ਵੱਲ ਯਾਨੀ ਕਿ ਜਾਂ ਤੁਹਾਡਾ ਯਾਨੀ ਕਿ ਅੱਗੇ ਇਹਨਾਂ ਨੇ NRIs ਬਣਾਏ ਸੀਗੇ, ਚਾਹੇ ਥਾਣੇ ਸੀ, ਚਾਹੇ ਕੋਰਟ ਸਿਸਟਮ ਸੀਗਾ, ਉਹ ਵੀ ਹੁਣ ਰੀਬਟਲ ਕਰਨਾ, ਰਿਵਾਈਟਲਾਈਜ਼ ਕਰਨ ਵਾਲੀ ਹੈਗੇ ਆ, ਕਿਉਂਕਿ ਜਿਹੜੇ ਜਿੱਦੇ ਵੀ ਇੱਥੋਂ ਆਉਂਦੇ ਹੈਗੇ, ਜਦੋਂ ਇੱਕ ਵਾਰੀ ਉਹਨਾਂ ਨੂੰ ਮਾੜਾ ਐਕਸਪੀਰੀਅੰਸ ਹੁੰਦਾ ਹੈਗਾ, they will try to not to go back। ਉਹ ਕਹਿੰਦੇ ਵੀ ਚਲੋ ਜਿਹੜਾ ਗਿਆ ਉਹਨੂੰ ਛੱਡੋ ਖੜਾ, ਤੇ ਕਿਉਂਕਿ ਉੱਥੇ ਗਏ ਤਾਂ ਸਾਡਾ ਕੋਈ ਕੰਮ ਨਹੀਂ ਹੈਗਾ, ਉਹਦੇ ਵੱਲ ਜੇ ਧਿਆਨ ਦੇਣ ਤਾਂ ਇਹਦੇ ਨਾਲ ਅਸੀਂ ਪੰਜਾਬ ਨੂੰ ਕਾਫੀ ਇੰਪਰੂਵ ਕਰ ਸਕਦੇ ਹੈਗੇ। ਪਿਸ਼ੌਰਾ ਸਿੰਘ ਜੀ ਮੈਂ ਇਹ ਪਹਿਲਾਂ ਤਾਂ ਨਾ ਮਲਿਕ ਸਾਹਿਬ ਨੇ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਵੀ ਜਿਹੜੀ ਇੰਡਸਟਰੀ ਪੰਜਾਬ ਚ ਭੱਜ ਗਈ ਨਾ, ਉਹ ਚੰਗਾ ਹੀ ਹੋਇਆ, that is in your favor। ਜੇ ਇੰਡਸਟਰੀ ਹੁੰਦੀ ਨਾ ਤੇ ਉਹਨੇ ਵੀ ਪਤਾ ਨਹੀਂ ਕਿਹੋ ਜਿਹੇ ਹੈਬਿਟ ਜਿਹੜੇ ਪਲੇ ਕਰਨੇ ਸੀ, ਜਿਹੜਾ ਇੱਕ ਅੱਧਾ ਚੋ ਆਪਣਾ ਰਹਿ ਗਿਆ ਪੋਲਿਊਸ਼ਨ ਤੋਂ ਬਗੈਰ, ਉਹ ਵੀ ਪੋਲਿਊਟਡ ਹੀ ਹੋਣਾ ਸੀ, ਉਹ ਵੀ ਤੁਹਾਨੂੰ ਅਨਰੈਵਲ ਕਰਨਾ ਪੈਣਾ ਸੀ। ਐਟਲੀਸਟ ਹੁਣ ਤੁਸੀਂ ਇੰਡਸਟਰੀ ਨੂੰ ਲਿਆਓਗੇ ਤੇ ਕਲੀਨ ਸਲੇਟ ਤੋਂ ਲਿਆਓਗੇ। ਤੇ ਮੇਰੀ ਤੁਹਾਨੂੰ ਰეკਮੈਂਡੇਸ਼ਨ ਇਹ ਹੈ ਵੀ ਜੌਬ ਕ੍ਰੀਏਸ਼ਨ ਦੀ ਹੁਣੇ ਗੱਲ ਹੋਈ ਆ, ਮੈਕਸਿਮਮ ਜੌਬ ਕ੍ਰੀਏਸ਼ਨ ਸ਼ੁੱਡ ਬੀ ਇਨ ਦੀ ਐਗਰੀਕਲਚਰਲ ਸੈਕਟਰ। ਐਗਰੀਕਲਚਰ ਜਿਹੜਾ ਨਾ ਉਹ ਸਾਡੀ ਰੀੜ ਦੀ ਹੱਡੀ ਆ ਪੰਜਾਬ ਦਾ, ਤੇ ਕਲਚਰ ਹੀ ਜਿਹੜਾ ਨਾ ਉਹ ਐਗਰੀਕਲਚਰ ਆ। ਆਮ ਤੌਰ ਤੇ ਲੋਕੀ ਮਖੌਲ ਕਰਦੇ ਹੁੰਦੇ ਆ, ਪਰ ਉਹ ਦੈਟ ਇਜ਼ ਅ ਫੈਕਟ। ਆਵਰ ਕਲਚਰ ਇਨ ਪੰਜਾਬ ਇਜ਼ ਐਗਰੀਕਲਚਰ, ਔਰ ਇਹਦੇ ਵਿੱਚ ਇੰਨਾ ਸਕੋਪ ਹੈਗਾ ਜੌਬ ਕ੍ਰੀਏਸ਼ਨ ਦਾ। ਫੂਡ ਪ੍ਰੋਸੈਸਿੰਗ ਦੀ ਤੁਸੀਂ ਗੱਲ ਕੀਤੀ ਹੈ, ਤੇ ਸੱਚ ਏ ਵਾਸਟ ਸਬਜੈਕਟ, ਕਿ ਇੱਕ ਤਾਂ ਜੌਬਸ ਜਿਹੜੀਆਂ ਉਹ ਕ੍ਰੀਏਟ ਹੋਣਗੀਆਂ ਵੇਅਰ ਦੇ ਬਿਲੋਂਗ, ਜਿੱਥੇ ਪ੍ਰੋਡਿਊਸ ਹੋਣੀਆਂ ਚੀਜ਼ਾਂ ਉੱਥੇ ਹੀ ਉਹਦਾ ਜਿਹੜਾ ਉਹ ਪ੍ਰੋਸੈਸਿੰਗ ਹੋਵੇ। ਉਹਦੇ ਨਾਲ ਨੈਟਵਰਕ ਜਿਹੜਾ ਨਾ ਉਹ ਕਿੱਦਾਂ ਮਤਲਬ ਉਹ ਬਣੇਗਾ, ਉਹਦੇ ਨਾਲ ਤੁਹਾਨੂੰ ਜਿਹੜੇ ਤੁਹਾਡੇ 에ਅਰਪੋਰਟ ਨੇ ਉਹਦੇ ਇੰਟਰਨੈਸ਼ਨਲ ਲਾਇਸੈਂਸ ਬਣਾਉਣ ਵਿੱਚ, ਟ੍ਰੇਡ ਦੇ ਵਿੱਚ ਤੁਹਾਨੂੰ ਮਿਲੇਗੀ, ਉਹ ਫੈਸਿਲਿਟੀ ਮਿਲੇਗੀ। ਔਰ ਜਿਹੜਾ ਨੌਜਵਾਨ ਔਰ ਜਿਹੜੀ ਕੰਟਰੀ ਸਾਈਡ ਜਿਹੜੀ ਹੈ ਵਿਚ ਇਜ਼ ਬੀਇੰਗ ਸਕਡ ਇਨਟੂ ਬਿਗ ਸਿਟੀਜ਼, ਔਰ ਸ਼ਹਿਰਾਂ ਦਾ ਕੋਈ ਪਤਾ ਥੋੜ੍ਹੀ ਨਹੀਂ ਲੱਗ ਰਿਹਾ ਵੀ ਉਹ ਕਿੱਡੇ ਕੁ ਵੱਡੇ ਹੋ ਜਾਣਗੇ। they will become unmanageable if you did not care about the countryside। so countryside ਦੇ ਵਿੱਚ ਜਿੰਨੇ 60% ਲੋਕ ਰਹਿ ਗਏ ਨੇ, they should be kept in there। ਉਹ ਤਾਂ ਹੀ ਉਹ happily you can keep them there। ਜੇ if you take the ਜਿਸ ਤਰ੍ਹਾਂ ਤੁਸੀਂ ਫੂਡ ਲੋਕਾਂ ਦੇ ਘਰੇ ਲੈ ਕੇ ਜਾਣੀ ਹੈ ਨਾ, ਇਸੇ ਤਰ੍ਹਾਂ ਫੂਡ ਪ੍ਰੋਸੈਸਿੰਗ ਇੰਡਸਟਰੀ ਵੀ ਫਾਰਮਰ ਦੇ ਕੋਲ ਲੈ ਕੇ ਜਾਓ, ਉਹਦੇ ਫਾਰਮਾਂ 'ਚ ਲੈ ਕੇ ਜਾਓ। ਇਸੇ ਤਰ੍ਹਾਂ ਨੋਡਲ ਪੁਆਇੰਟਸ ਬਣ, ਇਸੇ ਤਰ੍ਹਾਂ ਹੀ ਉਹਦੇ 'ਚੋਂ ਮਾਰਕੀਟਿੰਗ ਹੋਵੇ, ਸਾਰਾ ਕੁਝ ਹੋਵੇ। ਔਰ ਮੈਂ ਬਾਰ-ਬਾਰ ਉਸ ਗੱਲ ਵਿੱਚ ਆ ਰਿਹਾ ਵੀ ਇਸ ਗਵਰਨਮੈਂਟ ਦੀ ਨੀਅਤ ਤੇ ਨੀਤੀ ਵਿੱਚ ਕੋਈ ਸ਼ੱਕ ਨਹੀਂ ਗਾ। ਤੁਹਾਡੇ ਨਾਲ ਬਹੁਤ ਲੋਕ ਮਿਲ ਜਾਣਗੇ ਜਿਨ੍ਹਾਂ ਕੋਲ ਨਵੇਂ ਆਈਡੀਆਜ਼ ਹੈਗੇ ਨੇ। ਸੋ ਸਟੇ ਓਪਨ ਟੂ ਦੈਮ। ਔਰ ਕਾਰਪੋਰੇਸ਼ਨ ਤੋਂ ਵੀ ਨਾ ਡਰੋ, ਉਹਨਾਂ ਨੂੰ ਵੀ ਲਿਆਓ ਆਪਣੇ ਨਾਲ, ਪਰ ਗਿਵ ਦੈਮ ਦਾ ਰੋਡ ਮੈਪ ਵੀ ਇਹਦੇ ਤੋਂ ਪੁੱਤਰੋ ਬਾਹਰ ਨਹੀਂ ਜਾਣਾ। ਇਹ ਤਾਂ ਜਿਹੜਾ ਬਾਹਰ ਜਾਊਗਾ ਨਾ ਉਹ
ਉਹ ਫਿਰ ਉੱਥੇ ਉਹਨੂੰ ਘੱਲਾਂਗੇ ਜਿੱਥੋਂ ਤੁਸੀਂ ਚਲੋ। ਆਉਣਾ ਵਾਪਸ। ਇੱਕ ਮਿੰਟ ਗੈਰੀ ਜੀ ਮੈਂ ਚਰਨਜੀਤ ਗੋਤਾ ਸਾਹਿਬ ਤੁਹਾਡਾ ਤੋਂ ਬਾਅਦ ਚਰਨਜੀਤ ਇੱਕ ਮਿੰਟ ਭਾਈ ਹਾਂ ਕੁਝ ਹਾਂਜੀ। ਕਹਿਣਾ ਚਾਹੁੰਦੇ ਮੈਂ ਅੱਜ ਕਹਿਣਾ ਚਾਹੁੰਦਾ ਸੀ ਕਿ ਇੱਕ ਆਪਾਂ ਇਹਨਾਂ ਨੂੰ ਜ਼ਰੂਰ ਚਾਂਸ ਮਿਲਣਾ ਚਾਹੀਦਾ, ਕਿਉਂਕਿ ਫਸਟ ਟਾਈਮ 75 ਸਾਲਾਂ ਦੇ ਵਿੱਚ ਮੇਰੀ ਉਮਰ ਵਿੱਚ ਇਹ ਪੰਜਾਬ ਦੇ ਵਿੱਚ ਇੱਕ ਗਵਰਨਮੈਂਟ ਆਈ ਹੈ ਜਿਨ੍ਹਾਂ ਦੀ ਨੀਤ ਸਾਫ਼ ਆ, ਬਿਲਕੁਲ ਬਹੁਤ ਸਾਫ਼ ਆ, ਬਹੁਤ ਸਾਫ਼ ਇਹ ਕੋਈ ਉਹਦੇ ਚ ਡਾਊਟ ਨਹੀਂ ਹੈਗਾ। ਬਿਲਕੁਲ। ਤੇ ਹੁਣ ਅਸੀਂ ਉਹਨਾਂ ਦੀ ਨੀਤ ਦੇ ਉੱਤੇ ਕੁਐਸਚਨ ਕਰੀ ਜਾਈਏ, ਸਾਡਾ ਨਹੀਂ ਉਹ ਕੁਐਸਚਨ ਚੱਲਣਗੇ ਕਰਨੇ ਪੈਣੇ ਪਰ ਦੂਜੇ ਪਾਸੇ ਇਹ ਆ ਜਿਹੜੀ ਆਪਣੇ ਪਿਸ਼ੌਰਾ ਜੀ ਨੇ ਆਖਿਆ ਕਿ ਫਾਰਮਿੰਗ ਵਾਸਤੇ ਜਿਹੜੀ ਇੰਡਸਟਰੀ ਲੱਗਣੀ ਚਾਹੀਦੀ ਆ, ਬੜੀ ਇੰਪੋਰਟੈਂਟ ਆ, ਕਿਉਂਕਿ ਸਾਡੇ ਤਾਂ ਪੰਜਾਬ ਦੇ ਵਿੱਚ ਹਜੇ ਉਹਨਾਂ ਦੁੱਧ ਹੀ ਨਹੀਂ ਅਸੀਂ ਪ੍ਰੋਡਿਊਸ ਕਰ ਰਹੇ ਜਿੰਨੇ ਸਾਡੀ ਡਿਮਾਂਡ ਆ। ਤੇ ਉਸ ਤੋਂ ਇਹ ਦੁੱਧ ਦੀ ਕਿੱਡੀ ਵੱਡੀ ਇੰਡਸਟਰੀ ਲੱਗ ਸਕਦੀਆਂ ਨੇ, ਪਰ ਆਰਟੀਫੀਸ਼ੀਅਲ ਦੁੱਧ ਆਰਟੀਫੀਸ਼ੀਅਲ ਖੋਆ ਪੰਜਾਬ ਜਾ ਕੇ ਵਿਕ ਰਿਹਾ, ਇਹ ਤੋਂ ਵੱਡੀ ਉਹ ਤਾਂ ਵੇਖੋ ਪਿਸ਼ੌਰਾ ਜੀ, ਮੈਂ ਤੁਹਾਨੂੰ ਡਿਸਟਰਬ ਨਹੀਂ ਕੀਤਾ ਪਲੀਜ਼। ਤੇ ਹੁਣ ਇਹਦੀ ਇੰਡਸਟਰੀ ਜਿਹੜੀ ਲੱਗਣੀ ਆ ਬਹੁਤ ਵੱਡੀ ਲੱਗ ਸਕਦੀ ਆ, ਪਰ ਤੁਹਾਨੂੰ ਪਤਾ ਕੱਟੀ ਤੋਂ ਮੱਝ ਬਣਨ ਵਾਸਤੇ ਕਿੰਨੇ ਸਾਲ ਲੱਗ ਜਾਂਦੇ ਨੇ। ਇਹ ਕੋਈ ਈਜ਼ੀ ਨਹੀਂ ਹੈਗਾ ਕੰਮ ਹੈਗਾ। ਤੇ ਮੱਝਾਂ ਤੇ ਗਊਆਂ ਕਿੱਥੋਂ ਆਉਣਗੀਆਂ ਉੱਥੇ? ਜੇ ਪੰਜਾਬ ਦੇ ਵਿੱਚ 1000 ਗਊ ਆ, ਉਹਨਾਂ ਨੇ 1000 ਨੇ 500 ਕੱਟੀ ਦਿੱਤੇ ਤੇ 400 ਝੋਟੇ ਦੇ ਦਿੱਤੇ ਤੇ ਕੱਟੀ ਤਾਂ 100 ਹੀ ਬਚੀ। ਮੇਰਾ ਮਤਲਬ ਕਹਿੰਦਾ ਕਿ ਇਹ ਹੁਣ ਹੌਲੀ ਇਹ ਸਿਰਫ ਪਹਿਲਾ ਕੰਮ ਕੀ ਆ ਜਿਹੜੀ ਉੱਥੇ ਸਾਡੇ ਕਰਪਸ਼ਨ ਛੇਤੀ ਬੰਦ ਹੋ ਸਕਦੀ ਆ। ਇਹਨਾਂ ਤੇ ਉਹ ਜ਼ੋਰ ਲਾ ਰਿਹਾ ਸੀਐਮ ਸਾਹਿਬ, ਕਰਪਸ਼ਨ ਤੇ, ਲੋਕਾਂ ਦੇ ਹੱਕਾਂ ਦੀ ਗੱਲ ਕਰ ਰਿਹਾ, ਇਹ ਛੇਤੀ ਹੋ ਸਕਦੀ ਆ। ਆਪਣੇ ਜਿਸ ਤਰ੍ਹਾਂ ਕੰਮ ਜਿਹੜੇ ਸਾਡੇ ਲੋਕੀ ਕੰਮ ਕਰਨ ਵਾਲੇ ਨੇ, ਆਫਿਸਰ ਬੈਠੇ ਨੇ ਸਾਡਿਆਂ, ਉਹਨਾਂ ਦੀ ਜਿਹੜੀਆਂ ਆਦਤਾਂ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਸ਼ਿਕੰਜਾ ਮੇਰਾ ਖਾਸ ਹਿਸਾਬ ਨਾਲ ਹਜੇ ਬਹੁਤ ਹੌਲੀ ਲਾ ਰਿਹਾ। ਬਹੁਤ ਸਖਤੀ ਹੋਣੀ ਚਾਹੀਦੀ ਆ, ਕਿਸੇ ਨੂੰ ਬਖਸ਼ਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਕਿ ਸਾਡੇ ਰਸ਼ੀਆ ਤੇ ਚਾਈਨਾ ਦੇ ਵਿੱਚ ਹੋਇਆ ਸੀ ਨਾ, ਇਸ ਤਰ੍ਹਾਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ। ਜਿੰਨੇ ਸਾਡੀਆਂ ਉੱਥੇ ਲੇਡੀਜ਼ ਬੈਠੀਆਂ ਨੇ, ਆਫਿਸਰ ਬਣੀਆਂ ਬੈਠੀਆਂ ਨੇ, ਬੰਦੇ ਸਾਡੇ ਬੈਠੇ ਨੇ ਅੰਦਰ, ਕਿਸੇ ਦਾ ਕੰਮ ਕਰਨ ਨੂੰ ਦਿਲ ਕਰਦਾ 에ਅਰ ਕੰਡੀਸ਼ਨ ਤੋਂ ਬਗੈਰ? ਨਹੀਂ, ਅੰਦਰ ਬੈਠੇ ਨੇ। ਭਗਵੰਤ ਮਾਨ ਕਰੇਗਾ, ਫਿਕਰ ਨਾ ਕਰ, ਮੈਨੂੰ ਆਈ ਨੋ ਦੈਟ। ਉਹ ਕਰਨ ਚਰਨਜੀਤ ਮੇਰੀ ਗੱਲ ਸੁਣੋ, ਤੇਰੇ ਜਿਹੜੇ ਐਮਐਲਏ ਆ ਸਾਰੇ ਬੈਠੇ ਨਾ ਪੰਜਾਬ ਦੇ ਵਿੱਚ, ਬਹੁਤ ਸਵੀਟ ਬੋਲਦੇ ਆ। ਤੂੰ ਐਨਆਰਈ ਨੇ ਫੋਨ ਕਰਕੇ ਨਾ ਥੋੜਾ ਜਿਹਾ ਸਪੋਰਟ ਕਰਦਾ, ਮੈਨੂੰ ਪਤਾ ਹਾਰਡ ਕਰਕੇ। ਯਾਰੀ ਮੈਂ ਇੱਕ ਦੋ ਪੁਆਇੰਟ ਗੱਲਾਂ ਸਹੀ ਕਰਦੇ ਆ ਜੀ, ਚਰਨਜੀਤ ਗਰੇਵਾਲ ਗੱਲਾਂ ਸਹੀ ਕਰਦੇ ਹੈਗੇ ਆ। ਮੈਂ ਪਿਸ਼ੌਰਾ ਸਿੰਘ ਜੀ ਦਾ ਜਵਾਬ ਦਿੰਦਾ। ਅੱਛਾ ਚਲੋ। ਮੋਦੀ ਜੀ ਨੇ ਮਨ ਦੀ ਬਾਤ ਨੇ ਕੁਐਸਚਨ ਪੁੱਛਿਆ ਇੱਕ ਬੱਚੇ ਨੇ ਕਿ ਬਈ ਸਾਨੂੰ ਜਿਹੜਾ ਐਗਜ਼ਾਮ ਚ ਨਾ ਸਵਾਲ ਹੁੰਦਾ, ਮੁਸ਼ਕਿਲ ਵਾਲਾ ਕਰਨਾ ਚਾਹੀਦਾ, ਆਸਾਨ ਵਾਲਾ ਕਰਨਾ ਚਾਹੀਦਾ। ਮੋਦੀ ਐਵਰੇਜ ਜਿਹਾ ਬੰਦਾ, ਉਹ ਕਹਿੰਦਾ ਮੁਸ਼ਕਿਲ ਵਾਲਾ ਕੰਮ ਕਰੋ। ਸਭ ਤੋਂ ਫੰਡਾਮੈਂਟਲ ਰੂਲ ਹੈ ਇਕਨੋਮੀ ਦਾ, ਐਗਜ਼ਾਮ ਦਾ, ਕਿ ਪਹਿਲਾਂ ਸਭ ਤੋਂ ਆਸਾਨ ਕਰੋ ਤਾਂ ਕਿ ਜਲਦੀ ਹੋ ਜਾਓ, ਉਸ ਤੋਂ ਬਾਅਦ ਜਿਹੜਾ ਡਿਫਿਕਲਟ ਕੰਮ ਲੇਟਰ ਆਉਣਾ ਹੈ। ਦਿਸ ਇਜ਼ ਫਸਟ ਪੁਆਇੰਟ। ਸੈਕੰਡਲੀ, ਮੈਂ ਗਰੇਵਾਲ ਸਾਹਿਬ, ਮੈਂ ਤੁਹਾਡੀ ਗੱਲ ਕਹਿਤੀ। ਨੰਬਰ 2, ਇੱਕ ਗੱਲ ਮੇਰੀ ਰਿਕੁਐਸਟ ਹੈ ਕਿ ਭਾਈ ਪੰਜਾਬ 'ਚ ਨਾ ਛੁੱਟੀਆਂ ਜ਼ਿਆਦਾ ਨਾ ਕਰੋ। ਤੁਸੀਂ ਹੁਣ ਭਗਤ ਸਿੰਘ ਦੀ ਮਾਰਚ 1 ਦੀ ਛੁੱਟੀ ਕਰਤੀ, ਤੁਸੀਂ ਲੋਕਾਂ ਨੂੰ ਕਹੋ ਭਾਈ ਭਗਤ ਸਿੰਘ ਦੀ ਜੇ ਆਈਡੀਅਲ ਬਣਾਉਣਾ ਪੰਜਾਬ 'ਚ, ਜੇ ਤੁਸੀਂ ਟੋਟਲ ਛੁੱਟੀਆਂ ਲੈ ਲਓ ਨਾ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੈਂ ਤਾਂ ਚੰਡੀਗੜ੍ਹ ਪੜ੍ਹਾਉਂਦਾ ਰਿਹਾ, ਅਸੀਂ ਦਫ਼ਤਰ ਜਾਣਾ, ਪੰਜਾਬ DPI ਕਾਲਜ, ਬੁੱਧਵਾਰ ਛੁੱਟੀ ਹੈ, ਸੋਮ ਮੰਗਲਵਾਰ ਵੀ ਨਹੀਂ ਕੋਈ ਆ ਰਿਹਾ ਤੇ ਵੀਰ ਸ਼ੁੱਕਰ ਨਹੀਂ ਆ ਰਿਹਾ। ਜਮੀਰ ਮੱਲੀ ਸਾਹਿਬ, ਤੁਸੀਂ ਕਲੋਜ਼ ਕਰ ਦਿਓ 2 ਮਿੰਟ ਦੇ ਵਿੱਚ ਆਪਣਾ, ਫਿਰ ਟਾਈਮ ਦੀ ਥੋੜਾ। ਪਹਿਲੀ ਗੱਲ ਤਾਂ ਮੈਂ ਜਿੰਨੇ ਵੀ ਐਨਏ ਤੁਹਾਡੇ ਬੈਠੇ ਹੈਗੇ ਆ ਗੈਸਟ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ। ਉਹਨਾਂ ਨੇ ਬਹੁਤ ਵਧੀਆ ਸਾਨੂੰ ਸੁਜੈਸ਼ਨ ਦਿੱਤੇ ਹੈਗੇ ਆ, ਔਰ ਅਸੀਂ ਉਹਨਾਂ ਸੁਜੈਸ਼ਨ ਤੇ ਬਿਲਕੁਲ ਉਹਨਾਂ ਨੂੰ ਫੋਲੋ ਕਰਾਂਗੇ। ਪੰਜਾਬ ਵਿੱਚ ਜਿਹੜਾ ਹੈਗਾ ਬਿਲਕੁਲ ਲੋਕਾਂ ਦਾ ਰਾਜ ਹੋਏਗਾ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨੂੰ ਬਹੁਤ ਵਧੀਆ ਸੁਜੈਸ਼ਨ ਦਿੱਤੇ ਹੈਗੇ, ਜਿਹੜੇ ਕਿ ਅਸੀਂ ਇੰਪਲੀਮੈਂਟ ਕਰਾਂਗੇ ਜੀ। ਬਹੁਤ ਮਿਹਰਬਾਨੀ ਜੀ। ਮੈਂ ਲਾਸਟ ਕੁਐਸਚਨ ਹੈ ਮੱਲੀ ਸਾਹਿਬ ਨੂੰ ਦੇਣਾ ਚਾਹੁੰਦਾ, ਜਸਟ ਫੂਡ ਫॉर ਥਾਟ। ਨੈਕਸਟ ਟਾਈਮ ਅਸੀਂ ਮਿਲੀਏ ਤੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੂੰ ਜ਼ਰੂਰ ਲੈ ਕੇ ਆਇਓ। ਹਾਂ, ਮੈਂ ਅੱਜੇ ਗੱਲ ਕਰ ਲੂੰਗਾ ਜੀ। ਮੇਰੇ ਬਹੁਤ ਗੁੱਡ ਦੋਸਤ ਹੈਗੇ ਆ, ਨਾਲ NRI ਦੇ ਡਿਪਾਰਟਮੈਂਟ ਦੇ ਇੰਚਾਰਜ ਵੀ ਹੈਗੇ ਜੀ। ਉਹ ਰੂਰਲ ਡਿਵੈਲਪਮੈਂਟ ਪਲਾਨ ਅਸੀਂ ਉਹਨਾਂ ਕੋਲੋਂ ਸੁਣਨਾ ਚਾਹੁੰਦੇ ਹਾਂ, ਤੇ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਰੂਰਲ ਡਿਵੈਲਪਮੈਂਟ ਪਲਾਨ ਦੇ ਵਿੱਚ, ਉਹ ਕਿੱਥੇ ਖਲੋਤੀਆਂ ਨੇ, ਕਿਸ ਤਰ੍ਹਾਂ ਹੁੰਦੀਆਂ ਨੇ, ਤੇ ਉਹਨਾਂ ਤੋਂ ਅਸੀਂ ਰੋਡ ਮੈਪ ਜਿਹੜਾ ਨਾ ਉਹ ਸੁਣਨਾ ਚਾਹੁੰਦੇ ਹਾਂ। ਰੂਰਲ ਠੀਕ ਹੈ, ਕੋਈ ਗੱਲ ਨਹੀਂ, ਮੈਂ ਨੈਕਸਟ ਟਾਈਮ ਪੱਕੇ ਹੋਣਗੇ ਜੀ। ਉਹ
ਫੁੱਲ ਪਰਸੈਂਟ ਮੈਂ ਦਿਆਂਗੇ। ਅੱਗੇ ਗੱਲ ਕਰ ਲੂੰਗਾ ਨਾਲ। ਅੱਛਾ ਨੈਕਸਟ ਵੀਕ ਦੇ ਵਿੱਚ ਜਸਟਿਸ ਜੋਰਾ ਸਿੰਘ ਜੀ ਆ ਰਹੇ ਆ, ਤੁਸੀਂ ਵੀ ਨਾਲ ਕੋਸ਼ਿਸ਼ ਕਰਨਾ ਜੇ ਟਾਈਮ ਹੋਏ ਤੁਹਾਡੇ ਕੋਲ ਆਉਣ ਦਾ। ਚਰਨਜੀਤ ਜੀ ਹਾਫ ਮਿੰਟ। ਹਾਂਜੀ ਚਰਨਜੀਤ ਵੇਖੋ ਜੀ, ਚਰਨਜੀਤ ਗਰੇਵਾਲ ਹਾਫ ਮਿੰਟ। ਹਾਂਜੀ ਹਾਂਜੀ ਇਸ ਤੇ ਉੱਥੇ ਜਿਹੜੀ ਕਰਪਸ਼ਨ ਜਿਹੜੀ ਹੈ ਬਹੁਤ ਵੱਡੀ ਬਿਮਾਰੀ ਆ, ਉਹ ਛੇਤੀ ਬੰਦ ਹੋ ਸਕਦੀ ਆ। ਕਰਪਸ਼ਨ ਜਿਹੜੀ ਪ੍ਰੋਡਿਊਸ ਕਿਸੇ ਕੋਈ ਚੀਜ਼ ਕਰਨੀ ਆ ਉਹਨੂੰ ਟਾਈਮ ਲੱਗੂਗਾ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਤੁਸੀਂ ਦੇਖੋ ਵੀ ਜਿਹੜਾ ਲੋਕਲ ਸੜਕਾਂ ਬਣਦੀਆਂ ਨੇ ਉਹ ਮੰਡੀਕਰਨ ਦੇ ਥੱਲੇ ਆਉਂਦੀਆਂ ਨੇ, ਉਹ ਸਾਰਾ ਪੈਸਾ ਉੱਥੋਂ ਇਕੱਠੇ ਕਰਦੇ ਨੇ, ਉਹ ਜਿਹੜਾ ਪ੍ਰਧਾਨ ਜਾਂ ਲੱਗਿਆ ਹੁੰਦਾ ਉਹੀ ਸਾਰੇ ਖਾ ਜਾਂਦੇ ਨੇ। ਤੇ ਸੜਕਾਂ ਵਧੀਆ ਨਹੀਂ ਬਣਦੀਆਂ ਹੈਗੀਆਂ ਪਿੰਡਾਂ ਦੀ ਜਿਹੜੀ ਸੜਕਾਂ ਨੇ। ਹੁਣ ਤੁਹਾਨੂੰ ਅਸੀਂ ਪ੍ਰੂਵ ਕਰਕੇ ਦਿਖਾਵਾਂਗੇ। ਸਾਡਾ ਹੁਣ ਉਹਨਾਂ ਨੇ ਜਿਹੜਾ ਪਹਿਲੇ ਕਾਂਗਰਸ ਦੇ ਬਣੇ ਹੋਏ ਸੀ ਉਹ ਲਾ ਰਹੇ ਨੇ, ਉਹਨਾਂ ਦਾ ਹੋ ਜਾਣਾ ਥੋੜੀ ਚਿਰ ਨੂੰ, ਫਿਰ ਅਸੀਂ ਆਪਦਾ ਬੰਦਾ ਲਾਵਾਂਗੇ, ਫਿਰ ਤੁਹਾਨੂੰ ਅਸੀਂ ਸੜਕਾਂ ਬਣਾ ਕੇ ਦਿਖਾਵਾਂਗੇ। ਥੈਂਕ ਯੂ ਜੀ। ਦੂਜੇ ਪਾਸੇ ਅਦਰ ਸਾਈਡ ਸਾਡੇ ਕੋਲ ਬਾਹਰ ਬੰਦੇ ਇਹੋ ਜਿਹੇ ਬੈਠੇ ਨੇ, ਉਹ ਕਹਿੰਦੇ ਚਰਨਜੀਤ ਜੀ ਗੱਲ ਕਰੋ, ਸਕੂਲ ਕਾਲਜ ਮੈਂ ਬਣਾਉਣਾ, ਜਾ ਕੇ ਬਿਲਡਿੰਗ ਦਾ ਸਾਰਾ ਖਰਚਾ ਮੈਂ ਚੱਕਦਾ, ਸਿਰਫ ਪੰਜਾਬ ਨੂੰ ਟੀਚਰ ਹੀ ਲਵਾਉਣੇ ਪੈਣੇ ਨੇ। ਹੈਗੇ ਐਨਆਰਆਈ ਭਰਾ ਸਾਡੇ ਬੈਠੇ ਨੇ। ਗਰੇਵਾਲ ਸਾਹਿਬ ਤੁਹਾਡੀ ਗੱਲ 'ਚ ਐਡ ਕਰਨ ਵਾਸਤੇ, ਰੂਰਲ ਡਿਵੈਲਪਮੈਂਟ ਫੰਡ ਜਿਹੜਾ ਤੁਸੀਂ ਆਂਦੇ ਸੜਕਾਂ ਦੇ ਪੈਸੇ ਖਾਏ ਨਹੀਂ ਜਾਂਦੇ ਸੀ, ਸਿਰਫ ਉਹ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਉਹ ਹੀ ਹੋਰ ਕਿਸੇ ਪਾਸੇ ਵਰਤਿਆ ਜਾਂਦਾ ਸੀ। ਜਿਹੜਾ ਇਹ ਆਮ ਆਦਮੀ ਪਾਰਟੀ ਨੇ ਹੁਣ ਜਿਹੜਾ ਇਹ ਕੀਤਾ ਹੈ ਨਾ, ਰੈਜ਼ੋਲੂਸ਼ਨ ਪਾਸ ਕੀਤਾ, ਔਰ ਜਿਹੜਾ ਜਿਸ ਕਰਕੇ ਸੈਂਟਰਲ ਗਵਰਨਮੈਂਟ ਨੇ ਇਹਨਾਂ ਨੂੰ ਕਿੰਨਾ 11,000 ਕਰੋੜ ਦਾ ਉਹ ਰਿਲੀਜ਼ ਕਰਤਾ ਜੀ, ਰਿਲੀਜ਼ ਕਰਤਾ। ਉਹ ਇਸੇ ਸ਼ਰਤ ਤੇ ਕੀਤਾ ਕਿ ਅੱਜ ਤੋਂ ਬਾਅਦ ਜਿਹੜੇ ਫੰਡ ਜਿਸ ਕੰਮ ਲਈ ਪਾਸ ਹੋਣਗੇ ਉਸੇ ਤੇ, ਇਹ ਬੜੀ ਵੱਡੀ ਜਿਹੜੀ ਆ ਇਹ ਕਮਿਟਮੈਂਟ ਆ। 11,000 ਕਰੋੜ ਦੇ ਬਿਗ ਨੰਬਰ। ਚੀਮਾ ਸਾਹਿਬ ਕਲੋਜ਼ ਕਰੋ ਜੀ। ਚੀਮਾ ਸਾਹਿਬ। ਹਾਂ ਜੀ ਗਰੇਵਾਲ ਸਾਹਿਬ, ਮੈਂ ਪਹਿਲਾਂ ਤਾਂ ਉਹੀ ਜਿਹੜੀ ਬਾਕੀ ਸਪੋਰਟ ਕਰਦਾ ਪਿਸ਼ੌਰਾ ਸਿੰਘ ਜੀ ਨੇ ਕਿਹਾ ਸੀ ਤੇ ਵੀ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਕਰਨੀ ਹੈ, ਜੇ ਰੀਅਲੀ ਪੰਜਾਬ ਓਰੀਐਂਟਡ ਕਰਨੀ ਤਾਂ ਐਗਰੋ ਬੇਸਡ ਇੰਡਸਟਰੀ ਸਾਨੂੰ ਲਗਾਉਣੀ ਪਊਗੀ, ਕਿਉਂਕਿ ਦੈਟ ਇਜ਼ ਦੀ ਰੂਟ ਆਫ ਦੀ ਪੰਜਾਬ। ਸੈਕੰਡ, ਜਿੱਥੇ ਤੱਕ ਭਗਵੰਤ ਮਾਨ ਦੀ ਸਵਾਲ ਹੈਗਾ, ਮੇਰੀ ਆਪਣੀ ਅੰਡਰਸਟੈਂਡਿੰਗ ਹੈ ਕਿ ਇਸ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਜਿੰਨੀ ਕੁ ਲੀਡਰਸ਼ਿਪ ਹੈਗੀ ਹੈ ਉਹਦੇ ਵਿੱਚ ਸਾਡੇ ਕੋਲ ਭਗਵੰਤ ਮਾਨ ਤੋਂ ਬੈਟਰ ਅਲਟਰਨੇਟਿਵ ਨਹੀਂ ਹੈਗਾ। ਉਹ ਬੈਟਰ ਜੇ ਉਹ ਨਹੀਂ ਕਰ ਸਕਦਾ ਤਾਂ ਸ਼ਾਇਦ ਕੋਈ ਵੀ ਨਹੀਂ ਕਰ ਸਕਦਾ। ਉਹ ਕਰ ਸਕਦਾ, ਸਾਨੂੰ ਪੂਰਾ ਭਰੋਸਾ, ਪ੍ਰੋਵਾਈਡਡ ਕਿ ਕੇਜਰੀਵਾਲ ਉਹਨੂੰ ਕਰਨ ਦਊਗਾ। ਸੈਕੰਡ, ਦੋ ਕੁਐਸਚਨ ਛੋਟੇ ਸੀ, ਮੈਨੂੰ ਪਤਾ ਹੋਣੇ ਨਹੀਂ ਹੈਗੇ। ਇੱਕ ਆਪਣੀ ਗੱਲ ਕੀਤੀ ਸੀ ਮੱਲੀ ਸਾਹਿਬ ਨੇ ਕੀਤੀ ਸੀ ਕਿ ਫ੍ਰੀ ਐਜੂਕੇਸ਼ਨ ਦੀ, ਉਹ ਜਿੰਨੀ ਕਿ ਮੈਨੂੰ ਨਹੀਂ ਪਤਾ ਕਿਹੜੀ ਪਾਲਿਸੀ ਦੀ ਗੱਲ ਕਰਦੇ, ਕਿਹੜੀ ਫ੍ਰੀ ਐਜੂਕੇਸ਼ਨ ਦੀ ਪਾਲਿਸੀ ਲੈ ਕੇ। ਜਿਹੜੀ ਮੇਰੀ ਅੰਡਰਸਟੈਂਡਿੰਗ ਹੈ ਮੈਟ੍ਰਿਕ ਤੱਕ ਐਜੂਕੇਸ਼ਨ ਗਵਰਨਮੈਂਟ ਸਰਕਾਰੀ ਸਕੂਲਾਂ 'ਚ ਫ੍ਰੀ ਹੈ, ਗ੍ਰੈਜੂਏਸ਼ਨ ਤੱਕ ਸ਼ਾਇਦ ਪੇਮੈਂਟ ਦੀ ਵੀ ਫ੍ਰੀ ਹੈਗੀ ਹੈ, ਤੇ ਪ੍ਰਾਈਵੇਟ 'ਚ ਲਿਆ ਨਹੀਂ ਸਕਦੇ। ਜੇ ਕੋਈ ਹੋਰ ਫ੍ਰੀ ਐਜੂਕੇਸ਼ਨ ਦੀ ਪਾਲਿਸੀ ਹੈ ਦੇ ਕੈਨ ਪ੍ਰੋਵਾਈਡ। ਤੇ ਇੱਕ ਗਰੇਵਾਲ ਸਾਹਿਬ ਨੇ ਇੱਕ ਲਾਸਟ ਗੱਲ ਕੀਤੀ ਸੀਗੀ, ਇਹਨਾਂ ਨੇ ਜੋ ਗਰੇਵਾਲ ਸਾਹਿਬ, ਦੇਖੋ ਮੈਨੂੰ ਪਤਾ ਕਿ ਆਪਦੇ ਇਹਨਾਂ ਨੇ ਡਿਫੈਂਡ ਕਰਨਾ, ਮੈਨੂੰ ਵੀ ਪਤਾ ਕਿ ਟਾਈਮ ਚਾਹੀਦਾ 6 ਮਿੰਟ ਦੇ, ਕਿਤੇ ਟਾਈਮ ਦੀ ਗੱਲ, ਕਿਤੇ ਇਨਫਰਾਸਟ੍ਰਕਚਰ ਦੀ। ਮੈਂ ਇੱਕ ਆਪਣੀ ਪਰਸਨਲ ਐਗਜ਼ਾਮਪਲ ਦੱਸਾਂਗੇ। ਅਸੀਂ ਇੱਕ ਲਾਸਟ ਜੋ ਪੜ੍ਹਦੇ ਸੀਗੇ, ਇੱਕ ਵਾਰੀ ਉਹ ਡਿਮਾਂਡਸ ਲੈ ਕੇ ਅਸੀਂ ਗਏ ਸੀ, ਵਾਈਸ ਚਾਂਸਲਰ ਕੋਲ ਗਏ ਸੀ, ਉਹਨਾਂ ਨੂੰ 3-4 ਡਿਮਾਂਡ, ਉਹ ਕਹਿੰਦੇ ਜੀ ਇਹ ਤਾਂ ਮੇਰੇ ਹਾਈ ਲੈਵਲ ਦੀਆਂ ਨਾ, ਗਵਰਨਰ ਲੈਵਲ ਦੀਆਂ ਨੇ, ਹੋਰ ਲੈਵਲ ਦੀਆਂ ਕੁਛ ਗੱਲਾਂ ਹੋ ਗਈਆਂ। ਉਹ ਕਹਿੰਦੇ ਇਹ ਤਾਂ ਡਿਪਾਰਟਮੈਂਟ ਲੈਵਲ ਤੇ ਨਹੀਂ ਲਿਆ ਕਰੋ। ਤੇ ਫਿਰ ਉਹਨਾਂ ਨੇ ਕੁਐਸਚਨ ਕਿ ਤੁਸੀਂ ਕਾਹਦੇ ਲਈ ਬੈਠੇ ਹੋ, ਕੋਈ ਥੱਲੇ ਕੁਛ ਉੱਪਰ, ਤੁਸੀਂ ਕਾਹਦੇ ਲਈ ਬੈਠੇ ਹੋ? So this is no alternate. How we have government has to address, government of the time has to address everything. Thank you. ਆਪਣੇ ਚੀਮਾ ਸਾਹਿਬ ਨੇ ਆਖਿਆ ਕਿ ਆਪਣੇ ਮਾਨ ਸਾਹਿਬ ਅਸੀਂ ਸਪੋਰਟ ਕਰਦੇ, ਅਸੀਂ ਸਪੋਰਟ, ਜੇ ਕੱਲ ਨੂੰ ਉਹ ਇਹੋ ਜਿਹਾ ਕੋਈ ਹੋਰ ਕੰਮ ਕਰਨਗੇ ਅਸੀਂ ਉਹਨਾਂ ਦਾ ਪੁੱਠਾ ਤਵਾ ਵੀ ਅਸੀਂ ਲਾਉਣ ਨੂੰ ਤਿਆਰ ਆ। ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ। ਅਸੀਂ ਉੱਥੇ ਕੋਈ ਜੋਬਾਂ ਨਹੀਂ ਲੈਣੀਆਂ, ਅਸੀਂ ਉੱਥੇ ਕੁਛ ਫੈਕਟਰੀ ਨਹੀਂ ਲਾਉਣੀਆਂ ਹੈਗੀਆਂ, ਸਾਨੂੰ ਕੋਈ ਪਰਸਨਲ, ਸਾਨੂੰ ਕੋਈ ਉਹਦਾ ਸਾਨੂੰ ਕੋਈ ਨਹੀਂ ਹੈਗਾ। ਇਸ ਕਰਕੇ ਅਸੀਂ ਜਿੱਥੇ ਗੱਲ ਕਰਦੇ ਹਾਂ ਅਸੀਂ 100% ਗੱਲ ਕਰਾਂਗੇ, ਮੂਹਰੇ ਜਾਂ ਪਿੱਛੇ ਜਾਂ ਕੋਈ ਸਾਡੇ ਚ ਇਹ ਚ ਨਹੀਂ ਹੈਗਾ। ਐਨਆਰਏ ਹੋਰ ਐਨਆਰਏ ਹੋਣਗੇ ਜਿਨ੍ਹਾਂ ਨੇ ਉੱਥੇ ਜਾ ਕੇ ਕੋਈ ਹੋਰ ਕੰਮ ਕਰਨਾ ਜਾਂ ਜੀ ਕਰਨ ਵਾਲੇ ਹੋਣਗੇ। ਨਾਓ ਮੀ, ਆਮ ਦਾ ਪਰਸਨ, ਆਈ ਵਿਲ ਸਪੀਕ ਅਗੇਂਸਟ ਹਿਮ or with him or with honesty. ਜੇ ਜਿੰਨਾ ਚਿਰ ਇਮਾਨਦਾਰੀ ਨਾਲ ਕੰਮ ਅਸੀਂ ਲੜਦੇ ਰਹਾਂਗੇ ਉਹਦੇ ਇਮਾਨਦਾਰੀ ਦੇ ਨਾਲ। ਮੈਂ ਇਹ ਜਿਹਾ ਬੰਦਾ ਜਦੋਂ 14 ਤੋਂ ਲੱਗਿਆ ਸੀ, 17 ਦੇ ਵਿੱਚ ਗਿਆ, 19 ਦੇ ਵਿੱਚ ਗਿਆ, ਦਿੱਲੀ ਗਿਆ, ਸਾਨੂੰ ਟਰਸਟ ਸੀ। ਅਸੀਂ ਦਿੱਲੀ ਜਾ ਕੇ ਸਕੂਲ ਦੇਖੇ ਸੀ, ਅਸੀਂ ਦਿੱਲੀ ਜਾ ਕੇ ਹੈਲਥ ਸਰਵਿਸ ਦੇਖੀ ਸੀ। ਸਾਨੂੰ ਪਤਾ ਸੀ ਕਿ ਇਹ ਡਿਲੀਵਰ ਹੋਣੀਆਂ ਨੇ। 92 ਸੀਟਾਂ 92 ਮਿਲ ਗਈਆਂ। ਕਪੂਰ ਸਾਹਿਬ ਕਲੋਜ਼ ਕਰੋ। ਕਪੂਰ ਸਾਹਿਬ ਕਲੋਜ਼ ਕਰੋ। ਪਿਸ਼ੌਰਾ ਸਿੰਘ ਜੀ ਟਾਈਮ ਲੈ ਲੈਣਾ। ਕਪੂਰ ਸਾਹਿਬ ਕਲੋਜ਼ ਕਰੋ।
ਐਂ ਜੀ ਇਹ ਤੇ ਬੜੀ ਅੱਛੀ ਡਿਸਕਸ਼ਨ ਹੋ ਰਹੀ ਹੈ। ਅਸੀਂ ਸਾਰਿਆਂ ਨੂੰ ਕਹਿੰਦੇ ਪੰਜਾਬ ਦੇ ਕਹਿੰਦੇ ਫਿਊਚਰ ਤੇ ਕਹਿਣਾ ਹੈ ਖਿਆਲ, ਤੇ ਵੀ ਵਿਸ਼ ਦੀ ਪ੍ਰੈਜ਼ੈਂਟ ਗਵਰਨਮੈਂਟ ਆਲ ਦ ਬੈਸਟ। ਹਾਂ ਹਾਂਜੀ, ਮੇਰਾ ਤਾਂ ਇਹ ਹੈ ਕਿ ਵੀ ਸ਼ੁੱਡ ਕੋਆਪਰੇਟ whatever we can and people should cooperate, ਕਿਉਂਕਿ ਕੋਆਪਰੇਸ਼ਨ ਦੇ ਬਿਨਾਂ ਕਹਿੰਦੇ ਕੋਈ ਵੀ ਸਰਕਾਰ ਕਾਮਯਾਬ ਨਹੀਂ ਹੋ ਸਕਦੀ। ਜਿੰਨੀ ਵੀ ਕੋਆਪਰੇਸ਼ਨ ਹੈ ਲੋਕੀ ਦੇ ਸਕਣ ਤਾਂ ਅੱਛਾ ਹੈ। And the youth actually is the one that the future of our Punjab. They should be taken care of it. Right. ਮੈਨੂੰ ਇਹਦੀ ਬੜੀ ਬਹੁਤ ਕਹਿਣਾ ਹੈ, ਸੈਡ ਨਿਊਜ਼ ਇਹ ਹੈ ਕਿ ਪੰਜਾਬ ਦੇ ਵਿੱਚ ਡਰੱਗਸ ਵਗੈਰਾ ਦਾ ਤੇ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਹੈਗਾ ਕਿ this is a very sad news. ਮੇਰੀ ਤਰਫੋਂ ਪੰਜਾਬ ਦਾ I used to say ਇੱਕ ਕਿ ਪਾਣੀ ਪੰਜਾਬ ਦਾ ਦੁੱਧ ਵਰਗਾ, ਹਵਾ ਪੰਜਾਬ ਦੀ ਸ਼ਹਿਦ ਵਰਗੀ, ਰੋਟੀ ਪੰਜਾਬ ਦੀ ਮੱਖਣ ਵਰਗੀ ਤੇ ਬੋਲੀ ਪੰਜਾਬ ਦੀ ਸ਼ਹਿਦ ਵਰਗੀ। So this is what I used to say at one time. I would like to say the same Punjab coming ਕਿ ਬਈ ਜਿੱਥੇ ਬਹੁਤ ਅੱਛੀਆਂ ਕਹਾਣੀਆਂ ਸੁਣੀਆਂ ਸੀਗੀਆਂ ਸਾਡੇ ਵਕਤਾਂ ਦੇ ਵਿੱਚ। I would like to say that Punjab, prosperous Punjab, so that I may on some day decide to go back and settle down over there. Right. ਓਕੇ ਜੀ, ਮੈਂ ਕਲੋਜ਼ ਕਰਦਾ ਹੈਗਾ। ਕਸ਼ਮੀਰ ਸਿੰਘ ਜੀ ਮੱਲੀ ਸਾਹਿਬ, ਥੈਂਕ ਯੂ ਵੈਰੀ ਮਚ, ਐਂਡ ਗਰੇਵਾਲ ਸਾਹਿਬ ਫਰੋਮ ਇੰਗਲੈਂਡ ਇੰਡੀਆ। ਐਂਡ ਤੁਹਾਡੀ ਜਿਹੜਾ ਟਾਈਮ ਦੀ ਗੱਲ ਹੈਗੀ, ਆਲਰੇਡੀ ਜਿਹੜੇ NRI ਵਰਲਡ ਵਾਈਡ ਬੈਠੇ ਆ ਉਹ ਕਹਿ ਰਹੇ ਆ ਕਿ 6 ਮਹੀਨੇ ਮਿਨੀਮਮ ਇਹਨਾਂ ਨੂੰ ਬੌਦਰ ਨਹੀਂ ਕਰਨਾ ਚਾਹੀਦਾ। ਲੁੱਕ ਦੇਣ ਪਰ ਥੋੜਾ ਹਿਲਾਉਣਾ ਵੀ ਚਾਹੀਦਾ, ਕੋਈ ਗੱਲ ਨਹੀਂ ਹੈ। ਦੈਟਸ ਫਾਈਨ। ਬੈਠੇ ਨੇ ਆਪਣੇ ਸਿੱਧੂ ਸਾਹਿਬ ਬੈਠੇ ਨੇ ਤੇ ਬਾਕੀ ਹੋਰ ਲੱਗੇ ਹੋਏ ਨੇ ਕਾਂਗਰਸ ਅਕਾਲੀ ਦਲ ਵਾਲੇ। ਅੱਛਾ, ਦੂਸਰਾ ਇਹ ਹੈਗਾ ਕਿ ਤੁਸੀਂ ਮੱਲੀ ਸਾਹਿਬ, ਮੈਨੂੰ ਇਹ ਹੈਗਾ ਪ੍ਰਾਊਡ ਕਿ ਜਸਟਿਸ ਜੋਰਾ ਸਿੰਘ ਜਾਂ ਤੁਸੀਂ ਲੋਕ ਜਿਹੜੇ ਲਾਇਰਸ ਨੇ, ਇਹ ਫੂਡ ਪ੍ਰੋਸੈਸਿੰਗ ਨੂੰ, ਇੰਡਸਟਰੀ ਨੂੰ ਵਧਾਉਣ ਦੀ ਖਾਤਰ ਕਾਫੀ ਹਾਂਜੀ ਠੀਕ ਹੈ, ਬਹੁਤ ਵਧੀਆ ਸੁਝਾਅ ਹੈਗਾ ਜੀ। ਤੁਹਾਨੂੰ ਅਸੀਂ ਨੈਟਵਰਕ ਆਲਰੇਡੀ 15 ਬੰਦਿਆਂ ਨੇ ਮੈਨੂੰ ਕਹਿ ਦਿੱਤਾ ਹੈਗਾ, ਜਿਨ੍ਹਾਂ ਨੂੰ ਇਹਨਾਂ ਨਾਲ ਮੈਂ ਗੱਲਬਾਤ ਵੀ ਕਰ ਚੁੱਕਿਆ। At least 10 people said we will go to India, we will talk to the government, let them settle 3 months, 4 months for that. Then we will talk to how to make a model there as a food processing. Already there. Okay. ਉਹ ਮੈਂ ਨਾਮ ਵੀ ਲੈ ਦਿੰਦਾ ਹੈਗਾ, ਕਾਫੀ ਬੰਦਿਆਂ ਦੇ ਹੈਗੇ ਆ। ਬਾਕੀ ਲਾਅ ਐਂਡ ਆਰਡਰ ਆ, ਇਹ ਤੁਸੀਂ ਜ਼ਰੂਰ ਰਿਕੁਐਸਟ ਕਰੋ ਉਹਨਾਂ ਨੂੰ। ਲਾਅ ਐਂਡ ਆਰਡਰ ਤੋਂ ਬਿਨਾਂ ਗੱਲ ਨਹੀਂ ਬਣਨੀ ਹੈਗੀ। ਚਲੋ ਕੋਈ ਗੱਲ ਨਹੀਂ, ਰੋਟੀ ਦਾ ਲੋਕ ਘੱਟ ਵੀ ਖਾ ਲੈਣਗੇ, ਘੱਟ ਜੂਗਾ, ਸਕੂਲ ਵੀ ਹੌਲੀ ਠੀਕ ਹੋ ਜਾਣਗੇ, ਹੈਲਥ ਵੀ ਹੋ ਜਾਊਗੀ। ਠੀਕ ਹੈ। ਲਾਅ ਐਂਡ ਆਰਡਰ ਇਜ਼ ਮੋਰ ਇੰਪੋਰਟੈਂਟ ਆਈ ਥਿੰਕ। ਥੈਂਕ ਯੂ ਵੈਰੀ ਮਚ ਕਪੂਰ ਸਾਹਿਬ, ਜੀ ਕੈਨੇਡਾ, ਐਵਰੀਥਿੰਗ ਫਾਈਨ, ਥੈਂਕ ਯੂ। ਪਿਸ਼ੌਰਾ ਸਿੰਘ ਜੀ, ਮੈਨੂੰ ਲੱਗਦਾ ਤੁਸੀਂ ਤਾਂ ਕਲੋਜ਼ ਕਰਤਾ ਹੈਗਾ, ਕਰਨਾ ਕਹਿਣਾ ਚਾਹੁੰਦੇ ਕੁਝ ਪਿਸ਼ੌਰਾ ਸਿੰਘ ਜੀ ਐਂਡ ਤੇ? ਤੁਹਾਡਾ We wish them all the best. We wish them all the power and we wish them all the best. ਚੀਮਾ ਸਾਹਿਬ ਜਿਹੜੇ ਨੇ ਨਾ ਉਹ cautiously optimistic ਨੇ, ਜਿਹੜਾ ਪ੍ਰੈਕਟੀਕਲ ਗੱਲ ਵੀ ਹੈਗੀ ਆ। ਸੋ ਉਹ ਆਪਟੀਮਿਜ਼ਮ ਦੇ ਵਿੱਚ ਵੀ ਨਾਲ ਸ਼ਾਮਲ ਹੋ ਜਾਂਦੇ ਨੇ, ਪਰ ਉਹ cautious ਵੀ ਹੈਗੇ। ਨਹੀਂ, ਮੇਰੀਆਂ ਵਿਸ਼ੇਸ ਆਲਵੇਜ਼ ਉਹਨਾਂ ਦੇ ਨਾਲ ਹੈ, ਮੈਂ ਭਗਵੰਤ ਮਾਨ ਦੇ ਨਾਲ ਹੈ, ਬਿਲਕੁਲ ਆਲਵੇਜ਼। ਤੁਹਾਡੇ ਕੋਲ ਚਾਰਾ ਕੋਈ ਹੈ, ਤੁਹਾਡੇ ਕੋਲ ਵੀ ਹੈ ਚਾਰੇ ਵਾਲੀ ਤਾਂ ਕੋਈ ਗੱਲ ਨਹੀਂ। ਚਾਰਾ ਤਾਂ ਉਹ ਨਹੀਂ ਕਰੇਗਾ ਤਾਂ ਹੀ ਵਿਲ ਆਲਸੋ ਬੀ ਆਊਟ, ਉਹ ਨਹੀਂ ਕੋਈ ਗੱਲ ਹੈਗੀ। ਮੈਂ ਕ੍ਰੈਡੀਬਿਲਿਟੀ ਦੇ ਬੇਸ ਤੇ ਕਿਹਾ ਸੀ ਕਿ ਭਗਵੰਤ ਮਾਨ ਤੋਂ ਜ਼ਿਆਦਾ ਉਮੀਦਾਂ ਨੇ, ਕਿ ਉੱਥੇ ਭਰੋਸਾ ਜ਼ਿਆਦਾ ਹੈ ਐਜ਼ ਕੰਪੇਅਰ ਟੂ ਅਦਰ ਲੀਡਰਸ। ਅਜੇ ਵੇਟ ਕਰੋ ਸ਼ਾਂਤੀ। ਇਹ ਪ੍ਰੋਫੈਸਰ ਸਾਹਿਬ ਹੱਸਦੇ ਨੇ, ਆਪਣੇ ਬਾਬਾ ਕਾਂਗਰਸ ਟਾਈਪ ਨੇ ਨਾ, ਇਹ ਚਾਈਨਾ ਦੀ ਬਹੁਤ ਸਿਫਤ ਕਰਦੇ ਰਹਿੰਦੇ। ਚਲੋ ਪ੍ਰੋਫੈਸਰ ਨੇ, ਮਾੜਾ ਮੋਟਾ ਪ੍ਰੋਫੈਸਰ ਮੈਂ ਵੀ ਰਿਹਾ ਇਸ ਕਰਕੇ। Let me closing now.